ਜੈਕੀ ਲਈ ਦਿਨ ਬਹੁਤਾ ਰੰਜੇਵੇਂ ਭਰਿਆ ਨਹੀਂ ਸੀ। ਚੱਲਦੇ ਹਫ਼ਤੇ ਕਲੱਬ ਵਿੱਚ ਗਾਹਕ ਘੱਟ ਆਉਂਦੇ ਹੋਣ ਕਰਕੇ ਬਹੁਤੀ ਭੱਜ ਨੱਠ ਨਹੀਂ ਸੀ। ਅੱਜ ਦਾ ਦਿਨ ਕਿਸੇ ਕਾਰਨ ਬਹੁਤ ਮੰਦੇ ਵਾਲਾ ਸੀ, ਜਿਵੇਂ ਗਾਹਕਾਂ ਨੇ ਹੜਤਾਲ ਕਰ ਦਿੱਤੀ ਹੋਵੇ। ਜੈਕੀ ਅਜਿਹੇ ਸਮੇਂ 'ਚ ਹੋਰ ਵੀ ਚਤੰਨ ਹੋ ਜਾਂਦੀ। ਅੱਜ ਉਸਨੂੰ ਟੌਮ ਦੀਆਂ ਅੱਖਾਂ ਵਿੱਚ ਇੱਕ ਖਾਸ ਕਿਸਮ ਦਾ ਵਾਰਤਾ ਪੜ੍ਹਨ ਨੂੰ ਮਿਲ ਰਿਹਾ ਸੀ। ਜੈਕੀ ਨੇ ਆਪਣੀ ਲੁਕਵੀਂ ਜੇਬ ਵਿੱਚ ਟੇਜ਼ਰ ਨੂੰ ਹੱਥ ਲਾ ਕੇ ਤਸੱਲੀ ਕੀਤੀ, ਭਾਵੇਂ ਇਸ ਨੂੰ ਉਸਨੇ ਆਖਰੀ ਹਥਿਆਰ ਵਜੋਂ ਵਰਤਣਾ ਸੀ। ਆ ਜਾ ਲਿੰਡਾ, ਕੰਮ ਤਾਂ ਹੈ ਨਹੀਂ, ਆਹ ਲੈ ਵਾਈਨ ਦਾ ਗਲਾਸ ਪੀ ਲੈ। ਟੌਮ ਦੇ ਬੁੱਲ੍ਹਾਂ ਤੇ ਅਦਿੱਖ ਜਿਹੀ ਮੁਸਕਰਾਹਟ ਸੀ। ਤੇਰੀ ਮਿਹਰਬਾਨੀ, ਪਰ ਮੈਂ ਵਾਈਨ ਨਹੀਂ ਪੀਣੀ, ਮੈਂ ਜੂਸ ਲੈ ਲੈਂਦੀ ਹਾਂ। ਉਸਨੇ ਜੂਸ ਦੀ ਬੰਦ ਬੋਤਲ ਖੋਲ੍ਹ ਲਈ। ਉਹ ਟੌਮ ਤੇ ਯਕੀਨ ਨਹੀਂ ਸੀ ਕਰ ਸਕਦੀ। ਉਸਨੂੰ ਡਰ ਸੀ ਕਿਤੇ ਉਹ ਕੋਈ ਚੀਜ਼ ਵਾਈਨ 'ਚ ਮਿਲਾ ਕੇ ਨਾ ਦੇ ਦੇਵੇ ਤੇ ਉਹਨੂੰ ਬੇਹੋਸ਼ ਕਰਕੇ ਮਨਮਰਜ਼ੀ ਕਰ ਲਵੇ। ਮੈਂ ਬਸ ਤੈਨੂੰ ਕੁਝ ਕਹਿਣਾ ਸੀ। ਬੋਲ। ਦੇਖ ਲਿੰਡਾ, ਮੈਂ ਤੈਨੂੰ ਪਸੰਦ ਕਰਦਾ, ਮੈਂ ਤੈਨੂੰ ਦਿਲੋਂ ਚਾਹੁੰਦਾ, ਇਸ ਕਰਕੇ ਹੀ ਮੈਂ ਤੇਰੇ ਲਈ ਵਾਈਨ ਲੈ ਕੇ ਆਇਆ ਸੀ। ਟੌਮ ਸੁਣ, ਮੈਂ ਤੈਨੂੰ ਇੱਕ ਗੱਲ ਸਾਫ਼ ਕਰ ਦਿੰਦੀ ਹਾਂ, ਮੇਰੀ ਕਿਸੇ ਵੀ ਮਰਦ ਵਿੱਚ ਕੋਈ ਦਿਲਚਸਪੀ ਨਹੀਂ। ਆਦਮੀ ਮੈਨੂੰ ਚੰਗੇ ਨਹੀਂ ਲੱਗਦੇ। ਮੈਂ ਆਪਣੀ ਪਿਆਰੀ ਮਿੱਤਰ ਮਰੀਆ ਬਿਨਾਂ ਕਿਸੇ ਹੋਰ ਬਾਰੇ ਕਦੇ ਸੋਚਿਆ ਨਹੀਂ। ਮੇਰਾ ਖਿਆਲ ਹੈ ਅੱਜ ਤੋਂ ਬਾਅਦ ਇਸ ਸੰਬੰਧੀ ਕੋਈ ਹੋਰ ਗੱਲ ਕਰਨ ਦੀ ਲੋੜ ਨਹੀਂ। ਉਸਨੇ ਪੂਰੇ ਸਵੈ ਵਿਸ਼ਵਾਸ ਨਾਲ ਗੱਲ ਕੀਤੀ ਤੇ ਟੌਮ ਉਸ ਵੱਲ ਵੇਖਦਾ ਰਹਿ ਗਿਆ। ਕੁਝ ਪਲ ਉਸਨੂੰ ਕੋਈ ਗੱਲ ਨਾ ਔੜੀ। ਇਹ ਮਰੀਆ ਨੂੰ ਕਦੇ ਵੇਖਿਆ ਨਹੀਂ, ਨਾ ਹੀ ਤੂੰ ਇਹਦੇ ਬਾਰੇ ਕੋਈ ਗੱਲ ਕੀਤੀ। ਮੈਂ ਤੇ ਮਰੀਆ ਕਈ ਸਾਲਾਂ ਤੋਂ ਇਕੱਠੀਆਂ ਰਹਿੰਦੀਆਂ ਤੇ ਸਾਡੇ ਪਿਆਰ ਸੰਬੰਧ ਵੀ 19 ਸਾਲ ਹੀ ਪੁਰਾਣੇ ਆ। ਮਰੀਆ ਦਾ ਸ਼ੌਂਕ ਮਾਰਸ਼ਲ ਆਰਟ ਹੈ ਤੇ ਉਹ ਕਿਸੇ ਨਾ ਕਿਸੇ ਟੂਰਨਾਮੈਂਟ ਵਿੱਚ ਹਿੱਸਾ ਲੈਂਦੀ ਰਹਿੰਦੀ ਹੈ। ਇਸ ਵੇਲੇ ਉਹ ਇਟਲੀ ਗਈ ਹੋਈ ਆ, ਇੱਕ ਅੱਧੇ ਦਿਨ 'ਚ ਵਾਪਸ ਆਵੇਗੀ। ਜੈਕੀ ਨੂੰ ਇਹ ਸਭ ਅਚਾਨਕ ਸੁੱਝਿਆ ਸੀ। ਅੰਦਰੋਂ ਉਹ ਖੁਸ਼ ਸੀ ਤੇ ਉਸਨੂੰ ਉਮੀਦ ਸੀ ਹੁਣ ਟੌਮ ਉਸ ਵਿੱਚ ਕੋਈ ਦਿਲਚਸਪੀ ਨਹੀਂ ਲਵੇਗਾ। ਟੌਮ ਚੁੱਪਚਾਪ ਬੈਠਾ ਉਸ ਵੱਲ ਨੀਝ ਲਗਾ ਕੇ ਵੇਖ ਰਿਹਾ ਸੀ। ਪਿਛਲੇ ਦਰਵਾਜ਼ੇ ਵਿੱਚੋਂ ਦੀ ਬੌਬ ਦਾਖਲ ਹੁੰਦਾ ਹੋਇਆ ਦਿਸਿਆ ਤਾਂ ਜੈਕੀ ਉੱਠ ਖੜੀ ਹੋਈ। ਉਸਨੂੰ ਵੇਖ ਕੇ ਟੌਮ ਵੀ ਖੜਾ ਹੋ ਗਿਆ। ਉਸਨੇ ਬੌਬ ਨਾਲ ਹੱਥ ਮਿਲਾਇਆ ਤੇ ਜੈਕੀ ਨੇ ਹੈਲੋ ਕਿਹਾ। ਕੀ ਗੱਲ ਹੋਈ? ਕਲੱਬ ਦਾ ਖਾਲੀ ਪਿਆ ਅੱਜ, ਪਤਾ ਨਹੀਂ ਲੋਕ ਕਿੱਧਰ ਮਰੇ ਆ। ਟੌਮ ਨੇ ਆਪਣੀ ਖਿੱਝ ਜ਼ਾਹਰ ਕੀਤੀ। ਬੌਬ, ਪੀਣ ਨੂੰ ਲਿਆਵਾਂ ਕੁਝ? ਵਿਸਕੀ। ਉਹ ਕਾਊਂਟਰ ਦੇ ਪਿਛਲੇ ਪਾਸੇ ਵਿਸਕੀ ਲੈਣ ਚਲੀ ਗਈ। ਉਸਦੇ ਕੰਨ ਬੌਬ ਵੱਲ ਸਨ। ਉਹ ਗਲਾਸਾਂ ਦਾ ਖੜਾਕ ਵੀ ਨਹੀਂ ਸੀ ਕਰ ਰਹੀ। ਬੌਬ ਤੇ ਟੌਮ ਅੱਖਾਂ ਵਿੱਚ ਹੀ ਇੱਕ ਦੂਜੇ ਨੂੰ ਸੁਨੇਹਾ ਦਿੰਦੇ। ਉਸਨੇ ਬੌਬ ਨੂੰ ਵਿਸਕੀ ਲਿਆ ਫੜਾਈ। ਬੌਬ ਵਿਸਕੀ ਦਾ ਪੈਗ ਲੈ ਕੇ ਲਿਫਟ ਵੱਲ ਚਲਿਆ ਗਿਆ ਤੇ ਪਿੱਛੇ ਹੀ ਟੌਮ ਤੁਰ ਪਿਆ। ਉਹ ਉਸਦੇ ਦਫ਼ਤਰ ਵਿੱਚ ਪਹੁੰਚ ਗਏ। ਕਿਵੇਂ ਫਿਰ ਲਿੰਡਾ ਨਾਲ ਗੱਲ ਬਣੀ ਨਹੀਂ? ਨਹੀਂ, ਕਹਿੰਦੀ ਮੈਨੂੰ ਬੰਦੇ ਪਸੰਦ ਨਹੀਂ। ਉਹਦੇ ਕੋਲ ਮਰੀਆ ਨਾਂ ਦੀ ਕੋਈ ਕੁੜੀ ਹੈਗੀ। ਬੰਦੇ ਦਾ ਇਹਨੇ ਸਵਾਦ ਨਹੀਂ ਦੇਖਿਆ ਹੋਣਾ। ਬੌਬ ਦੇ ਬੁੱਲ੍ਹਾਂ ਤੇ ਵਿਅੰਗਮਈ ਮੁਸਕਰਾਹਟ ਸੀ। ਕੋਈ ਨਹੀਂ, ਕਿਤੇ ਨਾ ਕਿਤੇ ਤਾਂ ਮੌਕਾ ਬਣੂਈ। ਟੌਮ ਨੇ ਦੂਰ ਦੀ ਸੋਚੀ ਲੱਗਦੀ ਸੀ। ਖੈਰ, ਅਜੇ ਆਪਣੇ ਕੋਲ ਸੋਚਣ ਵਾਲੀ ਗੱਲ ਇਹ ਹੈ ਕਿ ਲੰਡਨ ਤੋਂ ਬਾਹਰਲੀ ਨਸ਼ੇ ਦੀ ਮੰਗ ਨੂੰ ਪੂਰਾ ਕਿਵੇਂ ਕੀਤਾ ਜਾਵੇ। ਬੌਬ ਨੇ ਸੋਚਦਿਆਂ ਗੰਭੀਰਤਾ ਨਾਲ ਉਸ ਵੱਲ ਵੇਖਿਆ। ਮੇਰੇ ਖਿਆਲ 'ਚ ਸਕੂਲ ਦੇ ਮੁੰਡਿਆਂ ਰਾਹੀਂ ਪਹੁੰਚਾਉਣ ਦਾ ਸਭ ਤੋਂ ਘੱਟ ਖਤਰਨਾਕ ਢੰਗ ਹੈ। ਹੁਣ ਤਾਂ ਹੋਰ ਵੀ ਢੰਗ ਕੱਢ ਲਿਆ। ਲੰਡਨ ਦੇ ਬਹੁਤੇ ਸਾਰੇ ਡੀਲਰ ਇਹੀ ਢੰਗ ਵਰਤਣ ਲੱਗ ਗਏ। ਉਹ ਕਿਹੜਾ? ਬੌਬ ਨੇ ਹੈਰਾਨ ਹੁੰਦੇ ਹੋਏ ਪੁੱਛਿਆ। ਮਾਲ ਨੂੰ ਸਰੀਰ 'ਚ ਲੁਕੋਇਆ ਜਾਵੇ, ਬੈਗ ਤੇ ਜੇਬਾਂ ਪੁਲਿਸ ਫਰੋਲੀ ਜਾਵੇ, ਕੁਝ ਲੱਭਣਾ ਹੀ ਨਹੀਂ। ਸਰੀਰ 'ਚ ਕਿਵੇਂ? ਕੁਦਰਤ ਨੇ ਹਰ ਕਿਸੇ ਨੂੰ ਇੱਕ ਗਲੀ ਦਿੱਤੀ ਹੈ ਤੇ ਕੁੜੀਆਂ ਤਾਂ ਹੋਰ ਵੀ ਫਾਇਦੇਮੰਦ ਹੈ। ਉਹ ਦੁੱਗਣਾ ਸਟਾਕ ਲੁਕੋ ਸਕਦੀਆਂ। ਟੌਮ ਨੇ ਸ਼ਰਾਰਤ ਨਾਲ ਮੁਸਕਰਾਉਂਦਿਆਂ ਜਵਾਬ ਦਿੱਤਾ। ਪੈਸੇ ਵੀ ਤਾਂ ਰੋਲ ਕਰਕੇ ਉਵੇਂ ਹੀ ਲੁਕੋ ਲੈਂਦੇ ਆ, ਹੋਰ ਕੀ, ਕੋਈ ਸਬੂਤ ਮਿਲਦਾ ਹੀ ਨਹੀਂ। ਬੌਬ ਨੂੰ ਇਸ ਢੰਗ ਦਾ ਪਤਾ ਸੀ। ਉਹ ਅਣਜਾਣ ਤਾਂ ਕਿਸੇ ਗੱਲ ਤੋਂ ਹੈ ਹੀ ਨਹੀਂ ਸੀ। ਨਵੇਂ ਸਕੂਲੀ ਬੱਚਿਆਂ ਨੂੰ ਤਿਆਰ ਕਰਨ ਦੀ ਕਿੰਨੀ ਕੁ ਸਮੱਸਿਆ ਹੈ। ਖਾਸ ਕਿਸਮ ਦੇ ਘਰੇਲੂ ਹਾਲਾਤ ਵਾਲੇ ਲੋੜਵੰਦ ਬੱਚੇ ਬਥੇਰੇ ਮਿਲ ਜਾਂਦੇ ਆ, ਬਸ ਥੋੜਾ ਧਿਆਨ ਰੱਖਣ ਦੀ ਲੋੜ ਆ। ਹੁਣ ਤਾਂ ਵੈਸੇ ਡਰੋਨ ਵੀ ਵਰਤ ਸਕਦੇ ਆ, ਪਰ ਇਹਦੇ ਲਈ ਹਰ ਥਾਂ ਠੀਕ ਨਹੀਂ। ਮੈਂ ਇਸ ਤਕਨੀਕ ਨੂੰ ਹੋਰ ਸੁਰੱਖਿਅਤ ਕਰਨ ਲਈ ਮਾਹਰਾਂ ਨੂੰ ਕਿਹਾ ਹੋਇਆ। ਪੋਲੈਂਡ ਤੋਂ ਫੋਨ ਆਇਆ ਸੀ। ਦੋਵੇਂ ਕਿਸਮ ਦੀਆਂ ਡਿਲੀਵਰੀਆਂ ਜਲਦੀ ਮਿਲਣ ਦੀ ਆਸ ਆ। ਮੇਰੇ ਖਿਆਲ 'ਚ ਜੇ ਮੈਂ ਲਿੰਡਾ ਨੂੰ ਨਾਲ ਲੈ ਜਾਵਾਂ ਤਾਂ ਇਹ ਕੁੜੀਆਂ ਨੂੰ ਲੈ ਆਵੇ ਤੇ ਬਾਕੀ ਦਾ ਸਟਾਕ ਮੈਂ ਲਿਆ। ਵੈਸੇ ਵੀ ਐਂ ਲੱਗੂ ਜਿਵੇਂ ਅਸੀਂ ਜੋੜਾ ਹੋਈਏ, ਸ਼ੱਕ ਘੱਟ ਹੋਊ। ਪਰ ਉਹ ਜਾਣ ਨੂੰ ਮੰਨ ਜੂ। ਜੇ ਤੂੰ ਕਹੇ ਤਾਂ ਉਹ ਨਾ ਨਹੀਂ ਕਰਨ ਲੱਗੀ, ਨਾਲੇ ਲਾਲਚ ਦੇ ਨਾਲ ਤਾਂ ਮੰਨ ਹੀ ਜਾਊ। ਠੀਕ ਆ, ਤੂੰ ਉਹਨੂੰ ਭੇਜ ਇੱਥੇ। ਕੁਝ ਦੇਰ ਬਾਅਦ ਲਿੰਡਾ ਇੱਕ ਹੋਰ ਵਿਸਕੀ ਬਣਾ ਕੇ ਟਰੇ ਵਿੱਚ ਰੱਖੀ। ਬੌਬ ਦੇ ਦਫ਼ਤਰ ਵਿੱਚ ਦਾਖਲ ਹੋ ਗਈ। ਲਿੰਡਾ, ਤੇਰੇ ਘਰ ਦਾ ਕੀ ਬਣਿਆ? ਘਰ ਤਾਂ ਪੈਸਿਆਂ ਨਾਲ ਹੀ ਆਉਣਾ ਏ। ਇੰਨੇ ਪੈਸੇ ਮੇਰੇ ਕੋਲ ਅਜੇ ਹੈ ਨਹੀਂ। ਤੈਨੂੰ ਪੈਸੇ ਬਣਾਉਣ ਦਾ ਮੌਕਾ ਮੈਂ ਦੇ ਸਕਦਾ ਜੇ ਤੂੰ ਤਿਆਰ ਹੈ। ਲਿੰਡਾ ਨੇ ਉਸ ਵੱਲ ਅੱਖਾਂ ਕੱਢ ਕੇ ਵੇਖਿਆ। ਪੋਲੈਂਡ ਜਾਣਾ ਤੇ 2 ਕੁੜੀਆਂ ਨੂੰ ਲੈ ਕੇ ਆਉਣਾ। ਕਦੋਂ ਜਾਣਾ ਹੋਊ? ਇੰਨੀ ਕਾਹਲੀ 'ਚ ਨਾ ਚੱਲ, ਕੁਝ ਦਿਨਾਂ ਦੀ ਗੱਲ ਹੈ। ਤੇਰੇ ਨਾਲ ਟੌਮ ਵੀ ਜਾਊ। ਤੁਸੀਂ ਜਿਵੇਂ ਪਤੀ ਪਤਨੀ ਜਾਂ ਤੇਰੇ ਬॉयਫ੍ਰੈਂਡ ਦਾ ਬਹਾਨਾ ਕਰਨਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਨਹੀਂ ਬੌਬ, ਮੈਂ ਉਸ ਨਾਲ ਨਹੀਂ ਜਾ ਸਕਦੀ। ਉਸ ਤੇ ਮੈਨੂੰ ਯਕੀਨ ਨਹੀਂ। ਮੇਰਾ ਨਹੀਂ ਖਿਆਲ ਉਹ ਮੇਰੇ ਨਾਲ ਠੀਕ ਵਰਤਾਅ ਕਰੂ। ਉਸਨੇ ਚਿਹਰੇ ਤੇ ਉਦਾਸੀ ਲਿਆਉਂਦਿਆਂ ਕਿਹਾ। ਤੇਰੇ ਨਾਲ ਉਹ ਕੋਈ ਗਲਤ ਵਰਤਾਅ ਨਹੀਂ ਕਰਨ ਲੱਗਾ। ਅਸਲ 'ਚ ਉਹਨੇ ਵੀ ਕੁਝ ਮਾਲ ਲੈ ਕੇ ਆਉਣਾ, ਇਸ ਲਈ ਉਸਦਾ ਜਾਣਾ ਜ਼ਰੂਰੀ ਹੈ। ਬੌਬ, ਜੇ ਤੂੰ ਉਸਦੇ ਚੰਗੇ ਸੱਭਿਆ ਵਰਤਾਅ ਦੀ ਜ਼ਿੰਮੇਵਾਰੀ ਲੈ ਸਕਦਾ ਤਾਂ ਮੈਂ ਚਲੀ ਜਾਊਂ। ਤੂੰ ਰੱਤੀ ਭਰ ਫਿਕਰ ਨਾ ਕਰ ਤੇ ਤਿਆਰੀ ਰੱਖੀ। ਕਹਿੰਦਿਆਂ ਉਸਨੇ ਵਿਸਕੀ ਇੱਕ ਸਾਹ ਪੀ ਲਈ ਤੇ ਲਿੰਡਾ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਨੀਚੇ ਆ ਗਈ। ਉਸਨੇ ਸਕਾਟ ਨੂੰ ਸਾਰੀ ਜਾਣਕਾਰੀ ਦੇਣੀ ਸੀ ਤੇ ਉਸ ਵੇਲੇ ਉਹ ਜ਼ਰੂਰੀ ਵੀ ਸੀ। ਰਾਜੂ ਟ੍ਰੇਡ ਯੂਨੀਅਨ ਕਾਨੂੰਨ ਦਾ ਮਾਹਰ ਵਕੀਲ ਸੀ। ਜਿਸ ਫਰਮ ਵਿੱਚ ਉਹ ਕੰਮ ਕਰਿਆ ਕਰਦਾ ਸੀ, ਉਹ ਟ੍ਰੇਡ ਯੂਨੀਅਨਾਂ ਦੇ ਸਰਕਾਰ ਜਾਂ ਕੰਪਨੀਆਂ ਨਾਲ ਚੱਲਦਿਆਂ ਝਗੜਿਆਂ ਦੀ ਅਦਾਲਤ ਵਿੱਚ ਨੁਮਾਇੰਦਗੀ ਕਰਦਾ ਸੀ। ਬ੍ਰਿਟੇਨ ਯੂਰਪੀਅਨ ਯੂਨੀਅਨ ਦਾ ਮੈਂਬਰ ਹੋਣ ਕਰਕੇ ਕਦੇ ਕੋਈ ਕੇਸ ਯੂਰਪ ਦੀ ਅਦਾਲਤ ਵਿੱਚ ਲੈ ਜਾਣੇ ਪੈਂਦੇ।
80ਵਿਆਂ ਵਿੱਚ ਸਰਮਾਏਦਾਰੀ ਦੀ ਚਹੇਤੀ ਸਰਕਾਰ ਦੇ ਹੱਥ ਬ੍ਰਿਟੇਨ ਦੀ ਵਾਂਗਡੋਰ ਵਿੱਚ ਆ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਟ੍ਰੇਡ ਯੂਨੀਅਨ ਦੀਆਂ ਤਾਕਤਾਂ ਘਟਾਉਣ ਲਈ ਕਾਨੂੰਨ ਬਣਾਉਣੇ ਸ਼ੁਰੂ ਕੀਤੇ। ਉਹਨਾਂ ਦਾ ਪ੍ਰਚਾਰ ਸੀ ਕਿ ਜਦ ਯੂਨੀਅਨਾਂ ਹੜਤਾਲ ਕਰ ਦਿੰਦੀਆਂ ਹਨ ਤਾਂ ਉਸ ਕਾਰਨ ਆਮ ਲੋਕਾਂ ਨੂੰ ਤਕਲੀਫ ਤੇ ਬੇਆਰਾਮੀ ਦਾ ਸਾਹਮਣਾ ਕਰਨਾ ਪੈਂਦਾ। ਦੇਸ਼ ਦੀ ਆਰਥਿਕਤਾ ਦਾ ਵੀ ਨੁਕਸਾਨ ਹੁੰਦਾ, ਜਿਸ ਦੀ ਭਰਪਾਈ ਕਰਨ ਲਈ ਆਮ ਲੋਕਾਂ ਨੂੰ ਟੈਕਸ ਵੱਧ ਦੇਣਾ ਪੈਂਦਾ ਜਾਂ ਉਹਨਾਂ ਦੀਆਂ ਸਹੂਲਤਾਂ ਨੂੰ ਘਟਾਉਣਾ ਪੈਂਦਾ। ਪਾਰਲੀਮੈਂਟ ਵਿੱਚ ਉਸ ਪਾਰਟੀ ਦਾ ਬਹੁਮਤ ਹੋਣ ਕਰਕੇ ਉਹਨਾਂ ਨੂੰ ਕੋਈ ਕਾਨੂੰਨ ਪਾਸ ਕਰਾਉਣ ਵਿੱਚ ਸਮੱਸਿਆ ਨਹੀਂ ਸੀ ਆਉਂਦੀ। ਇਹਨਾਂ ਦਿਨਾਂ ਵਿੱਚ ਹੀ ਖਾਣ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਸੀ। ਕੁਝ ਦੇਰ ਪਹਿਲਾਂ ਸਰਕਾਰ ਨੇ ਇੱਕ ਵੱਡੀ ਕੋਇਲਾ ਖਾਣ ਬੰਦ ਕਰ ਦੇਣ ਦਾ ਐਲਾਨ ਕੀਤਾ ਸੀ, ਜਿਸ ਨਾਲ ਬਹੁਤ ਸਾਰੇ ਮਜ਼ਦੂਰਾਂ ਦੀਆਂ ਨੌਕਰੀਆਂ ਖਤਮ ਹੋ ਜਾਣੀਆਂ ਸਨ। ਖਾਣਾਂ ਦੇ ਨੇੜੇ ਦੇ ਪਿੰਡਾਂ ਤਾਂ ਇਹਨਾਂ ਖਾਣਾਂ ਦੀਆਂ ਨੌਕਰੀਆਂ ਤੇ ਨਿਰਭਰ ਕਰਦੇ ਸਨ। ਖਾਣ ਮਜ਼ਦੂਰਾਂ ਨੇ ਹੜਤਾਲ ਕਰਨ ਦੀ ਧਮਕੀ ਦਿੱਤੀ ਤਾਂ ਸਰਕਾਰ ਚੁੱਪ ਕਰ ਗਈ। ਕੋਇਲਾ ਬਿਜਲੀ ਪੈਦਾ ਕਰਨ ਲਈ ਬਹੁਤ ਜ਼ਰੂਰੀ ਸੀ ਤੇ ਸਰਕਾਰ ਨੂੰ ਪਤਾ ਸੀ ਜਾਂ ਤਾਂ ਖਾਣ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂ, ਨਹੀਂ ਤਾਂ ਗੌਰਮੈਂਟ ਟੁੱਟ ਸਕਦੀ ਸੀ। ਆਉਣ ਵਾਲੇ ਸਮੇਂ 'ਚ ਸਰਕਾਰ ਨੇ ਖਾਣ ਮਜ਼ਦੂਰਾਂ ਦੀ ਹੜਤਾਲ ਰੋਕਣ ਲਈ ਕਦਮ ਉਠਾਏ। ਸਭ ਤੋਂ ਪਹਿਲਾਂ ਇੱਕ ਕਾਨੂੰਨ ਬਣਾਇਆ ਕਿ ਮਜ਼ਦੂਰਾਂ ਦੀਆਂ ਵੋਟਾਂ ਕਰਾ ਕੇ ਹੜਤਾਲ ਦੀ ਇਜਾਜ਼ਤ ਲੈਣੀ ਹੋਵੇਗੀ। ਸਿਰਫ ਕਮੇਟੀ ਹੀ ਹੜਤਾਲ ਦਾ ਫੈਸਲਾ ਨਹੀਂ ਕਰ ਸਕੇਗੀ। ਅਜਿਹਾ ਕਰਕੇ ਹੜਤਾਲ ਦੀ ਪ੍ਰਕਿਰਿਆ ਨੂੰ ਲੰਬਾ ਕਰਕੇ ਮਜ਼ਦੂਰਾਂ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਗਿਆ। ਦੂਸਰਾ, ਸਰਕਾਰ ਨੇ ਆਪਣੇ ਆਪ ਨੂੰ ਲੰਬੇ ਸਮੇਂ ਦੀ ਲੜਾਈ ਲਈ ਤਿਆਰ ਕਰ ਲਿਆ। ਲੋੜ ਪੈਣ 'ਤੇ ਕੋਇਲਾ ਪ੍ਰਾਪਤ ਕਰਨ ਲਈ ਦਰਾਮਦ ਦੇ ਸਾਧਨ ਪੈਦਾ ਕਰ ਲਏ। ਫਿਰ ਸਾਲ ਕੁ ਬਾਅਦ ਸਰਕਾਰ ਨੇ ਉਸ ਖਾਣ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਕੁਝ ਖਾਣਾਂ ਵਿੱਚ ਵੋਟਾਂ ਦੀ ਪ੍ਰਕਿਰਿਆ ਵੱਲ ਧਿਆਨ ਨਾ ਦਿੱਤਾ ਗਿਆ। ਸਰਕਾਰ ਨੇ ਅਦਾਲਤ ਵਿੱਚ ਕੇਸ ਕਰ ਦਿੱਤਾ। ਇਸ ਕੇਸ ਸੰਬੰਧੀ ਰਾਜੂ ਆਪਣੇ ਸਾਥੀ ਵਕੀਲਾਂ ਨਾਲ ਮੀਟਿੰਗ ਵਿੱਚ ਰੁੱਝਿਆ ਰਹਿੰਦਾ। ਇੱਕ ਦਿਨ ਉਹ ਘਰ ਨੂੰ ਜਾ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਬੱਸ ਸਟਾਪ 'ਤੇ ਖੜੇ ਮਾਸਟਰ ਜੀ ਵੱਲ ਗਈ। ਉਸਨੇ ਕਾਰ ਰੋਕ ਕੇ ਉਹਨਾਂ ਨੂੰ ਕਾਰ ਵਿੱਚ ਬੈਠਣ ਲਈ ਆਵਾਜ਼ ਮਾਰ ਲਈ। ਉਹ ਕਾਰ ਵਿੱਚ ਆ ਬੈਠੇ। "ਆ ਤਾਂ ਰਾਜੂ ਰੰਗ ਲਾਤੇ ਤੂੰ, ਅੱਜ ਤਾਂ ਬੱਸਾਂ ਹੀ ਭਰੀਆਂ ਆਉਂਦੀਆਂ, ਪਤਾ ਨਹੀਂ ਲੋਕ ਕਿੱਧਰ ਨੂੰ ਚੱਲੇ ਆ, ਪਰ ਤੂੰ ਅੱਜ ਇੱਧਰ ਕਿਵੇਂ?" ਰਾਜੂ ਦਾ ਦਫ਼ਤਰ ਇਸ ਪਾਸੇ ਨਹੀਂ ਸੀ ਪੈਂਦਾ। ਸਾਡੀ ਮੀਟਿੰਗ ਸੀ ਹੈਟਨ ਕਰਾਸ ਖਾਣਾਂ ਦੀ ਹੜਤਾਲ ਬਾਰੇ। ਸਰਕਾਰ ਹੈਗੀ ਸਰਮਾਏਦਾਰੀ ਦੀ, ਲੋਕਾਂ ਬਾਰੇ ਤਾਂ ਸੋਚਦੀ ਨਹੀਂ। ਇੰਨੇ ਮਜ਼ਦੂਰ ਕਿੱਧਰ ਨੂੰ ਜਾਣਗੇ ਭਲਾ? ਮਾਸਟਰ ਦੇ ਬੋਲਾਂ ਵਿੱਚ ਕ੍ਰੋਧ ਦਾ ਅੰਸ਼ ਮੌਜੂਦ ਸੀ। ਜਾਣਾ ਕਿੱਥੇ ਹੈ ਜੀ, ਸੋਸ਼ਲ ਸਿਕਿਉਰਿਟੀ ਤੇ ਬੇਰੁਜ਼ਗਾਰੀ ਭੱਤਾ ਲੈਣਾ ਪਊ। ਰਾਜੂ ਨੇ ਸੁਭਾਵਕ ਹੀ ਕਿਹਾ। ਹਰ ਰੋਜ਼ ਇਹ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡ ਦਿੰਦੇ ਆ। ਪੈਨਸ਼ਨ ਤੇ ਭੱਤਿਆਂ 'ਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਨਹੀਂ ਕਰਦੇ। ਕਈ ਇਕਲਾਪੇ ਬਜ਼ੁਰਗ ਤਾਂ ਪੈਸਿਆਂ ਦੀ ਘਾਟ ਕਰਕੇ ਘਰ ਵੀ ਗਰਮ ਨਹੀਂ ਕਰ ਸਕਦੇ। ਹੁਣ ਆ ਪੱਤਿਆਂ ਤੇ ਆਮਦਨ ਕਰ ਲਾਉਣਾ ਸ਼ੁਰੂ ਕਰਨ ਲੱਗੇ ਆ। ਅਸਲ 'ਚ ਇਹਨਾਂ ਨੂੰ ਸੋਸ਼ਲ ਸਿਕਿਉਰਿਟੀ ਮਜਬੂਰੀ ਵਿੱਚ ਹੀ ਸ਼ੁਰੂ ਕਰਨੀ ਪਈ। ਜਦੋਂ ਇਹਨਾਂ ਨੇ ਦੂਜੀ ਸੰਸਾਰ ਜੰਗ ਬਾਅਦ ਵੇਖਿਆ ਕਿ ਲੋਕ ਸਮਾਜਵਾਦ ਵੱਲ ਝੁਕ ਰਹੇ ਆ, ਇਹਨਾਂ ਨੂੰ ਅੱਕ ਚੱਬਣਾ ਪਿਆ। ਪਰ ਅੰਕਲ ਜੀ, ਸਮਾਜਵਾਦ ਵੱਲ ਲੋਕ ਝੁਕਣ ਕਿਉਂ ਲੱਗੇ? ਯੂਰਪ ਵਿੱਚ ਸੋਵੀਅਤ ਯੂਨੀਅਨ ਇੱਕ ਅਜਿਹਾ ਦੇਸ਼ ਸੀ ਜਿੱਥੇ ਸਿਹਤ ਸੇਵਾਵਾਂ, ਵਿੱਦਿਆ ਵਗੈਰਾ ਮੁਫਤ ਸੀ। ਬੇਰੁਜ਼ਗਾਰੀ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਲੋਕਾਂ ਦਾ ਰਹਿਣ ਸਹਿਣ ਜ਼ਾਰ ਦੇ ਸਮੇਂ ਤੋਂ ਕਿਤੇ ਚੰਗਾ ਹੋ ਗਿਆ ਸੀ। ਹਿਟਲਰ ਨੂੰ ਹਰਾਉਣ ਵਿੱਚ ਸੋਵੀਅਤ ਯੂਨੀਅਨ ਦਾ ਵੱਡਾ ਯੋਗਦਾਨ ਸੀ। ਸੰਸਾਰ ਜੰਗ ਬਾਅਦ ਇਹ ਖਬਰਾਂ ਆਉਣ ਲੱਗੀਆਂ। ਪਹਿਲਾਂ ਤਾਂ ਸੋਵੀਅਤ ਸੰਘ ਨੂੰ ਇਹਨਾਂ ਨੇ ਮਾਨਤਾ ਨਹੀਂ ਦਿੱਤੀ। ਜਦੋਂ ਲੋਕਾਂ ਦਾ ਝੁਕਾਅ ਦੇਖਿਆ ਤਾਂ ਇਹਨਾਂ ਨੇ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਗੱਡੀ ਸ਼ਾਮ ਦੇ ਟ੍ਰੈਫਿਕ 'ਚ ਫਸੀ ਹੋਈ ਸੀ। ਰਾਜੂ ਨੂੰ ਮਾਸਟਰ ਦੇ ਨਾਲ ਹੋਣਾ ਚੰਗਾ ਲੱਗ ਰਿਹਾ ਸੀ। ਇੱਕ ਤਾਂ ਗੱਲਾਂ ਬਾਤਾਂ ਲਈ ਉਹਨੂੰ ਸਾਥ ਮਿਲ ਗਿਆ। ਵੈਸੇ ਵੀ ਮਾਸਟਰ ਸਦਾ ਕੰਮ ਤੇ ਗਿਆਨ ਦੀ ਗੱਲ ਕਰਦਾ। ਫਜ਼ੂਲ ਗੱਲਾਂ ਕਰਨ ਵਾਲਾ ਉਹਦਾ ਸੁਭਾਅ ਨਹੀਂ ਸੀ। ਪਰ ਹੁਣ ਤਾਂ ਇੱਥੋਂ ਦੇ ਕੀ, ਯੂਰਪ ਦੇ ਲੋਕ ਵੀ ਸਮਾਜਵਾਦ ਦੇ ਖਿਲਾਫ ਹੈ। ਰਾਜੂ ਦੁਨੀਆ ਤੇ ਸਦਾ ਸਰਮਾਏਦਾਰੀ ਦਾ ਕੰਟਰੋਲ ਰਿਹਾ। ਸਰਮਾਏਦਾਰੀ ਸਾਧਨ ਸੰਪੰਨ ਹੋਣ ਕਰਕੇ ਸਮਾਜਵਾਦ ਦਾ ਉਲਟ ਪ੍ਰਚਾਰ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ। ਕੁਝ ਸਮਾਜਵਾਦੀ ਦੇਸ਼ਾਂ ਨੇ ਵੀ ਮੌਕੇ ਦਿੱਤੇ, ਡੈਮੋਕ੍ਰੇਸੀ ਦਾ ਦੁਨੀਆ 'ਚ ਬੋਲਬਾਲ ਲਾਏ। ਵੈਸੇ ਇਹ ਸਦਾ ਸਰਮਾਏਦਾਰੀ ਦੇ ਹੱਕ 'ਚ ਭੁਗਤਦੀ ਹੈ। ਕੋਈ ਪਾਰਟੀ ਬਿਨਾਂ ਪੈਸੇ ਚੱਲ ਨਹੀਂ ਸਕਦੀ ਤੇ ਨਾ ਹੀ ਚੋਣਾਂ ਜਿੱਤ ਸਕਦੀ ਹੈ। ਅਖਬਾਰਾਂ, ਟੀਵੀ, ਗੱਲ ਕਰੀਏ ਕੁੱਲ ਮੀਡੀਆ ਤੇ ਸਰਮਾਏਦਾਰੀ ਦਾ ਗਲਬਾ ਏ। ਤੇਰੇ ਮੇਰੇ ਵਰਗਾ ਤਾਂ ਵੀ ਟੀਵੀ ਸਟੇਸ਼ਨ ਚਲਾ ਨਹੀਂ ਸਕਦਾ। ਜਿਸ ਦੇ ਹੱਕ ਵਿੱਚ ਮੀਡੀਆ ਭੁਗਤਾਉਂਦਾ ਹੈ, ਉਹੀ ਪਾਰਟੀ ਚੋਣਾਂ ਜਿੱਤਦੀ ਹੈ। ਹਾਂਜੀ, ਇਹ ਤਾਂ ਠੀਕ ਹੈ, ਪਰ ਸਮਾਜਵਾਦੀ ਦੇਸ਼ਾਂ ਨੇ ਕਿਵੇਂ ਇਹਨਾਂ ਨੂੰ ਮੌਕਾ ਦਿੱਤਾ? ਉਹ ਪਹਿਲਾਂ ਤਾਂ ਦੇਸ਼ 'ਚ ਕੋਈ ਖਬਰ ਨਹੀਂ ਬਾਹਰ ਆਉਣ ਦਿੰਦੇ। ਲੋਕਾਂ ਦੇ ਮੂੰਹ ਤੇ ਜਿੰਦੇ ਲੱਗੇ ਹੋਏ ਆ। ਜਿਹੜਾ ਗੁਪਤਚਰ ਵਿਭਾਗ ਵਿਦੇਸ਼ੀ ਅਤੇ ਦੇਸੀ ਜਸੂਸਾਂ ਅਪਰਾਧੀਆਂ ਨੂੰ ਪਕੜਨ ਵਾਸਤੇ ਸੀਗਾ, ਉਸਨੇ ਆਪਣੇ ਨਾਗਰਿਕਾਂ ਦੀ ਜਸੂਸੀ ਕਰਨੀ ਸ਼ੁਰੂ ਕਰ ਦਿੱਤੀ। ਲੋਕ ਡਰਨ ਲੱਗੇ ਤੇ ਚੁੱਪ ਰਹਿਣ ਲੱਗੇ। ਵੱਡੇ ਅਫਸਰਾਂ 'ਚ ਬਥੇਰੀ ਵੱਡੀ ਖੋਰੀ ਚੱਲਦੀ ਆ। ਵਿਰੋਧੀਆਂ ਨੂੰ ਕਹਿਣ ਦਾ ਮੌਕਾ ਮਿਲ ਗਿਆ ਕਿ ਸਮਾਜਵਾਦੀ ਦੇਸ਼ਾਂ 'ਚ ਕੋਈ ਆਪਣੇ ਵਿਚਾਰ ਖੁੱਲ੍ਹ ਕੇ ਨਸ਼ਰ ਨਹੀਂ ਕਰ ਸਕਦਾ। ਅੰਕਲ ਜੀ, ਇਹ ਗੱਲ ਤਾਂ ਠੀਕ ਹੀ ਲੱਗਦੀ ਹੈ। ਮੈਂ ਤੇਰੇ ਨਾਲ ਸਹਿਮਤ ਹਾਂ। ਉਹਨਾਂ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ ਨਾਅਰਾ ਦਿੱਤਾ। ਤਾਨਾਸ਼ਾਹੀ ਵਿੱਚ ਲੋਕਾਂ ਦੀ ਰਾਏ ਲਈ ਨਹੀਂ ਜਾਂਦੀ। ਇੱਕ ਪਾਰਟੀ ਰਾਜ ਬਾਰੇ ਵੀ ਕੁਝ ਵਿਚਾਰਨਾ ਚਾਹੀਦਾ ਸੀ। ਸਮੇਂ ਨਾਲ ਉਹਨਾਂ ਨੂੰ ਬਦਲਣ ਦੀ ਲੋੜ ਸੀ। ਲੋਕਾਂ ਨੂੰ ਵਿਚਾਰ ਦੇਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਸੀ। ਪਰ ਅੰਕਲ ਜੀ, ਵੱਡੀ ਗੱਲ ਤਾਂ ਕਹਿੰਦੇ ਚੀਨ ਤੇ ਰੂਸ ਵਿੱਚ ਬਹੁਤ ਬੇਗੁਨਾਹ ਬੰਦੇ ਮਾਰੇ ਉਹਨਾਂ ਨੇ। ਰਾਜੂ, ਇਹ ਵੀ ਦੋਸ਼ ਲੱਗਦਾ
ਜਦੋਂ ਇਨਕਲਾਬ ਹੋਇਆ ਤੇ 15-16 ਸਾਲਾਂ ਤੋਂ ਵੱਧ ਉਮਰ ਦੇ ਲੋਕ ਤਾਂ ਖੁਦ ਹੀ ਮਾਲਕੀ ਵਾਲੇ ਸਮਾਜ ਵਿੱਚ ਰਹਿ ਰਹੇ ਸਨ ਤੇ ਮਾਲਕੀ ਉਹਨਾਂ ਲਈ ਮਾਣ ਤੇ ਗਰੂਰ ਦਾ ਸਾਧਨ ਸੀ। ਉਹਨਾਂ ਦੇ ਮਨਾਂ 'ਚੋਂ ਵਿਅਕਤੀਗਤ ਮਾਲਕੀ ਦਾ ਵਿਚਾਰ ਕੱਢਣ ਲਈ ਸੱਭਿਆਚਾਰ ਇਨਕਲਾਬ ਕੀਤਾ, ਪਰ ਉਸ ਦਾ ਅਮਲ ਸਹੀ ਨਹੀਂ ਹੋ ਸਕਿਆ ਤੇ ਲੋਕਾਂ ਤੇ ਕੈਦਾਂ ਦਾ ਸਿਲਸਿਲਾ ਚੱਲਿਆ। ਇਹ ਸਟਾਲਿਨ ਦੇ ਜ਼ਮਾਨੇ ਵਿੱਚ ਵੀ ਵਾਪਰਿਆ ਤੇ ਮਾਓ ਦੇ ਵੀ। ਕਾਰਾਂ ਥੋੜੀਆਂ ਚੱਲਣ ਲੱਗੀਆਂ ਤੇ ਲਾਲ ਬੱਤੀਆਂ ਹੋ ਗਈਆਂ। ਲਾਲ ਬੱਤੀ ਤੇ ਖੜਿਆਂ ਮਾਸਟਰ ਨੇ ਚਾਰੇ ਪਾਸੇ ਵੇਖਿਆ ਜਿਵੇਂ ਹਵਾ 'ਚੋਂ ਆਪਣੀ ਸੋਚ ਦੇ ਹਰਫ ਫੜਨ ਦਾ ਯਤਨ ਕਰ ਰਿਹਾ ਹੋਵੇ। ਬੱਤੀਆਂ ਹਰੀਆਂ ਹੋਈਆਂ ਤੇ ਕਾਰ ਚੱਲ ਪਈ ਤੇ ਲਾਈਟਾਂ ਲੰਘ ਕੇ ਟ੍ਰੈਫਿਕ ਹਲਕਾ ਹੋ ਗਿਆ। ਵੈਸੇ ਤਾਂ ਸਰਮਾਏਦਾਰੀ ਨੇ ਆਪ ਕਿਹੜਾ ਘੱਟ ਗੁਜ਼ਾਰੀ ਹੈ। ਇਸੇ ਸਦੀ ਵਿੱਚ 2 ਸੰਸਾਰ ਜੰਗਾਂ ਸਰਮਾਏਦਾਰੀ ਦੀ ਹੀ ਦੇਣ ਹਨ ਤੇ ਲੱਖਾਂ ਲੋਕਾਂ ਦਾ ਘਾਣ ਹੋਇਆ। ਹੁਣ ਵੀ ਕਿਸੇ ਨਾ ਕਿਸੇ ਖਿੱਤੇ 'ਚ ਇਹ ਸਿੰਗੜੀ ਖੜੀ ਰੱਖਦੇ ਆ। ਭਾਰਤ ਵਰਗੇ ਦੇਸ਼ਾਂ ਨੂੰ ਗੁਲਾਮ ਬਣਾ ਕੇ ਇਹਨਾਂ ਨੇ ਕਿੰਨੇ ਲੋਕਾਂ ਦਾ ਕਤਲ ਤੇ ਜੇਲ੍ਹਾਂ ਵਿੱਚ ਤੁੰਨਿਆ, ਉਹਨਾਂ ਨੂੰ ਸਹੀ ਗਿਣਤੀ ਨਹੀਂ ਮਿਲ ਸਕਦੀ। ਫਾਂਸੀਆਂ ਤੇ ਚੜਾਉਣ ਲਈ ਕਾਲੇ ਕਾਨੂੰਨ ਬਣਾਏ। 47 'ਚ ਭਾਰਤ ਦੀ ਵੰਡ ਸਮੇਂ ਮਿਲੀਅਨ ਤੋਂ ਵੱਧ ਲੋਕ ਮਾਰੇ ਗਏ। ਇਹਨਾਂ ਦੀ ਪੈਸੇ ਲਈ ਹਵਸ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਗਰੀਬੀ ਤੇ ਭੁੱਖਮਰੀ ਦਾ ਸ਼ਿਕਾਰ ਬਣਾਇਆ। ਪਰ ਕੌਣ ਕਹੇ ਰਾਣੀ ਅੱਗਾ ਢੱਗ। ਗੱਲਾਂ ਕਰਦਿਆਂ ਉਹ ਮਾਸਟਰ ਦੇ ਘਰ ਦੇ ਅੱਗੇ ਜਾ ਰੁਕੇ। ਆ ਜਾ, ਚਾਹ ਦਾ ਕੱਪ ਪੀ ਕੇ ਜਾਂਦਾ ਰਹੀ। ਨਹੀਂ ਅੰਕਲ ਜੀ, ਮੈਂ ਪਰਸੋਂ 10 ਕੁ ਦਿਨਾਂ ਲਈ ਇੰਡੀਆ ਜਾਣਾ ਤੇ ਕਾਫੀ ਸਾਰਾ ਕੰਮ ਮੁਕਾਉਣਾ। ਵਾਹ ਬਈ, ਦਿੱਲੀੋਂ ਕੌਣ ਲੈ ਕੇ ਜਾਊ? ਖਿਆਲ ਨਾਲ ਜਾਈ। ਮੈਂ ਪਹਿਲਾਂ ਅਹਿਮਦਾਬਾਦ ਜਾਣਾ, ਮੇਰੇ ਇੱਕ ਦੋਸਤ ਦਾ ਵਿਆਹ ਏ। ਰਾਜੂ ਨੇ ਮਾਸਟਰ ਨਾਲ ਅੱਖਾਂ ਮਿਲਾਉਣ ਬਿਨਾਂ ਹੀ ਕਿਹਾ ਤੇ ਬਾਹਰ ਵੱਲ ਵੇਖਣ ਲੱਗਾ। ਰਾਜੂ ਨਾਲ ਕੰਮ ਕਰਦੀ ਇੱਕ ਗੁਜਰਾਤੀ ਕੁੜੀ ਸ਼ੋਭਾ ਪਟੇਲ ਨਾਲ ਉਸ ਦੀ ਬਹੁਤ ਨੇੜਤਾ ਬਣ ਗਈ ਸੀ। ਉਸ ਕੁੜੀ ਨੇ ਫਰਮ ਬਦਲ ਲਈ ਤੇ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਨ ਲੱਗੀ। ਰਾਜੂ ਉਸ ਨੂੰ 2-3 ਵਾਰ ਦਿਨ ਵਿੱਚ ਫੋਨ ਕਰਦਾ ਤੇ ਹਫ਼ਤੇ ਵਿੱਚ 2-4 ਵਾਰ ਉਹ ਮਿਲਦੇ ਵੀ ਜ਼ਰੂਰ। ਪਰ ਸ਼ੋਭਾ ਜਦ ਉਸ ਨਾਲ ਭਵਿੱਖ ਬਾਰੇ ਗੱਲ ਚਲਾਉਂਦੀ ਤੇ ਰਾਜੂ ਜਿਵੇਂ ਸੁੰਨ ਹੋ ਜਾਂਦਾ। ਸ਼ੋਭਾ ਨੂੰ ਸ਼ੱਕ ਹੁੰਦੀ ਕਿ ਸ਼ਾਇਦ ਰਾਜੂ ਉਸ ਪ੍ਰਤੀ ਗੰਭੀਰ ਨਹੀਂ ਸੀ ਤੇ ਉਸ ਨਾਲ ਘਰ ਵਸਾਉਣ ਵਾਸਤੇ ਤਿਆਰ ਨਹੀਂ ਸੀ। ਜਦ ਸ਼ੋਭਾ ਉਸਦੇ ਫੋਨ ਦਾ ਜਵਾਬ ਨਾ ਦਿੰਦੀ ਤਾਂ ਉਸਦੇ ਦਫ਼ਤਰ ਅੱਗੇ ਪਹੁੰਚ ਜਾਂਦਾ ਤੇ ਸ਼ੋਭਾ ਨੂੰ ਨਾਲ ਲੈ ਕੇ ਉੱਥੋਂ ਤੁਰਦਾ। ਸ਼ੋਭਾ ਦੇ ਸਾਰੇ ਹੱਕ ਹਵਾ ਹੋ ਜਾਂਦੇ। ਉਹ ਉਦੋਂ ਤੱਕ ਆਪਣੇ ਮਾਪਿਓ ਨਾਲ ਗੱਲ ਨਹੀਂ ਸੀ ਕਰ ਸਕਦੀ ਜਦੋਂ ਤੱਕ ਰਾਜੂ ਹਾਮੀ ਨਾ ਭਰਦਾ। ਵੈਸੇ ਉਸ ਦਾ ਪਰਿਵਾਰ ਪੜ੍ਹਿਆ ਲਿਖਿਆ ਤੇ ਖੁੱਲ੍ਹਦਿਲਾ ਸੀ। ਉਹਨਾਂ ਨੂੰ ਮਨਾਉਣ ਲਈ ਸ਼ੋਭਾ ਨੂੰ ਕੋਈ ਸਮੱਸਿਆ ਨਹੀਂ ਸੀ ਆਉਣੀ। ਇੰਨੀ ਦਿਨੀ ਸ਼ੋਭਾ ਆਪਣੇ ਪਰਿਵਾਰ ਸਮੇਤ ਅਹਿਮਦਾਬਾਦ ਪਹੁੰਚੀ ਹੋਈ ਸੀ। ਉਹ ਉਸਦੇ ਚਾਚੇ ਦੇ ਮੁੰਡੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਏ ਸਨ। ਰਾਜੂ ਨੇ ਉਸ ਤੋਂ ਅਹਿਮਦਾਬਾਦ ਦਾ ਫੋਨ ਨੰਬਰ ਲਿਆ। 1-2 ਵਾਰ ਉਸ ਨੂੰ ਫੋਨ ਵੀ ਕੀਤਾ ਸੀ। ਉਸ ਤੋਂ ਬਿਨਾਂ ਦੱਸੇ ਉਸਨੇ ਅਹਿਮਦਾਬਾਦ ਦੀ ਸੀਟ ਬੁੱਕ ਕਰਵਾ ਦਿੱਤੀ ਤੇ ਗ੍ਰੈਂਡ ਹੋਟਲ 'ਚ ਕਮਰਾ ਰਿਜ਼ਰਵ ਕਰਾ ਲਿਆ ਸੀ। ਘਰ ਵੀ ਉਸਨੇ ਆਪਣੇ ਦੋਸਤ ਦੇ ਵਿਆਹ ਦਾ ਹੀ ਬਹਾਨਾ ਲਾਇਆ। ਅੱਧੀ ਰਾਤ ਬੀਤ ਚੁੱਕੀ ਸੀ ਜਦੋਂ ਰਾਜੂ ਟੈਕਸੀ ਰਾਹੀਂ ਗ੍ਰੈਂਡ ਹੋਟਲ ਪਹੁੰਚਿਆ। ਉਸਦਾ ਕਮਰਾ ਤਿਆਰ ਸੀ ਤੇ ਖਾਣ ਪੀਣ ਦਾ ਉਸਦਾ ਕੋਈ ਇਰਾਦਾ ਨਹੀਂ ਸੀ। ਉਹ ਇਸ਼ਨਾਨ ਕਰਕੇ ਸੌਂ ਗਿਆ ਤੇ ਸਵੇਰੇ ਜਾਗ ਆਈ ਤਾਂ 9 ਵੱਜ ਚੁੱਕੇ ਸਨ। ਉਹ ਰਿਸੈਪਸ਼ਨ ਤੇ ਗਿਆ ਤੇ ਟੈਲੀਫੋਨ ਕਰਨ ਦੀ ਬੇਨਤੀ ਕੀਤੀ। ਹੈਲੋ, ਇੱਕ ਗੁਜਰਾਤੀ ਲਹਿਜੇ ਵਿੱਚ ਆਵਾਜ਼ ਸੁਣੀ ਦੇਤੀ। ਸ਼ੋਭਾ ਨਾਲ ਗੱਲ ਕਰਨੀ ਸੀ। ਆਪ ਕੌਣ? ਉਸਦੀ ਪੰਜਾਬੀ ਸੁਣ ਕੇ ਸ਼ਾਇਦ ਅਗਲਾ ਜ਼ਰੂਰ ਹੈਰਾਨ ਹੋਇਆ ਹੋਵੇਗਾ। ਮੈਂ ਉਸ ਨਾਲ ਕੰਮ ਕਰਦਾ, ਮੇਰਾ ਨਾਮ ਰਾਜ ਹੈ। 1 ਮਿੰਟ ਕਹਿ ਕੇ ਫੋਨ ਦੇ ਰਿਸੀਵਰ ਨੂੰ ਮੇਜ਼ ਤੇ ਰੱਖਣ ਦੀ ਆਵਾਜ਼ ਦਿੱਤੀ। ਕੁਝ ਮਿੰਟਾਂ ਬਾਅਦ ਸ਼ੋਭਾ ਦੀ ਨੀਂਦਰੀ ਆਵਾਜ਼ ਸੁਣਾਈ ਦਿੱਤੀ। हेलो राज, सब ठीक तो है ना? अरे अहमदाबाद का इतना सुंदर मौसम, ठीक तो है ही। ਰਾਜੂ ਨੇ ਸਦਾ ਵਾਂਗ ਆਪਣੀ ਹਿੰਦੀ ਪੰਜਾਬੀ ਵਿੱਚ ਜਵਾਬ ਦਿੱਤਾ। ਉਹ ਆਮ ਤਾਂ ਅੰਗਰੇਜ਼ੀ ਵਿੱਚ ਗੱਲ ਕਰਦੇ, ਪਰ ਕਦੇ ਸ਼ੋਭਾ ਹਿੰਦੀ ਬੋਲਦੀ ਤਾਂ ਰਾਜੂ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦਾ। क्या बोल रहा है? तुम्हें अहमदाबाद के मौसम का कैसे पता? शोभा हैरान सी। अरे मैं गांधी पैलेस में ग्रैंड होटल के 61 नंबर कमरे ਵਿੱਚ ਹਾਂ ਤੇ ਰਾਤ ਆਇਆ। ਤੂੰ ਦੱਸ ਕਦੋਂ ਮਿਲ ਸਕਦੀ ਹੈ? ਹਾਫ ਐਨ ਆਵਰ ਐਂਡ ਇਫ ਯੂ ਆਰ ਨਾਟ ਦੇਅਰ ਆਈ ਵਿਲ ਕਿਲ ਯੂ। ਕਹਿ ਕੇ ਸ਼ੋਭਾ ਨੇ ਫੋਨ ਕੱਟ ਦਿੱਤਾ ਤੇ ਕੱਪੜੇ ਬਦਲ ਕੇ ਡਰਾਈਵਰ ਨੂੰ ਗ੍ਰੈਂਡ ਹੋਟਲ ਚੱਲਣ ਲਈ ਕਿਹਾ। ਉਹ ਦਿਲੋਂ ਖੁਸ਼ ਸੀ ਤੇ ਹੈਰਾਨ ਵੀ। ਉਸਦਾ ਦਿਲ ਕਾਲਾ ਪਿਆ ਹੋਇਆ ਸੀ। ਰਾਜੂ ਆਪਣੇ ਆਪ ਵਿੱਚ ਖੁਸ਼ ਸੀ। ਉਹ ਸੋਚਦਿਆਂ ਹੱਸਣ ਲੱਗਿਆ, ਜੇ ਮੈਂ ਇੱਥੇ ਨਾ ਹੁੰਦਾ ਤੇ ਭਲਾ ਮੈਨੂੰ ਕਿਲ ਕਿਵੇਂ ਕਰਦੀ। ਅੱਧੇ ਘੰਟੇ ਤੋਂ 5 ਮਿੰਟ ਬਾਅਦ ਉਹ ਕਮਰੇ ਦਾ ਦਰਵਾਜ਼ਾ ਖੜਕਿਆ। ਰਾਜੂ ਨੇ ਦਰਵਾਜ਼ਾ ਖੋਲ੍ਹਿਆ ਤੇ ਸ਼ੋਭਾ ਉਸਦੇ ਗਲੇ ਨੂੰ ਚਿੰਬੜ ਗਈ। ਉਹ ਜਿਵੇਂ ਉਸਦੇ ਗਲੇ ਨਾਲ ਝੂਟ ਰਹੀ ਹੋਵੇ। ਉਹ ਉਵੇਂ ਹੀ ਜੱਫੀ ਵਿੱਚ ਕਸੇ ਬੈੱਡ ਤੇ ਢਹਿ ਪਏ। ਆਈ ਵਾਜ਼ ਨਾਟ ਐਕਸਪੈਕਟਿੰਗ ਯੂ ਐਟ ਆਲ, ਉਸਨੇ ਭਰਵਾਂ ਚੁੰਮਣ ਦਿੰਦਿਆਂ ਕਿਹਾ। ਤੇਰੇ ਬਿਨਾਂ ਮੇਰਾ ਦਿਲ ਨਹੀਂ ਸੀ ਲੱਗਦਾ ਤੇ ਮੈਂ ਆ ਗਿਆ। ਉਹਨਾਂ ਦੀ ਗਲਵੱਕੜੀ ਹੋਰ ਪੀਡੀ ਹੋ ਗਈ। ਕਾਫੀ ਦੇਰ ਬਾਅਦ ਉਹ ਉੱਠੇ ਤੇ ਰਾਜੂ ਨੇ ਸ਼ੋਭਾ ਨੂੰ ਨਾਸ਼ਤਾ ਕਰਨ ਲਈ ਹੇਠਾਂ ਰੈਸਟੋਰੈਂਟ ਵਿੱਚ ਚੱਲਣ ਲਈ ਕਿਹਾ। ਨਹੀਂ, गाड़ी बाहर हमारी वेट कर रही है और हम घर चलेंगे अभी। पर मेरे बारे की कहेंगी? राजू थोड़ा फिक्रमंद सी। आई हैव टोल्ड एवरीथिंग अबाउट अस टू माई मॉम एंड डैड and listen, it's my life and I will make my decision, you don't worry।
ਕਮੌਨ। ਉਹ ਸ਼ੋਭਾ ਦੇ ਘਰ ਪਹੁੰਚੇ ਤੇ ਉਸਦੇ ਮਾਂ-ਬਾਪ ਨੇ ਉਸਦੀ ਆਓ ਭਗਤ ਕੀਤੀ। ਉਸਦੇ ਬਾਕੀ ਰਿਸ਼ਤੇਦਾਰ ਖੁਸ਼ ਸਨ। ਰਾਜੂ ਕੁਝ ਦੇਰ ਵਿੱਚ ਉਹਨਾਂ ਨਾਲ ਘੁਲ ਮਿਲ ਗਿਆ। ਸ਼ੋਭਾ ਦਾ ਇੱਕ ਕਜ਼ਨ ਡਾਕਟਰ ਨਰੇਨ ਬਰਮਿੰਘਮ ਤੋਂ ਆਇਆ ਸੀ। ਉਸ ਨਾਲ ਰਾਜੂ ਦੀ ਕੁਝ ਜ਼ਿਆਦਾ ਹੀ ਮਿੱਤਰਤਾ ਹੋ ਗਈ। ਸ਼ੋਭਾ ਵੀ ਉਹਨਾਂ ਕੋਲ ਆ ਬੈਠਦੀ ਤੇ ਕਦੇ ਔਰਤਾਂ ਵਿੱਚ ਚਲੀ ਜਾਂਦੀ। ਸ਼ਾਮ ਨੂੰ ਨਾਚ ਗਾਣਾ ਸ਼ੁਰੂ ਹੋਇਆ। ਉਹ ਖੂਬ ਨੱਚੇ ਟੱਪੇ। ਗੁਜਰਾਤੀ ਭੋਜਨ ਦਾ ਉਸਨੇ 2-3 ਵਾਰੀ ਲੰਡਨ ਵੀ ਸ਼ੋਭਾ ਨਾਲ ਸੇਵਨ ਕੀਤਾ ਸੀ, ਪਰ ਅਹਿਮਦਾਬਾਦ ਦੇ ਭੋਜਨ ਦੇ ਸਵਾਦ ਦਾ ਅੰਤਰ ਸੀ। ਵਿਆਹ ਵਿੱਚ ਵੀ ਰਾਜੂ ਨੇ ਪੂਰੀ ਹਾਜ਼ਰੀ ਲਵਾਈ। ਗੁਜਰਾਤੀ ਵਿਆਹ ਵਿੱਚ ਪੰਜਾਬੀ ਵਿਆਹ ਵਰਗੀ ਰੌਣਕ ਨਹੀਂ ਸੀ। ਸ਼ਰਾਬ ਬੰਦੀ ਹੋਣ ਕਰਕੇ ਕੋਕ ਪੀ ਕੇ ਗੁਜ਼ਾਰਾ ਕਰ ਰਹੇ ਸਨ। ਵੈਸੇ ਵੀ ਰਾਜੂ ਸ਼ਰਾਬ ਦਾ ਸ਼ੌਕੀਨ ਨਹੀਂ ਸੀ, ਬੀਅਰ ਹੀ ਉਸਦੇ ਮਨਭਾਉਂਦੀ ਡਰਿੰਕ ਸੀ, ਪਰ ਸ਼ੋਭਾ ਦੇ ਸਾਥ ਵਿੱਚ ਸ਼ਰਾਬ ਦੀ ਉਸਨੂੰ ਲੋੜ ਨਹੀਂ ਸੀ। ਸ਼ੋਭਾ ਦੀ ਮੁਸਕਰਾਹਟ ਹੀ ਉਸਨੂੰ ਸਰੂਰ ਦੇ ਜਾਂਦੀ। ਉਸਦੇ ਮਾਂ-ਬਾਪ ਤੇ ਭਰਾ ਵੀ ਉਸ ਨਾਲ ਬਹੁਤ ਸਤਿਕਾਰ ਭਰਿਆ ਵਰਤਾਅ ਕਰ ਰਹੇ ਸਨ। ਸ਼ੋਭਾ ਨੂੰ ਸਮਾਂ ਮਿਲਦਾ ਤੇ ਅਹਿਮਦਾਬਾਦ ਦੀ ਸੈਰ ਕਰਾ ਦਿੰਦੀ। ਉਹ ਅਕਲ ਵਿੱਚ ਆਪਣਾ ਸਮਾਂ ਵੀ ਗੁਜ਼ਾਰ ਲੈਂਦੇ। ਸ਼ੋਭਾ ਨੂੰ ਕਹਿ ਕੇ ਉਸਨੇ ਚੰਡੀਗੜ੍ਹ ਦੀ ਸੀਟ ਬੁੱਕ ਕਰਵਾ ਦਿੱਤੀ ਤੇ ਫਲਾਈਟ ਦਿੱਲੀ ਤੋਂ ਬਦਲਣੀ ਪੈਣੀ ਸੀ। ਦਿੱਲੀ ਤੋਂ ਪੰਜਾਬ ਜਾਣ ਨਾਲੋਂ ਚੰਡੀਗੜ੍ਹ ਤੋਂ ਪਿੰਡ ਜਾਣਾ ਉਸਨੂੰ ਸੌਖਾ ਲੱਗਦਾ ਸੀ। ਆਪਣੇ ਚਾਚੇ ਨੂੰ ਉਸਨੇ ਚੰਡੀਗੜ੍ਹ ਪਹੁੰਚਣ ਲਈ ਕਹਿ ਦਿੱਤਾ। ਵਿਆਹ ਤੋਂ ਚੌਥੇ ਦਿਨ ਰਾਜੂ ਦੀ ਫਲਾਈਟ ਸੀ। ਇੱਕ ਦਿਨ ਉਸਨੇ ਸ਼ੋਭਾ ਨਾਲ ਸੈਰ ਸਪਾਟਾ ਕਰਦਿਆਂ ਬਿਤਾਉਣਾ ਸੀ। ਉਸ ਨਾਲ ਸਮਾਂ ਗੁਜ਼ਾਰਨ ਦਾ ਨਸ਼ਾ ਜਿਹਾ ਉਸਨੂੰ ਪਹਿਲਾਂ ਮਹਿਸੂਸ ਹੋਣ ਲੱਗਾ। ਸ਼ੋਭਾ ਅਗਲੇ ਦਿਨ 10 ਵਜੇ ਨੂੰ ਪਹੁੰਚ ਗਈ। ਉਹ ਬਹੁਤ ਦੇਰ ਤੱਕ ਕਮਰੇ ਵਿੱਚ ਬੈਠੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਰਹੇ। ਲੰਚ ਦਾ ਸਮਾਂ ਹੋ ਗਿਆ ਸੀ ਤੇ ਸ਼ੋਭਾ ਨੇ ਘੜੀ ਦੇਖੀ। ਉੱਠਣ ਤੋਂ ਪਹਿਲਾਂ ਉਸਨੇ ਰਾਜੂ ਨਾਲ ਆਪਣੇ ਭਵਿੱਖ ਦੀ ਗੱਲ ਛੇੜ ਲਈ। ਹਮੇं भी अभी शादी के बारे में डिसाइड कर लेना चाहिए। ਉਸਨੇ ਰਾਜੂ ਦਾ ਹੱਥ ਸਹਿਲਾਉਂਦਿਆਂ ਤੇ ਅੱਖਾਂ ਵਿੱਚ ਪਿਆਰ ਦੀ ਖੁਮਾਰੀ ਨਾਲ ਸਵਾਲ ਕੀਤਾ। ਰਾਜੂ ਦੀਆਂ ਬਾਹਾਂ ਢਿੱਲੀਆਂ ਹੋ ਗਈਆਂ, ਜਿਵੇਂ ਉਹਨਾਂ 'ਚ ਜਿੰਦ ਜਾਨ ਨਾ ਹੋਵੇ। ਉਸਦੇ ਬੁੱਲ ਘੁੱਟੇ ਗਏ, ਚਿਹਰਾ ਕਸਿਆ ਗਿਆ ਤੇ ਉਹ ਬੈੱਡ ਤੋਂ ਉੱਠ ਕੇ ਖਿੜਕੀ ਕੋਲ ਚਲਿਆ ਗਿਆ, ਜਿਵੇਂ ਸ਼ੋਭਾ ਤੋਂ ਅੱਖ ਚੁਰਾ ਰਿਹਾ ਹੋਵੇ। ਸ਼ੋਭਾ ਹੈਰਾਨ ਪਰੇਸ਼ਾਨ ਜਿਹੀ उसकी पिठ वेखती रही, फिर उठ के उसके कोल चली गई। राज, क्या बात है? जब भी हमारे फ्यूचर की बात करती हूँ तो तुम गुमसुम जे हो जाते हो। मुझे क्लियर आंसर चाहिए। शोभा जिवें मिथ के आई होवे। राजू चुप गड़ुप खड़ा बाहर नूं वेख रहा सी। ਸ਼ੋਭਾ ਨੇ ਉਸਦਾ ਹੱਥ ਫੜ ਲਿਆ ਤੇ ਉਸਦੇ ਮੂੰਹ ਵੱਲ ਵੇਖਣ ਲੱਗੀ। ਉਹ ਅਜੇ ਵੀ ਬਾਹਰ ਨੂੰ ਵੇਖ ਰਿਹਾ ਸੀ। ਤੁਮ ਮੁਝਸੇ ਸ਼ਾਦੀ ਨਹੀਂ ਕਰਨੀ ਚਾਹਤੇ ਤਾਂ ਸਾਫ਼ ਕਹੋ। ਰਾਜੂ ਨੇ ਉਸਦਾ ਹੱਥ ਘੁੱਟਿਆ ਤੇ ਉਸਦੇ ਸਿਰ ਨੂੰ ਚੁੰਮਿਆ। ਉਸਦੇ ਵਾਲਾਂ ਦੀ ਖੁਸ਼ਬੂ ਨੇ ਉਸਨੂੰ ਨੱਕ ਨੂੰ ਹੀ ਨਹੀਂ ਸਗੋਂ ਸਾਰੇ ਜਿਸਮ ਨੂੰ ਖੁਸ਼ਬੂ ਨਾਲ ਭਰ ਦਿੱਤਾ ਸੀ। ਪਰ ਉਸਦਾ ਮੂਡ ਬਹੁਤਾ ਨਾ ਬਦਲਿਆ। ਮੈਨੇ ਤੁਮਸੇ ਕੁਝ ਪੁੱਛਾ ਹੈ। ਉਸਨੇ ਉਸਨੂੰ ਮੋਢਿਆਂ ਤੋਂ ਫੜ ਕੇ ਆਪਣੇ ਵੱਲ ਨੂੰ ਘੁਮਾਇਆ, ਪਰ ਰਾਜੂ ਬੇਜਾਨ ਜਿਹਾ ਖੜਾ ਸਾਹਮਣੀ ਕੰਧ ਵੱਲ ਵੇਖਣ ਲੱਗਾ। ਸ਼ੋਭਾ ਉਸ ਵੱਲ ਵੇਖਦੀ ਰਹੀ। ਉਸਦੇ ਮਨ ਵਿੱਚ ਖਿਝ ਵੀ ਪੈਦਾ ਹੋ ਰਹੀ ਸੀ ਤੇ ਪਰੇਸ਼ਾਨੀ ਵੀ। ਉਸਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ, ਨਾ ਹੀ ਉਸਨੂੰ ਸਮਝ ਆ ਰਹੀ ਸੀ ਕਿ ਉਹ ਲੰਡਨ ਤੋਂ ਗੁਜਰਾਤ ਆ ਗਿਆ ਤੇ ਕਾਹਦੇ ਲਈ ਆਇਆ। ਸ਼ਾਇਦ ਪੰਜਾਬ ਜਾਣਾ ਹੋਵੇ ਤਾਂ ਮੇਰੇ ਕੋਲ ਮਿਲਣ ਲਈ ਵੀ ਆ ਹੋ ਗਿਆ। ਉਸਦੇ ਮਨ ਵਿੱਚ ਉਲਝਣ ਜਿਹੀ ਸੀ। ਨਾ ਤਾਂ ਰਾਜੂ ਉਸਨੂੰ ਪਿਆਰ ਬੇਯਕੀਨੀ ਸੀ ਤੇ ਨਾ ਹੀ ਉਸਨੂੰ ਵਿਸ਼ਵਾਸ ਸੀ ਕਿ ਉਸਦਾ ਕਿੱਸਾ ਕਿਸੇ ਸਿਰੇ ਲੱਗੇਗਾ। ਕੁਝ ਮਿੰਟਾਂ ਬਾਅਦ ਜਦੋਂ ਰਾਜੂ ਟਸ ਤੋਂ ਮਸ ਨਾ ਹੋਇਆ, ਗੁੱਸੇ ਵਿੱਚ ਕਮਰੇ ਤੋਂ ਬਾਹਰ ਨਿਕਲ ਗਈ ਤੇ ਘਰ ਨੂੰ ਚਲੀ ਗਈ। ਸ਼ੋਭਾ ਘਰ ਪਹੁੰਚੀ ਤਾਂ ਖਿਜੀ ਹੋਈ ਉਸਦਾ ਮੂਡ ਸਭ ਨੇ ਵੇਖ ਲਿਆ। ਇਹ ਸਮਝਣਾ ਵੀ ਔਖਾ ਨਹੀਂ ਸੀ ਕਿ ਉਸਦੀ ਰਾਜੂ ਨਾਲ ਕੋਈ ਤੂੰ ਮੈਂ ਹੋਈ ਹੋਵੇਗੀ। ਉਹ ਆਪਣੇ ਕਮਰੇ ਵਿੱਚ ਗਈ। ਨਰੇਨ ਨੇ ਉਸਨੂੰ ਧਿਆਨ ਨਾਲ ਵੇਖਿਆ ਪਰ ਕੁਝ ਨਾ ਕਿਹਾ। ਉਹ ਆਪ ਮਨੋਵਿਗਿਆਨੀ ਸੀ। ਅਜਿਹੀਆਂ ਸਮੱਸਿਆਵਾਂ ਨਾਲ ਉਸਦਾ ਵਾਹ ਪੈਂਦਾ ਰਹਿੰਦਾ ਸੀ। ਬਾਕੀ ਪਰਿਵਾਰ ਵੀ ਚੁੱਪ ਰਿਹਾ। 4 ਵਜੇ ਚਾਹ ਪੀਣ ਲੱਗੇ ਤੇ ਨਰੇਨ ਨੇ ਸ਼ੋਭਾ ਨੂੰ ਬੁਲਾ ਲਿਆ। ਚਾਹ ਪੀਂਦਿਆਂ ਨਰੇਨ ਨੇ ਸ਼ੋਭਾ ਨੂੰ ਪੁੱਛਿਆ, ਵੇਅਰ ਇਜ਼ ਰਾਜ ਬਾਈ ਦਾ ਵੇ? ਪ੍ਰੋਬੇਬਲੀ ਇਨ ਹਿਜ਼ ਰੂਮ। ਸ਼ੋਭਾ ਨੇ ਰੁੱਖਾ ਜਿਹਾ ਸੰਖੇਪ ਜਵਾਬ ਦਿੱਤਾ। ਚਾਹ ਬਾਅਦ ਸਭ ਨੇ ਆਪਣੇ ਕੰਮ ਲੱਗ ਗਏ ਤੇ ਨਰੇਨ ਨੇ ਸ਼ੋਭਾ ਤੋਂ ਕਾਰਨ ਪੁੱਛਿਆ ਤਾਂ ਉਸਨੇ ਸਭ ਸਾਫ਼ ਦੱਸ ਦਿੱਤਾ। ਨਰੇਨ ਉਸਨੂੰ ਮਿਲਣ ਲਈ ਹੋਟਲ ਚਲਾ ਗਿਆ। ਰਾਜੂ ਨੇ ਦਰਵਾਜ਼ਾ ਖੋਲ੍ਹਿਆ ਤੇ ਨਰੇਨ ਨੂੰ ਵੇਖ ਕੇ ਹੈਰਾਨ ਹੋ ਗਿਆ। ਰਾਜੂ ਨੇ ਚਾਹ ਕਮਰੇ 'ਚ ਮੰਗਵਾ ਲਈ ਤੇ ਨਰੇਨ ਉਸ ਨਾਲ ਗੱਲਾਂ ਬਾਤਾਂ ਕਰਨ ਲੱਗਿਆ। ਹੌਲੀ ਹੌਲੀ ਉਸਨੇ ਸ਼ੋਭਾ ਸੰਬੰਧੀ ਗੱਲਾਂ ਕੀਤੀਆਂ। ਰਾਜੂ ਚੁੱਪ ਹੋ ਗਿਆ। ਨਰੇਨ ਸਮਝ ਗਿਆ ਕਿ ਉਸਦੇ ਮਨ ਵਿੱਚ ਕੋਈ ਗੰਢ ਹੈ ਜਿਸ ਨੂੰ ਖੋਲ੍ਹਣਾ ਜ਼ਰੂਰੀ ਸੀ। ਨਰੇਨ ਇੱਕ ਤਜਰਬੇਕਾਰ ਮਨੋਵਿਗਿਆਨੀ ਸੀ। ਉਸਨੇ ਹੌਲੀ ਹੌਲੀ ਉਸਦੇ ਮਨ ਦੇ ਉਸ ਕੋਨੇ ਨੂੰ ਦਸਤਕ ਦਿੱਤੀ ਜਿਹੜਾ ਸਾਲਾਂ ਤੋਂ ਬੰਦ ਪਿਆ ਸੀ। ਹੁਣ ਉਸਨੂੰ ਖੋਲ੍ਹਣ ਦੀ ਜ਼ਰੂਰਤ ਸੀ। ਆਖਰ ਉਸਨੇ ਤਾਲੇ ਦੀ ਕੁੰਜੀ ਘੁਮਾ ਦਿੱਤੀ ਤੇ ਰਾਜੂ ਸਿਸਕਣ ਲੱਗਾ। ਉਸਨੇ ਆਪਣੀ ਮਾਸੀ ਮਾਂ ਦੇ ਕਤਲ ਦਾ ਕਿੱਸਾ ਉਸਨੂੰ ਹੂਬਹੂ ਸੁਣਾ ਦਿੱਤਾ। ਨਰੇਨ ਨੇ ਉਸਨੂੰ ਦੱਸਿਆ ਕਿ ਉਹ ਸਮੂਹਿਕ ਨੀਂਦ ਵਿੱਚ ਲੋੜੀਂਦੇ ਸੁਝਾਅ ਦੇਵੇਗਾ ਜਿਸ ਨਾਲ ਉਸਦੇ ਅੰਤਰਮਨ ਤੇ ਉਸਾਰੂ ਪ੍ਰਭਾਵ ਪਵੇਗਾ। ਬਹੁਤ ਕਿਸਮ ਦੇ ਡਰ ਤੇ ਵਹਿਮ ਆਦਿ ਨੂੰ ਇਸ ਤਕਨੀਕ ਨਾਲ ਬਹੁਤ ਛੇਤੀ ਠੀਕ ਕੀਤਾ ਜਾ ਸਕਦਾ ਹੈ। ਜੇ ਰਾਜੂ ਚਾਹੇ ਤਾਂ ਉਸਨੂੰ ਪਹਿਲਾ ਸੈਸ਼ਨ ਉਸੇ ਵਕਤ ਹੀ ਦੇਵੇਗਾ, ਫਿਰ ਉਸਨੂੰ 2-3 ਵਾਰੀ ਸ਼ਾਇਦ ਬਰਮਿੰਘਮ ਆਉਣਾ ਪਵੇਗਾ ਤੇ ਯਕੀਨਨ ਉਸਦੇ ਮਨ ਵਿੱਚ ਬਣੀ ਦੁਬਿਧਾ ਤੋਂ ਛੁਟਕਾਰਾ ਮਿਲੇਗਾ। ਉਸਨੂੰ ਉਸਦੇ ਸਮੂਹਿਕ ਨੀਂਦ ਦੀ ਹਾਲਤ ਵਿੱਚ ਲਿਆਂਦਾ ਤੇ ਆਪਣੀ ਮਾਸੀ ਦੇ ਕਤਲ ਦਾ ਬਿੰਬ ਆਪਣੇ ਮਨ ਵਿੱਚ ਲਿਆਉਣ ਲਈ ਕਿਹਾ। ਫਿਰ ਉਸ ਬਿੰਬ ਵਿੱਚੋਂ ਸਾਰੇ ਰੰਗ ਮਨਫੀ ਕਰਕੇ ਉਸਨੂੰ ਕਾਲਾ ਚਿੱਟਾ ਕਰਨ ਲਈ ਕਿਹਾ ਤੇ ਧੁੰਦਲਾ ਕਰਨ ਦਾ ਹੁਕਮ ਦਿੱਤਾ। ਫਿਰ ਇਸਨੂੰ ਹੋਰ ਦੂਰ ਉੱਥੇ ਜਾਣ ਲਈ ਕਿਹਾ ਜਿੱਥੇ ਉਹ ਇੱਕ ਬਿੰਦੂ ਬਣ ਜਾਵੇ ਤੇ ਲਿਜਾਣ ਨੂੰ ਕਿਹਾ।
ਬਿੰਦੂ ਨੂੰ ਉੱਥੇ ਖਤਮ ਕਰਕੇ ਆਪਣੇ ਮਨ ਵਿੱਚ ਆਪਣੇ ਨਾਲ ਸ਼ੋਭਾ ਦੇ ਮੁਸਕਰਾਹਟ ਦਾ ਬਿੰਬ ਬਣਾਉਣ ਨੂੰ ਕਿਹਾ। ਬਿੰਬ ਵਿੱਚ ਰੰਗ ਭਰਨ ਨੂੰ, ਰੰਗਾਂ ਨੂੰ ਗੂੜਾ ਕਰਨ ਤੇ ਹੋਰ ਚਮਕਦਾਰ ਕਰਨ, ਆਪਣੇ ਐਨ ਸਾਹਮਣੇ ਨੇੜੇ ਲਿਆਉਣ ਲਈ ਕਿਹਾ। ਅਜਿਹਾ ਕਰਕੇ ਉਹ ਉਸਦੇ ਮਨ ਵਿੱਚੋਂ ਮਾਂ ਮਾਸੀ ਬਾਰੇ ਬਣੀ ਗੰਢ ਨੂੰ ਢਿੱਲਾ ਕਰਨ 'ਚ ਕਾਮਯਾਬ ਹੋ ਗਿਆ। ਜਦੋਂ ਉਸਨੂੰ ਸਮੋਹਕ ਨੀਂਦ ਵਿੱਚੋਂ ਜਗਾਇਆ ਤੇ ਰਾਜੂ ਬਹੁਤ ਤਾਜ਼ਾ ਤੇ ਖੁਸ਼ ਸੀ। ਉਸਦੇ ਚਿਹਰੇ ਤੇ ਕੋਈ ਉਲਝਣ ਜਾਂ ਤਣਾਅ ਨਹੀਂ ਸੀ। ਉਸਨੇ ਨਰੇਨ ਦਾ ਧੰਨਵਾਦ ਕੀਤਾ ਤੇ ਉਸਦੇ ਕਹਿਣ ਤੇ ਉਸ ਨਾਲ ਹੀ ਸ਼ੋਭਾ ਦੇ ਘਰ ਆ ਗਿਆ। ਸ਼ੋਭਾ ਨੂੰ ਉਹ ਇੰਜ ਮਿਲਿਆ ਜਿਵੇਂ ਉਹਨਾਂ 'ਚ ਕੁਝ ਵਾਪਰਿਆ ਨਾ ਹੋਵੇ। ਆਈ ਐਮ ਸੌਰੀ, ਪਲੀਜ਼ ਫੋਰਗਿਵ ਮੀ, ਉਸਨੇ ਸ਼ੋਭਾ ਅੱਗੇ ਮਾਮੂਲੀ ਜਿਹਾ ਸਿਰ ਝੁਕਾ ਕੇ ਕਿਹਾ। ਉਹ ਵੀ ਹੈਰਾਨ ਜੀ ਮੁਸਕਰਾਈ ਤੇ ਸਾਰੇ ਖਾਣਾ ਖਾਣ ਲੱਗੇ। ਅਗਲੇ ਦਿਨ ਰਾਜੂ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ ਤੇ ਸ਼ੋਭਾ ਨੇ ਹਫ਼ਤੇ ਬਾਅਦ ਲੰਡਨ ਵਾਪਸ ਆਉਣਾ ਸੀ। ਚੰਡੀਗੜ੍ਹ ਪਹੁੰਚਿਆ ਤੇ ਪੁਲਿਸ ਦੀ ਧਾੜ ਖੜੀ ਸੀ। ਪਤਾ ਲੱਗਾ ਕਿ ਵਿੰਤ ਮਾਤਰੀ ਬਲਵੰਤ ਸਿੰਘ ਦਾ ਕਤਲ ਹੋ ਗਿਆ ਸੀ ਤੇ ਪੁਲਿਸ ਚੌਕਸੀ ਲਈ ਤਾਇਨਾਤ ਕੀਤੀ ਗਈ ਸੀ। ਉਸਦੇ ਚਾਚੇ ਨੇ ਮਸਾਂ ਉਸ ਨੂੰ ਲੱਭਿਆ ਤੇ ਉਹ ਕਾਰ ਵਿੱਚ ਆ ਬੈਠੇ। ਰਾਜੂ ਚੰਗਾ ਹੋਇਆ ਕੋਈ ਪੰਗਾ ਖੜਾ ਨਹੀਂ ਹੋਇਆ, ਪੁਲਿਸ ਦਾ ਕੋਈ ਪਤਾ ਨਹੀਂ ਕਿਹਨੂੰ ਕਹਿ ਦੇਣ, ਉਸਦੇ ਚਾਚੇ ਨੇ ਤਸੱਲੀ ਮਹਿਸੂਸ ਕਰਦਿਆਂ ਕਿਹਾ। ਉਹ ਪਿੰਡ ਪਹੁੰਚੇ ਤਾਂ ਦਿਨ ਅਜੇ ਖੜਾ ਸੀ। ਰਾਜੂ ਨੂੰ ਕੁਝ ਬਚਪਨ ਦੀਆਂ ਯਾਦਾਂ ਯਾਦ ਆਉਣ ਲੱਗੀਆਂ। ਪਿੰਡ ਹੁਣ ਬਹੁਤ ਬਦਲ ਗਿਆ ਸੀ। ਸ਼ਾਮ ਨੂੰ ਖਾਣਾ ਖਾਂਦਿਆਂ ਉਸਨੇ ਚਾਚੇ ਨੂੰ ਅਗਲੇ ਦਿਨ ਸਕੂਲ ਚੱਲਣ ਲਈ ਕਿਹਾ। ਉਹ ਹੈਰਾਨ ਸੀ। ਉਸਨੇ ਹੈਰਾਨੀ ਨਾਲ ਉਸ ਵੱਲ ਵੇਖਿਆ। ਸਕੂਲ ਕੀ ਕੰਮ ਆ? ਚਾਚਾ ਜੀ, ਮੈਂ ਮਾਸੀ ਦੇ ਨਾਂ ਤੇ ਇੱਕ ਟਰਸਟ ਖੋਲ੍ਹਣਾ ਚਾਹੁੰਦਾ ਤੇ ਲੋੜਵੰਦ ਗਰੀਬ ਬੱਚਿਆਂ ਨੂੰ ਉੱਚ ਵਿੱਦਿਆ ਲੈਣ ਵਿੱਚ ਮਦਦ ਕਰਨੀ ਚਾਹੁੰਦਾ। ਪਰ ਤੇਰੇ ਡੈਡੀ ਨੇ ਪਹਿਲਾਂ ਹੀ ਸ਼ੁਰੂ ਕਰ ਲਿਆ। ਠੀਕ ਹੈ, ਪਰ ਮੈਂ ਮਾਸੀ ਦੇ ਨਾਂ ਤੇ ਸ਼ੁਰੂ ਕਰਨਾ ਚਾਹੁੰਦਾ ਤੇ ਪੜ੍ਹੇ ਲਿਖੇ ਲੋਕਾਂ ਨੂੰ ਨਾਲ ਜੋੜਨਾ ਚਾਹੁੰਦਾ, ਕਹਿ ਕੇ ਰਾਜੂ ਆਪਣੇ ਚਚੇਰੇ ਭਰਾਵਾਂ ਨਾਲ ਗੱਲਾਂ ਮਾਰਨ ਲੱਗ ਗਿਆ। ਉਸਦੇ ਚਾਚੇ ਨੇ ਸ਼ੇਰੇ ਨੂੰ ਫੋਨ ਕਰਕੇ ਉਸਨੂੰ ਸਭ ਕੁਝ ਦੱਸਿਆ। ਕੁਝ ਚਿਰ ਸ਼ੇਰਾ ਚੁੱਪਚਾਪ ਸੁਣਦਾ ਰਿਹਾ। ਉਸਨੂੰ ਕੋਈ ਜਵਾਬ ਦੇਣਾ ਹੀ ਪੈਣਾ ਸੀ। ਠੀਕ ਆ, ਕਰਨ ਦੇ ਜੋ ਕਰਦਾ, ਆਪਣੇ ਅੱਖੇ ਤਾਂ ਉਹਨੇ ਲੱਗਣਾ ਨਹੀਂ। ਅਗਲੇ ਦਿਨ ਸਕੂਲ ਜਾ ਕੇ ਹੈੱਡਮਾਸਟਰ ਨਾਲ ਆਪਣੀ ਗੱਲ ਸਾਂਝੀ ਕੀਤੀ। ਹੈੱਡਮਾਸਟਰ ਸਿਆਣਾ ਤੇ ਸਾਊ ਬੰਦਾ ਲੱਗਦਾ ਸੀ। ਉਸਨੇ ਬਹੁਤ ਉਤਸ਼ਾਹ ਨਾਲ ਆਪਣੇ ਯੋਗਦਾਨ ਦਾ ਵਚਨ ਦਿੱਤਾ। ਰਾਜੂ ਨੂੰ ਉਸਦੀ ਰਾਏ ਕਿ ਕੁਝ ਪੈਸੇ ਬੈਂਕ 'ਚ ਪੱਕੇ ਜਮ੍ਹਾਂ ਕਰਾ ਦਿੱਤੇ ਜਾਣ ਤੇ ਉਹਨਾਂ ਦੇ ਵਿਆਜ ਨਾਲ ਬੱਚਿਆਂ ਦੀ ਮਦਦ ਕੀਤੀ ਜਾ ਸਕੇਗੀ ਪਸੰਦ ਆਈ। ਇਹ ਕੰਮ ਉਸਨੇ ਬਿਨਾਂ ਦੇਰੀ ਕਰਨ ਦਾ ਮਨ ਬਣਾ ਲਿਆ। ਲੋਕਾਂ ਨੂੰ ਟਰਸਟ ਬਣਾਉਣ ਬਾਰੇ ਸਹੀ ਪਤਾ ਨਹੀਂ ਸੀ, ਪਰ ਲੋਕਾਂ ਵਿੱਚ ਪ੍ਰਚਲਿਤ ਹੋ ਗਿਆ ਕਿ ਉਸਨੇ ਸਕੂਲ ਦੀ ਮਦਦ ਕੀਤੀ ਹੈ। ਉਸ ਕੋਲ ਗੁਰਦੁਆਰੇ, ਮੰਦਿਰ, ਧਰਮਸ਼ਾਲਾ ਵਗੈਰਾ ਲਈ ਚੰਦੇ ਲੈਣ ਆਉਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜਦ ਰਾਜੂ ਨੇ ਉਹਨਾਂ ਨੂੰ ਦੱਸਿਆ ਕਿ ਉਹ ਤਾਂ ਸਿਰਫ ਗਰੀਬਾਂ ਦੇ ਲਾਇਕ ਬੱਚਿਆਂ ਦੀ ਪੜ੍ਹਾਈ ਲਈ ਮਦਦ ਵਿੱਚ ਯਕੀਨ ਰੱਖਦਾ ਹੈ ਤਾਂ ਉਹ ਚੁੱਪ ਕਰ ਗਏ। ਅਗਲੇ ਦਿਨ ਉਹ ਇਕੱਲਾ ਹੀ ਟੈਕਸੀ ਲੈ ਕੇ ਨਾਨਕੇ ਚਲ ਗਿਆ। ਉਸਨੇ ਇੱਕ ਰਾਤ ਉੱਥੇ ਰਹਿਣਾ ਸੀ। ਆਪਣੀ ਮਾਂ ਤੇ ਮਾਸੀ ਬਾਰੇ ਉਹਨਾਂ ਕੋਲੋਂ ਸੁਣਨਾ ਚਾਹੁੰਦਾ ਸੀ ਤੇ ਬਿਮਾਰ ਮਾਮੇ ਦੀ ਵੀ ਮਦਦ ਕਰਨੀ ਚਾਹੁੰਦਾ ਸੀ। ਚਚੇਰੇ ਭਰਾ ਨੂੰ ਨਾਲ ਲਿਜਾ ਕੇ ਗੱਲਾਂ ਦੀ ਖੁੱਲ੍ਹ ਨਹੀਂ ਸੀ ਹੋਣੀ। ਵੈਸੇ ਵੀ ਉਹਨਾਂ ਨੇ ਜਾਣਾ ਨਹੀਂ ਸੀ। ਮਾਮੇ ਦੀ ਸਿਹਤ ਬਹੁਤ ਨਾਜ਼ੁਕ ਹਾਲਤ ਵਿੱਚ। ਰਾਜੂ ਨੇ ਵੇਖ ਲਿਆ ਕਿ ਉਸਦੀ ਜ਼ਿੰਦਗੀ ਬਹੁਤੀ ਬਾਕੀ ਨਹੀਂ। ਉਸਨੇ ਦੱਸਿਆ ਕਿ ਦਵਾਈ ਤਾਂ ਚੱਲਦੀ ਹੈ ਪਰ ਫਾਇਦਾ ਕੋਈ ਖਾਸ ਨਹੀਂ। ਸ਼ਾਬਾਸ਼ ਭਾਈ, ਜਿਹੜੀ ਤੂੰ ਮਦਦ ਕਰਤੀ, ਨਹੀਂ ਤਾਂ 4 ਦਿਨ ਵੀ ਨਸੀਬ ਨਹੀਂ ਸੀ ਹੋਣੇ। ਮਾਮੇ ਨੇ ਉਸਦੀ ਪਿੱਠ ਤੇ ਆਪਣਾ ਕਮਜ਼ੋਰ ਹੱਥ ਫੇਰਦਿਆਂ ਕਿਹਾ। ਪਰ ਮੈਂ ਤਾਂ ਕੋਈ ਮਦਦ ਨਹੀਂ ਭੇਜੀ। ਰਾਜੂ ਅੱਗੇ ਕੁਝ ਕਹਿਣ ਤੋਂ ਰੁਕ ਗਿਆ। ਉਸਨੂੰ ਨਾਜਰ ਨਾਲ ਹੋਈ ਗੱਲ ਯਾਦ ਆ ਗਈ ਸੀ। ਨਾਜਰ ਸਿੰਘ ਨੇ ਫੋਨ ਕਰਕੇ ਤਾਂ ਇਹੀ ਕਿਹਾ ਸੀ। ਫੇਰ ਕਿਹਨੇ ਭੇਜੀ ਹੋਈ? ਸ਼ਾਇਦ ਨਾਜਰ ਸਿੰਘ ਨੇ ਹੀ ਭੇਜ ਦਿੱਤੀ ਹੋਈ। ਮਾਮਾ ਆਪਣੇ ਆਪ ਵਿੱਚ ਹੈਰਾਨ ਸੀ। ਵੱਡੀ ਗੱਲ ਆ, ਤੁਹਾਡੀ ਦਵਾਈ ਬੂਟੀ ਚੱਲੀ ਜਾਂਦੀ ਹੈ। ਜੇ ਹੋਰ ਪੈਸੇ ਚਾਹੀਦੇ ਆ ਤਾਂ ਮੈਂ ਭੇਜ ਸਕਦਾ, ਰਾਜੂ ਨੇ ਪੁੱਛਿਆ। ਪਰ ਮਾਮਾ ਚੁੱਪ ਰਿਹਾ। ਰਾਤ ਨੂੰ ਉਸਦੀ ਮਾਂ ਤੇ ਮਾਸੀ ਬਾਰੇ ਕੁਝ ਗੱਲਾਂ ਹੋਈਆਂ, ਪਰ ਸਭ ਸੰਖੇਪ ਵਿੱਚ ਹੀ ਬੋਲੇ। ਰਾਜੂ ਅਗਲੇ ਦਿਨ ਪਿੰਡ ਆ ਗਿਆ ਤੇ ਇੱਕ ਦਿਨ ਬਾਅਦ ਉਸਨੇ ਦਿੱਲੀ ਚਲੇ ਜਾਣਾ ਸੀ। 2 ਦਿਨ ਦਿੱਲੀ ਘੁੰਮ ਕੇ ਉਸਨੇ ਵਾਪਸ ਲੰਡਨ ਪਹੁੰਚ ਜਾਣਾ ਸੀ। ਜਦ ਰਾਜੂ ਬਾਰੇ ਸੋਚ ਰਿਹਾ ਸੀ ਤਾਂ ਉਸਦੇ ਦਿਮਾਗ 'ਚ ਰੰਧਾਵਾ ਵੀ ਘੁੰਮ ਰਿਹਾ ਸੀ। ਚੋਣਾਂ ਬਾਅਦ ਨਵੀਂ ਕੌਂਸਲ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਰੋਧੀ ਪਾਰਟੀਆਂ ਪੂਰੇ ਜ਼ੋਰ-ਸ਼ੋਰ ਨਾਲ ਉਹਨਾਂ ਦੀ ਵਿਰੋਧਤਾ ਕਰ ਰਹੀਆਂ ਸਨ। ਚੋਣਾਂ ਵਿੱਚ ਭਾਵੇਂ ਇਸ ਨਵੇਂ ਗਰੁੱਪ ਦੀ ਜਿੱਤ ਹੋਈ ਸੀ, ਪਰ ਸਿਰਫ 2 ਕੌਂਸਲਰਾਂ ਦਾ ਬਹੁਮਤ ਸੀ। ਇੱਕ ਆਜ਼ਾਦ ਕੌਂਸਲਰ ਉਹਨਾਂ ਦੇ ਨਾਲ ਜੁੜ ਗਿਆ ਤੇ ਇੱਕ ਮੈਂਬਰ ਉਹਨਾਂ ਦਾ ਪਹਿਲਾਂ ਵੱਧ ਸੀ। ਹੁਣ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਚੱਕੜ ਉਛਾਲਣ ਦੀ ਥਾਂ ਇਸ ਤੀਜੇ ਗਰੁੱਪ ਨੂੰ ਸਾਂਝੇ ਨਿਸ਼ਾਨੇ ਤੇ ਲੈ ਆਈਆਂ ਸਨ। ਰੰਧਾਵੇ ਵਰਗਿਆਂ ਦੀ ਸ਼ਹਿ ਨਾਲ ਚੁਣੇ ਹੋਏ ਵਿਰੋਧੀ ਪਾਰਟੀਆਂ ਦੇ ਕਾਉਂਸਲਰਾਂ ਨੇ ਚੁੱਪ ਸਮਝੌਤਾ ਕਰ ਲਿਆ ਸੀ ਤੇ ਉਸ ਅਨੁਸਾਰ ਹੀ ਕਾਰਵਾਈ ਹੋ ਰਹੀ ਸੀ। ਉਹ ਇਸ ਗਰੁੱਪ ਨੂੰ ਆਪਣਾ ਮੈਨੀਫੈਸਟੋ ਲਾਗੂ ਕਰਨ ਤੋਂ ਹਰ ਹਾਲਤ ਵਿੱਚ ਰੋਕਣਾ ਚਾਹੁੰਦੇ ਸਨ। ਜੇ ਉਹਨਾਂ ਨੇ ਮੈਨੀਫੈਸਟੋ ਨੂੰ ਅੱਧਾ ਵੀ ਲਾਗੂ ਕਰ ਲਿਆ ਤਾਂ ਅਗਲੀਆਂ ਚੋਣਾਂ ਵਿੱਚ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਇਹੋ ਜਿਹੀ ਸਮਾਜਵਾਦੀ ਬਿਮਾਰੀ ਪਲੇਗ ਵਾਂਗੂ ਬਹੁਤ ਜਲਦੀ ਫੈਲਦੀ ਹੁੰਦੀ ਹੈ। ਚੰਗਾ ਏ, ਪਹਿਲਾਂ ਇਹਨਾਂ ਨਾਲ ਨਜਿੱਠ ਲਈਏ। ਰੰਧਾਵੇ ਨੇ ਚੁਣਿੰਦਾ ਕਾਉਂਸਲਰਾਂ ਨੂੰ ਇੱਕ ਰੈਸਟੋਰੈਂਟ ਵਿੱਚ ਖਾਣੇ ਤੇ ਬੁਲਾਇਆ ਤੇ ਕਾਨਫਰੰਸ ਰੂਮ ਵਿੱਚ ਖਾਣੇ ਦੇ ਨਾਲ ਇਸ ਨਵੇਂ ਗਰੁੱਪ ਨੂੰ ਕਿਵੇਂ ਪਰੇਸ਼ਾਨ ਕੀਤਾ ਜਾਵੇ ਤੇ ਕਿਵੇਂ ਉਹਨਾਂ ਦੇ ਕੰਮ ਵਿੱਚ ਡਿੱਕਾ ਡਾਹਿਆ ਜਾਵੇ,
ਇਸ ਤੇ ਹੀ ਸਾਰੀ ਬਹਿਸ ਹੋ ਰਹੀ ਸੀ। ਰੰਧਾਵਾ ਸਾਹਿਬ, ਜੇ ਕੋਈ ਕੰਪਨੀ ਆਪਣਾ ਸਟੋਰ ਖੋਲ੍ਹਣਾ ਚਾਹੇ ਤਾਂ ਉਹ ਰੋਕ ਨਹੀਂ ਸਕਣਗੇ। ਤੁਸੀਂ ਐਵੇਂ ਫਿਕਰ ਕਰ ਰਹੇ ਆ, ਥੋੜੇ ਸਮੇਂ ਵਿੱਚ ਇਹਨਾਂ ਨੇ ਖਿੰਡ ਪੁੰਡ ਜਾਣਾ। ਪਾਰਟੀ ਡਿਸਪਲਿਨ ਬਿਨਾਂ ਇਹੋ ਜਿਹੀ ਥਾਂ ਦੀ ਠੀਕਰੀ ਇਕੱਠੀ ਨਹੀਂ ਰਹਿ ਸਕਦੀ। ਇੱਕ ਕਾਉਂਸਲਰ ਨੇ ਵਾਈਨ ਦਾ ਗਲਾਸ ਖਾਲੀ ਕਰਦਿਆਂ ਵਿਚਾਰ ਰੱਖੇ। ਕਾਉਂਸਲਰ ਸਾਹਿਬ, ਇਹ ਤੁਸੀਂ ਕਿਵੇਂ ਕਹਿ ਰਹੇ ਆ? ਕਾਉਂਸਲ ਦੀ ਮਰਜ਼ੀ ਬਿਨਾਂ ਕਿਸੇ ਵੀ ਸਟੋਰ ਨੂੰ ਜ਼ਮੀਨ ਨਹੀਂ ਮਿਲ ਸਕਦੀ। ਸਟੋਰ ਬਣਾਉਣ ਵਾਸਤੇ ਪਲੈਨਿੰਗ ਦੀ ਲੋੜ ਹੈ ਤੇ ਕਾਉਂਸਲ ਪਲੈਨਿੰਗ ਦੀ ਨਾ ਕਰ ਸਕਦੀ ਹੈ। ਕਾਉਂਸਲ ਬਹੁਤ ਸਾਰੀਆਂ ਸ਼ਰਤਾਂ ਲਾ ਸਕਦੀ ਹੈ ਜਿਸ ਨਾਲ ਉਹਨਾਂ ਦੇ ਬਿਜ਼ਨਸ ਦਾ ਨੁਕਸਾਨ ਹੋ ਸਕਦਾ ਹੈ। ਬਹੁਤ ਕੁਝ ਹੈ ਜੋ ਕਾਉਂਸਲ ਦੇ ਹੱਥ ਹੁੰਦਾ। ਵੱਡੇ ਸਟੋਰਾਂ ਨੂੰ ਇਸ ਸ਼ਹਿਰ ਵਿੱਚ ਥਾਂ ਹੀ ਨਾ ਮਿਲੇ ਤਾਂ ਉਹ ਕਿਵੇਂ ਆ ਸਕਣਗੇ? ਇਹ ਸਮਾਜਵਾਦੀ ਆਪਣੇ ਸਸਤੇ ਸਟੋਰਾਂ ਨਾਲ ਨੁਕਸਾਨ ਕਰਨਗੇ। ਰੰਧਾਵੇ ਦੀ ਗੱਲ ਠੀਕ ਵੀ ਸੀ। ਕਾਉਂਸਲ ਕੋਲੇ ਬਹੁਤ ਸਾਰੀਆਂ ਸ਼ਕਤੀਆਂ ਹੋਣ ਕਰਕੇ ਉਹ ਇੱਕ ਫੈਸਲਾਕੁਨ ਤਾਕਤ ਸਿੱਧ ਹੋ ਸਕਦੀ ਸੀ ਤੇ ਇਹ ਸ਼ਕਤੀ ਇਸ ਵਾਰੀ ਬਹੁਮਤ ਵਾਲੇ ਗਰੁੱਪ ਕੋਲੇ ਸੀ। ਫਿਰ ਕੀ ਕਰਨਾ ਚਾਹੀਦਾ? ਇੱਕ ਹੋਰ ਕਾਉਂਸਲਰ ਨੇ ਪੁੱਛਿਆ। ਮੇਰੇ ਖਿਆਲ 'ਚ ਪਹਿਲਾਂ ਤਾਂ ਕੌਂਸਲ ਦੇ ਅਫਸਰਾਂ ਨੂੰ ਆਪਣੇ ਹੱਥ 'ਚ ਲਿਆ ਜਾਵੇ। ਕੰਮ ਤਾਂ ਉਹਨਾਂ ਨੇ ਕਰਨੇ ਕਰਾਉਣੇ ਹੁੰਦੇ ਆ। ਜੇ ਉਹ ਟਾਲ ਮਟੋਲ ਕਰੀ ਜਾਣ ਤਾਂ ਲੋਕਾਂ ਦੇ ਕੰਮ ਨਾ ਹੋਣ ਤੇ ਲੋਕ ਆਪੇ ਇਹਨਾਂ ਦੇ ਉਲਟ ਹੋ ਜਾਣਗੇ। ਆਪਣੇ ਹੱਕ ਦੇ ਅਫਸਰਾਂ ਨੂੰ ਲਿਆਓ, ਇੱਕ ਦਿਨ ਕੋਈ ਪਾਰਟੀ ਸ਼ਾਰਟੀ ਕਰ ਦਿਆਂਗੇ। ਰੰਧਾਵੇ ਨੇ ਆਪਣੇ ਆਪ ਨੂੰ ਕਿੰਗ ਮੇਕਰ ਸਮਝਦਿਆਂ ਆਪਣੀਆਂ ਭੂਰੀਆਂ ਮੁੱਛਾਂ ਤੇ ਹੱਥ ਫੇਰਿਆ। ਅਗਲੇ ਦਿਨ ਤੋਂ ਹੀ ਅਫਸਰਾਂ ਦੇ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿੱਤੀ। ਅੱਧ ਪਜੱਧ ਤਾਂ ਉਹਨਾਂ ਦੇ ਨਾਲ ਜੁੜ ਹੀ ਗਏ। ਕੁਝ ਇਮਾਨਦਾਰ ਅਫਸਰ ਆਪਣਾ ਕੰਮ ਕਰਦੇ ਰਹੇ, ਪਰ ਜਿਹੜੇ ਟਾਲ ਮਟੋਲ ਕਰਨ ਲੱਗੇ ਸਨ ਉਹਨਾਂ ਦਾ ਕੰਮ ਪਿੱਛੇ ਪੈਣ ਲੱਗਾ। ਵੈਸੇ ਵੀ ਨਵੇਂ ਕਾਉਂਸਲਰਾਂ ਦਾ ਤਜਰਬਾ ਨਹੀਂ ਸੀ, ਉਹਨਾਂ ਨੂੰ ਸਿੱਖਣ ਲਈ ਸਮਾਂ ਚਾਹੀਦਾ ਸੀ ਤੇ ਸਿਖਾਉਣ ਵਾਲਾ ਕੋਈ ਹੈ ਨਹੀਂ ਸੀ। ਲੋਕਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਪਲੈਨਿੰਗ ਦੇ ਕੰਮ ਵਿੱਚ ਦੇਰੀ ਵਰਗੇ ਕਾਰਨਾਂ ਕਰਕੇ ਲੋਕ ਉਹਨਾਂ ਅਫਸਰਾਂ ਨੂੰ ਮਿਲਦੇ ਤਾਂ ਉਹ ਨਵੇਂ ਕਾਉਂਸਲਰਾਂ ਵਿੱਚੋਂ ਬਣੇ ਚੇਅਰਮੈਨਾਂ ਤੇ ਕਮਿਸ਼ਨਰਾਂ ਜਾਂ ਕੈਬਨਿਟ ਮੈਂਬਰਾਂ ਤੇ ਨਿਕੰਮੇ ਹੋਣ ਦਾ ਦੋਸ਼ ਮੜ ਦਿੰਦੇ। ਸਿੱਟੇ ਵਜੋਂ ਲੋਕਾਂ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਤੇ ਕੰਮ ਵੀ ਪਿੱਛੇ ਪੈਣ ਲੱਗਾ। ਅਸਲੀ ਕੰਮ ਵੱਲ ਧਿਆਨ ਦੇਣ ਦੀ ਥਾਂ ਉਹਨਾਂ ਨੂੰ ਅਫਸਰਾਂ ਪਿੱਛੇ ਭੱਜ ਨੱਠ ਕਰਨੀ ਪੈਂਦੀ। ਅਖੀਰ ਗਰੁੱਪ ਦੇ ਲੀਡਰ ਨੇ ਕੁਝ ਖਾਸ ਸਾਥੀਆਂ ਨਾਲ ਰਾਏ ਮਸ਼ਵਰਾ ਕੀਤਾ। ਭਰਮੀ ਬਹਿਸ ਬਾਅਦ ਅਫਸਰਾਂ ਦੇ ਨਾਲ ਸਖਤੀ ਵਰਤਣ ਦਾ ਫੈਸਲਾ ਲਿਆ ਗਿਆ। ਅਗਲੇ ਦਿਨਾਂ ਵਿੱਚ ਕੁਝ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤੇ ਗਏ। ਇੱਕ ਦੋ ਨੂੰ ਆਖਰੀ ਵਾਰਨਿੰਗ ਵੀ ਈਮੇਲ ਕਰ ਦਿੱਤੀ ਗਈ। ਹੌਲੀ ਹੌਲੀ ਕੰਮ ਠੀਕ ਠਾਕ ਚੱਲਣ ਲੱਗ ਪਿਆ। ਰੰਧਾਵੇ ਨੇ ਇੱਕ ਹੋਰ ਸਕੀਮ ਕੁਝ ਖਾਸ ਮੈਂਬਰਾਂ ਦੇ ਨਾਲ ਸਾਂਝੀ ਕੀਤੀ। ਉਸਨੇ ਨਵੇਂ ਬਣੇ ਕਾਉਂਸਲਰ ਵਿੱਚੋਂ 2 3 4 ਜੋ ਵੀ ਸੰਭਵ ਹੋਣ ਤੋੜਨ ਦਾ ਯਤਨ ਕਰਨ ਲਈ ਕਿਹਾ। ਉਹਨਾਂ ਨੂੰ ਮਾਲੀ ਮਦਦ ਦੇ ਨਾਲ ਹੀ ਕਾਉਂਸਲ ਦਾ ਕੰਟਰੋਲ ਹੱਥ ਵਿੱਚ ਆਉਣ ਤੇ ਕੈਬਨਿਟ ਦੇ ਮੈਂਬਰ ਬਣਾਉਣ ਦਾ ਵਾਅਦਾ ਕੀਤਾ। ਉਸਦੇ ਹੱਥ ਪਿਆਦਿਆਂ ਨੇ ਇਸ ਕੰਮ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ 4 ਮੈਂਬਰਾਂ ਨੂੰ ਰੰਧਾਵੇ ਕੋਲ ਲਿਆਏ। ਦੇਖੋ, ਸਿਆਸਤ ਬੜੀ ਤਿਲਕਵੀਂ ਸੜਕ ਹੁੰਦੀ ਹੈ। ਪਤਾ ਨਹੀਂ ਕਿੱਥੇ ਕਦੋਂ ਕੋਈ ਤਿਲਕ ਜਾਵੇ ਤੇ ਕਦੋਂ ਕੋਈ ਬਚ ਜਾਵੇ। ਅੱਜ ਸਮਾਂ ਹੈ, ਅਸੀਂ ਮਦਦ ਕਰ ਸਕਦੇ ਹਾਂ। ਤੁਹਾਨੂੰ ਕੈਬਨਿਟ ਮੈਂਬਰ ਬਣਾ ਦਿਆਂਗੇ। ਲੋਕਾਂ ਵਿੱਚ ਤੁਹਾਡਾ ਅਸਰ ਵਧੂ ਤੇ ਉਹਨਾਂ ਦੇ ਕੰਮ ਵੀ ਕਰ ਸਕੋਗੇ। ਅਗਲੀ ਵਾਰ ਤੁਹਾਨੂੰ ਜਿਸ ਵਾਰਡ 'ਚੋਂ ਚਾਹੋ ਟਿਕਟ ਦਿਆਂਗੇ। ਇਹ ਵੀ ਮੈਨੂੰ ਪਤਾ ਪੈਸਿਆਂ ਦੀ ਸਦਾ ਲੋੜ ਹੁੰਦੀ ਹੈ, ਤੁਸੀਂ ਜਿਵੇਂ ਕਹੋ ਕਰ ਲਵਾਂਗੇ। ਕਾਉਂਸਲਰ ਹੈਰਾਨੀ ਜੀ ਨਾਲ ਸੁਣਦੇ ਰਹੇ, ਪਰ ਜਵਾਬ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਕਿ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗੇ। ਉਹ ਵਾਪਸ ਆ ਗਏ। ਕੁਝ ਦਿਨਾਂ ਬਾਅਦ ਉਹ ਫੇਰ ਰੰਧਾਵੇ ਨੂੰ ਮਿਲੇ। ਰੰਧਾਵੇ ਨੇ ਉਹਨਾਂ ਤੋਂ ਫਿਰ ਤੋਂ ਪਹਿਲੀ ਹੀ ਪੇਸ਼ਕਸ਼ ਕੀਤੀ ਤੇ ਸਾਰਾ ਵਿਸਥਾਰ ਉਹਨਾਂ ਨੂੰ ਦਿੱਤਾ। ਉਹਨਾਂ ਨੇ ਉਸ ਨਾਲ ਹੱਥ ਮਿਲਾਏ ਤੇ ਵਾਪਸ ਆ ਗਏ। ਉਹਨਾਂ ਦੀ ਟੈਲੀਫੋਨ ਤੇ ਰਿਕਾਰਡ ਕੀਤੀ ਵੀਡੀਓ ਉਹਨਾਂ ਨੇ ਪੁਲਿਸ ਨੂੰ ਭੇਜ ਦਿੱਤੀ ਤੇ ਪੁਲਿਸ ਨੇ ਕਰਪਸ਼ਨ ਦੇਣ ਤੇ ਕਰਪਸ਼ਨ ਲੈਣ ਲਈ ਉਕਸਾਉਣ ਦਾ ਰੰਧਾਵੇ ਤੇ ਕੇਸ ਦਰਜ ਕਰ ਲਿਆ। ਸਕਾਟ ਨੂੰ ਕੇਸ ਦੀ ਜਾਂਚ ਪੜਤਾਲ ਕਰਨ ਦਾ ਕੰਮ ਸੌਂਪ ਦਿੱਤਾ। ਸਕਾਟ ਨੂੰ ਜੈਕੀ ਦੀ ਲੋੜ ਖਟਕੀ, ਪਰ ਉਹ ਉਸ ਨੂੰ ਅਜੇ ਵਾਪਸ ਨਹੀਂ ਸੀ ਸੱਦ ਸਕਦਾ। ਜੈਕੀ ਦਾ ਪੋਲੈਂਡ ਜਾਣ ਦਾ ਸਮਾਂ ਆ ਗਿਆ ਸੀ। ਉਸ ਨੂੰ ਸ਼ਾਮ ਤੱਕ ਆਪਣੇ ਕਾਗਜ਼ ਪੱਤਰ ਪਹੁੰਚਾਉਣ ਲਈ ਸਕਾਟ ਦਾ ਜਾਣਾ ਜ਼ਰੂਰੀ ਸੀ। ਉਸਨੇ ਜੈਕੀ ਨੂੰ ਕੁਝ ਖਾਸ ਜਾਣਕਾਰੀ ਦੇਣੀ ਸੀ। ਜੈਕੀ ਦੇ ਘਰ ਜਾਣਾ ਉਸਨੂੰ ਠੀਕ ਨਹੀਂ ਸੀ ਲੱਗ ਰਿਹਾ। ਉਸਨੇ ਕੋਈ ਰਿਸਕ ਲੈਣ ਦੀ ਥਾਂ ਜੈਕੀ ਨੂੰ ਉਸਦੇ ਘਰ ਦੇ ਨੇੜੇ ਇੱਕ ਛੋਟੇ ਜਿਹੇ ਰੈਸਟੋਰੈਂਟ ਵਿੱਚ ਸੱਦ ਲਿਆ, ਜਿੱਥੇ ਉਹ ਤਕਰੀਬਨ ਹਰ ਬੰਦੇ ਤੇ ਨਜ਼ਰ ਰੱਖ ਸਕਦਾ ਸੀ। ਮਿੱਥੇ ਸਮੇਂ ਉਹ ਉੱਥੇ ਪਹੁੰਚ ਗਿਆ, ਪਰ ਜੈਕੀ ਅਜੇ ਆਈ ਨਹੀਂ ਸੀ। ਉਸਨੇ ਬਾਹਰ ਆ ਕੇ ਸਿਗਰਟ ਸੁਲਗਾ ਲਈ। ਕੁਝ ਦੇਰ ਬਾਅਦ ਜੈਕੀ ਆਉਂਦੀ ਦਿਸੀ, ਪਰ ਉਸਦੀ ਬਦਲੀ ਤੌਰ ਤੋਂ ਪਹਿਲਾਂ ਹੀ ਪਛਾਣ ਨਹੀਂ ਸੀ ਸਕਿਆ। ਉਹ ਸਿਗਰਟ ਸੁੱਟ ਕੇ ਪੈਰਾਂ ਨਾਲ ਮਸਲ ਕੇ ਅੰਦਰ ਚਲਾ ਗਿਆ। ਜੈਕੀ ਉਸਦੇ ਸਾਹਮਣੇ ਆ ਬੈਠੀ। ਆ ਲੈ ਤੇਰਾ ਪਾਸਪੋਰਟ ਲਿੰਡਾ ਹਾਰਪਰ ਦੇ ਨਾਂ ਤੇ, ਡਰਾਈਵਿੰਗ ਲਾਇਸੈਂਸ ਆ, ਇੱਕ ਟੈਲੀਫੋਨ ਚਿਪ, ਇਸ ਵਿੱਚ ਬਹੁਤ ਖਾਸ ਨੰਬਰ ਨੇ। ਮੇਰਾ ਪ੍ਰਾਈਵੇਟ ਨੰਬਰ ਵੀ ਇਸ ਵਿੱਚ ਹੈ। ਤੂੰ ਕਿਸੇ ਵੇਲੇ ਵੀ ਇਸ ਨੰਬਰ ਤੇ ਮੇਰੇ ਨਾਲ ਰਾਬਤਾ ਬਣਾ ਸਕਦੀ ਹੈ। ਆ ਲੈ ਇੱਕ ਹੋਰ ਟੇਜ਼ਰ, ਇਹ ਤੇਰੀ ਸੁਰੱਖਿਆ ਲਈ ਜ਼ਰੂਰੀ ਹੈ। ਸਕਾਟ ਨੇ ਵਾਈਨ ਦਾ ਘੁੱਟ ਭਰਦਿਆਂ ਉਸ ਨੂੰ ਲੋੜੀਂਦੀ ਜਾਣਕਾਰੀ ਦਿੱਤੀ। ਇੱਕ ਗੱਲ ਹੈ, ਜੇ ਵਾਪਸੀ ਤੇ ਕਸਟਮ ਵਾਲਿਆਂ ਨੇ ਤਲਾਸ਼ੀ ਵਿੱਚ ਸਾਨੂੰ ਫੜ ਲਿਆ ਤੇ ਸਮੱਸਿਆ ਬਣ ਸਕਦੀ ਹੈ। ਜੈਕੀ ਨੇ ਆਪਣਾ ਫਿਕਰ ਜ਼ਾਹਰ ਕੀਤਾ। ਤੂੰ ਫਿਕਰ ਨਾ ਕਰ, ਜਦ ਵਾਪਸ ਆਉਣਾ ਹੋਇਆ ਤੇ ਮੈਨੂੰ ਮੈਸੇਜ ਪਾ ਦੇਵੀਂ ਜਾਂ ਫੋਨ ਕਰ ਦੇਈਂ। ਮੈਂ ਚਾਹੁੰਦਾ ਆਪਾਂ ਬਾਕੀ ਦੇ ਗਰੋਹ ਨੂੰ ਫੜ ਸਕੀਏ। ਟੌਮ ਜ਼ਰੂਰ ਆਪਣਾ ਪੈਕੇਜ ਜਲਦੀ ਵੰਡਣ ਦੀ ਕੋਸ਼ਿਸ਼ ਕਰੇਗਾ। ਮੈਂ ਪੂਰੀ ਟੀਮ ਤਿਆਰ ਰੱਖਾਂਗਾ। ਕੁਝ ਦੇਰ ਗੱਲਾਂ ਕਰਕੇ ਆਪਣੇ ਆਪ ਦੇ ਰਾਹ ਪੈ ਗਏ। ਅਗਲੀ ਸਵੇਰ ਮਿੱਥੇ ਸਮੇਂ ਟੌਮ ਨੇ ਉਸਦੀ ਡੋਰ ਕੀਤੀ। ਉਹ ਪਹਿਲਾਂ ਹੀ ਤਿਆਰ ਸੀ ਤੇ ਬਾਹਰ ਆ ਗਈ।
ਟੌਮ ਸਵੇਰ ਦੇ ਟ੍ਰੈਫਿਕ ਤੋਂ ਪਹਿਲਾਂ ਨਿਕਲਣਾ ਚਾਹੁੰਦਾ ਸੀ। ਵੈਸੇ ਵੀ ਉਸਦਾ ਰਸਤਾ ਲੰਬਾ ਸੀ, ਇਸ ਲਈ 4 ਵਜੇ ਤੁਰਨ ਦਾ ਉਸਨੇ ਪ੍ਰੋਗਰਾਮ ਦਿੱਤਾ ਹੋਇਆ ਸੀ। ਗੱਡੀ ਤੁਰੀ ਤਾਂ ਜੈਕੀ ਨੇ ਸੌਣ ਦਾ ਬਹਾਨਾ ਕੀਤਾ। ਉਹ ਟੌਮ ਨਾਲ ਘੱਟ ਤੋਂ ਘੱਟ ਗੱਲ ਕਰਨਾ ਚਾਹੁੰਦੀ ਸੀ। ਟੌਮ ਨੇ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਸਵਾ ਕੁ ਘੰਟੇ 'ਚ ਉਹ ਡੋਵਰ ਪਹੁੰਚ ਗਏ। ਟੌਮ ਨੇ ਸਵੇਰ ਦਾ ਫਾਇਦਾ ਉਠਾਉਂਦਿਆਂ ਗੱਡੀ ਕਾਫੀ ਤੇਜ਼ ਰਫ਼ਤਾਰ ਨਾਲ ਚਲਾਈ ਸੀ। ਫੈਰੀ ਵਿੱਚ ਗੱਡੀ ਚੜ੍ਹਾ ਕੇ ਉਹਨਾਂ ਨੇ ਹੇਠਲੀ ਛੱਤ ਤੇ ਬਣੀ ਪਾਰਕ ਵਿੱਚ ਖੜੀ ਕਰ ਦਿੱਤੀ। ਜੈਕੀ ਨੇ ਗੱਡੀ ਦੀ ਰਜਿਸਟ੍ਰੇਸ਼ਨ ਨੰਬਰ ਤੇ ਮਾਡਲ ਦਾ ਦਿਮਾਗੀ ਨੋਟ ਬਣਾ ਲਿਆ। ਜਦੋਂ ਯਾਤਰੀਆਂ ਵਾਲੀ ਸੜਕ ਛੱਤ ਤੇ ਗਏ ਤਾਂ ਉਹ ਔਰਤਾਂ ਦੀਆਂ ਟਾਇਲਟਾਂ ਵਿੱਚ ਚਲੀ ਗਈ। ਸਕਾਟ ਨੂੰ ਗੱਡੀ ਦੀ ਜਾਣਕਾਰੀ ਦੇ ਦਿੱਤੀ। ਉਸ ਨੂੰ ਪਤਾ ਸੀ ਕਿ ਪਹਿਲਾਂ ਪਹੁੰਚੇ ਇੱਕ ਹੋਰ ਅੰਡਰਕਵਰ ਅਫਸਰ ਨੂੰ ਉਹ ਜਾਣਕਾਰੀ ਦੇਵੇਗਾ। ਉਸਨੇ ਟੌਮ ਦਾ ਪਿੱਛਾ ਕਰਨ ਦਾ ਪ੍ਰਬੰਧ ਕਰਨਾ ਸੀ। ਟੌਮ ਦੀ ਗੱਡੀ ਵਿੱਚ ਜੈਕੀ ਨੇ ਸਕਾਟ ਦੀ ਦਿੱਤੀ ਚਿੱਪ ਸੀਟ ਹੇਠਾਂ ਫਿੱਟ ਕਰ ਦਿੱਤੀ। ਗੱਡੀ ਵਿੱਚ ਹੁੰਦੀ ਗੱਲਬਾਤ, ਗੱਡੀ ਦੀ ਲੋਕੇਸ਼ਨ ਵਗੈਰਾ ਸਾਰੀ ਜਾਣਕਾਰੀ ਸਕਾਟ ਨੂੰ ਪਹੁੰਚ ਜਾਣੀ ਸੀ। ਇਸ ਪੱਖ ਤੋਂ ਜੈਕੀ ਨਿਸ਼ਚਿੰਤ ਹੋ ਗਈ ਸੀ। ਬਾਹਰ ਆਈ ਤਾਂ ਅੱਗੇ ਟੌਮ ਖੜਾ ਸੀ। ਆਪਾਂ ਬ੍ਰੇਕਫਾਸਟ ਕਰ ਲਈਏ। ਜੈਕੀ ਨੇ ਸਿਰ ਹਿਲਾ ਕੇ ਸਹਿਮਤੀ ਦਿੱਤੀ। ਉਸਦੇ ਪਿੱਛੇ ਚੱਲ ਪਈ। ਉਹ ਬ੍ਰੇਕਫਾਸਟ ਦਾ ਆਰਡਰ ਕਰਕੇ ਇੱਕ ਟੇਬਲ ਤੇ ਬਹਿ ਗਏ। ਬ੍ਰੇਕਫਾਸਟ ਕਰਦਿਆਂ ਫੈਰੀ ਵੀ ਚੱਲ ਪਈ। ਉਹ ਸਧਾਰਨ ਜਿਹੀਆਂ ਗੱਲਾਂ ਕਰਦੇ ਬ੍ਰੇਕਫਾਸਟ ਕਰਕੇ ਬਾਹਰ ਡੈਕ ਤੇ ਆ ਗਏ। ਬਾਹਰ ਧੁੱਪ ਸੀ ਪਰ ਸਰਦ ਹਵਾ ਨੇ ਉਹਨਾਂ ਨੂੰ ਅੰਦਰ ਜਾਣ ਲਈ ਮਜਬੂਰ ਕਰ ਦਿੱਤਾ। ਰਸਤੇ ਵਿੱਚ ਉਹ ਦੋਵੇਂ ਵੱਖੋ ਵੱਖ ਸੋਚ ਰਹੇ ਸਨ। ਟੌਮ ਦੀ ਜੈਕੀ ਨੂੰ ਭੋਗਣ ਦੀ ਚਿਰੰਜੀਵੀ ਖੁਆਇਸ਼ ਪੂਰੀ ਹੋਣ ਵਿੱਚ ਕੁਝ ਘੰਟਿਆਂ ਦਾ ਸਮਾਂ ਰਹਿ ਗਿਆ ਸੀ। ਉਸਨੇ ਜੈਕੀ ਦਾ ਕਮਰਾ ਆਪਣੇ ਕਮਰੇ ਦੇ ਸਾਹਮਣੇ ਵਾਲਾ ਬੁੱਕ ਕਰਵਾ ਲਿਆ ਸੀ। ਉਸਦਾ ਯਕੀਨ ਸੀ ਜੈਕੀ ਉਸਨੂੰ ਰੋਕ ਨਹੀਂ ਸਕੇਗੀ ਤੇ ਉਸ ਲਈ ਇਹ ਟ੍ਰਿਪ ਯਾਦਗਾਰੀ ਸਾਬਤ ਹੋਵੇਗਾ। ਰਸਤੇ ਵਿੱਚ ਉਹ ਜੈਕੀ ਨਾਲ ਸੱਭਿਅਕ ਵਰਤਾਅ ਕਰਕੇ ਉਸਦਾ ਕੁਝ ਵਿਸ਼ਵਾਸ ਜਿੱਤਣ ਦਾ ਯਤਨ ਕਰ ਰਿਹਾ ਸੀ। ਜੈਕੀ ਨੂੰ ਵੀ ਪਤਾ ਸੀ ਕਿ ਟੌਮ ਦੇ ਮਨ ਵਿੱਚ ਚੱਲ ਰਿਹਾ ਸੀ। ਉਸ ਸਾਹਮਣੇ ਉਹਨਾਂ ਅਨੇਕਾਂ ਬੇਗੁਨਾਹ ਕੁੜੀਆਂ ਤੇ ਉਹਨਾਂ ਦੇ ਮਾਪਿਆਂ ਦੇ ਚਿਹਰੇ ਉਜਾਗਰ ਹੋ ਰਹੇ ਸਨ ਜਿਹੜੀਆਂ ਇਹਨਾਂ ਕਮੀਨੇ ਲੋਕਾਂ ਦਾ ਸ਼ਿਕਾਰ ਹੋ ਰਹੀਆਂ ਸਨ। ਉਹਨਾਂ ਮਾਸੂਮ ਬੇਗੁਨਾਹ ਬੱਚੀਆਂ ਨੂੰ ਬਚਾਉਣ ਲਈ ਉਹ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ। ਕਿਸੇ ਬੱਚੀ ਨਾਲ ਉਹਦਾ ਇੰਨਾ ਮੋਹ ਬਣ ਜਾਂਦਾ ਕਿ ਉਸ ਨੂੰ ਆਪਣੀ ਧੀ ਭੈਣ ਲੱਗਦੀ। ਨਸ਼ਿਆਂ ਨੂੰ ਉਹ ਬੇਹੱਦ ਨਫ਼ਰਤ ਕਰਦੀ ਸੀ। ਲੋਕਾਂ ਦੀਆਂ ਮਜਬੂਰੀਆਂ ਤੇ ਮਜਬੂਰਾਂ ਨੂੰ ਵੇਚ ਕੇ ਇਹ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਦਾ ਕੋਝਾ ਯਤਨ ਕਰ ਰਹੇ ਹਨ। ਉਹ ਇਸ ਨੂੰ ਕਤਈ ਮਨਜ਼ੂਰ ਨਹੀਂ ਸੀ। ਸਭ ਤੋਂ ਵੱਡੀ ਗੱਲ ਉਸ ਨੂੰ ਆਪਣੇ ਆਪ ਤੇ ਭਰੋਸਾ ਸੀ। ਵੈਸੇ ਵੀ ਕੋਈ ਕੰਮ ਬਿਨਾਂ ਜੋਖਮ ਲਏ ਸਿਰੇ ਨਹੀਂ ਚੜ੍ਹਦਾ, ਇਹ ਉਹ ਜਾਣਦੀ ਸੀ। ਕਾਰ ਬੈਲਜੀਅਮ ਤੋਂ ਪੋਲੈਂਡ ਨੂੰ ਆਪਣੀ ਸਪੀਡ ਤੇ ਜਾ ਰਹੀ ਸੀ। ਇਹ ਤਕਰੀਬਨ 12 ਘੰਟੇ ਦਾ ਸਫ਼ਰ ਸੀ ਤੇ ਜੈਕੀ ਤੇ ਟੌਮ ਨੇ ਵਾਰੀ-ਵਾਰੀ ਕਾਰ ਚਲਾਉਣੀ ਸੀ। ਰਸਤੇ ਵਿੱਚ ਚਾਹ ਕੌਫੀ ਪੀਣ ਲਈ ਉਹ 2 ਵਾਰ ਰੁਕੇ ਤੇ ਰਾਤ ਦੇ 12 ਵਜੇ ਆਪਣੇ ਟਿਕਾਣੇ ਤੇ ਪਹੁੰਚ ਗਏ। ਹੋਟਲ ਵਿੱਚ ਪਹੁੰਚ ਕੇ ਉਹਨਾਂ ਨੇ ਚਾਬੀਆਂ ਲਈਆਂ ਤੇ ਆਪਣੇ ਕਮਰਿਆਂ ਵਿੱਚ ਚਲੇ ਗਏ। ਜੈਕੀ ਚੱਕਵੇਂ ਪੈਰੀ ਆਪਣੇ ਕਮਰੇ ਅੱਗੇ ਜਾ ਖੜੀ ਤੇ ਗੁੱਡ ਨਾਈਟ ਕਹਿ ਕੇ ਅੰਦਰੋਂ ਕੁੰਡੀ ਲਗਾ ਕੇ ਸੌਂ ਗਈ। ਟੌਮ ਵੀ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ। ਸਵੇਰੇ ਟੌਮ ਨੇ ਉਸਦੇ ਕਮਰੇ ਦੀ ਡੋਰ ਖੜਕਾਈ। ਉਹ ਪਹਿਲਾਂ ਹੀ ਬ੍ਰੇਕਫਾਸਟ ਲਈ ਤਿਆਰ ਖੜੀ ਸੀ। ਉਸਨੇ ਕੁਝ ਦੇਰ ਜਾਣਬੁੱਝ ਕੇ ਕੋਈ ਜਵਾਬ ਨਾ ਦਿੱਤਾ। ਉਸਨੂੰ ਪਤਾ ਸੀ ਕਿ ਕੁਝ ਦੇਰ ਬਾਅਦ ਉਡੀਕ ਕਰਦਾ ਬੰਦਾ ਬੇਆਰਾਮੀ ਮਹਿਸੂਸ ਕਰਨ ਲੱਗਦਾ ਤੇ ਆਮ ਤੌਰ ਤੇ ਦਰਵਾਜ਼ੇ ਤੋਂ ਥੋੜਾ ਪਿੱਛੇ ਹਟ ਜਾਂਦਾ ਹੈ ਜਾਂ ਦਰਵਾਜ਼ੇ ਅੱਗੇ ਟਹਿਲਣ ਲੱਗ ਜਾਂਦਾ ਹੈ। ਉਸਨੇ ਬੂਹੇ ਨੂੰ ਕੰਨ ਲਗਾ ਕੇ ਸੁਣਨ ਦਾ ਯਤਨ ਕੀਤਾ। ਕੋਈ ਗੱਲਾਂ ਕਰਦਾ ਉਸਦੇ ਕਮਰੇ ਅੱਗੇ ਦੀ ਲੰਘ ਰਿਹਾ ਸੀ। ਸ਼ਾਇਦ ਕੋਈ ਹੋਟਲ ਵਿੱਚ ਠਹਿਰ ਰਿਹਾ ਜੋੜਾ ਸੀ। ਉਸ ਵੇਲੇ ਹੀ ਜੈਕੀ ਨੇ ਡੋਰ ਖੋਲ੍ਹ ਦਿੱਤੀ ਤੇ ਉੱਚੀ ਆਵਾਜ਼ ਵਿੱਚ ਉਹਨਾਂ ਦਾ ਧਿਆਨ ਖਿੱਚਣ ਲਈ ਗੁੱਡ ਮਾਰਨਿੰਗ ਟੌਮ ਕਹਿੰਦਿਆਂ ਕਮਰੇ ਚੋਂ ਬਾਹਰ ਆ ਗਈ। ਟੌਮ ਦੇ ਚਿਹਰੇ ਤੇ ਉਲਝਣ ਦੇ ਪ੍ਰਭਾਵ ਦੇਖ ਕੇ ਉਹ ਅੰਦਰੋਂ ਮੁਸਕਰਾਈ ਤੇ ਲਿਫਟ ਵੱਲ ਨੂੰ ਤੁਰ ਪਈ। ਟੌਮ ਵੀ ਵੱਧ ਰੱਦਾ ਉਸਦੇ ਪਿੱਛੇ ਤੁਰ ਪਿਆ। ਬ੍ਰੇਕਫਾਸਟ ਕਰਦਿਆਂ ਉਸਨੇ ਟੌਮ ਤੋਂ ਦਿਨ ਦਾ ਪ੍ਰੋਗਰਾਮ ਪੁੱਛਿਆ। ਮੈਂ ਤਾਂ ਤੈਨੂੰ ਸ਼ਹਿਰ ਦਿਖਾਉਣਾ ਚਾਹੁੰਦਾ, ਤੈਨੂੰ ਵੀ ਪੋਲੈਂਡ ਦੀ ਸੁੰਦਰਤਾ ਦਾ ਪਤਾ ਲੱਗੇ। ਉਹ ਫਿੱਕਾ ਜਿਹਾ ਮੁਸਕਰਾਉਣ ਦਾ ਯਤਨ ਕਰ ਰਿਹਾ ਸੀ। ਜੈਕੀ ਨੇ ਮਹਿਸੂਸ ਕੀਤਾ ਉਹ ਆਪਣੀ ਖਿੱਚ ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ। ਕੰਮ ਪਹਿਲਾਂ, ਸਮਾਂ ਮਿਲਿਆ ਤੇ ਜ਼ਰੂਰ ਪੋਲੈਂਡ ਦੀ ਸੁੰਦਰਤਾ ਦੇਖੀ ਜਾਵੇਗੀ। ਟੌਮ ਨੇ ਉਸ ਵੱਲ ਬਹੁਤ ਧਿਆਨ ਨਾਲ ਵੇਖਿਆ। ਮੈਂ ਗੱਡੀ ਦਾ ਟਾਇਰ ਠੀਕ ਕਰਾਉਣ ਲਈ ਜਾਣਾ, ਉਸ ਵਿੱਚ ਪੈਂਚਰ ਹੈ, ਇੱਥੇ ਨੇੜੇ ਹੀ ਆ। ਕੱਲ ਨੂੰ ਵਾਪਸ ਲੈ ਆਵਾਂਗੇ। ਇੱਕ ਹੋਰ ਮੀਟਿੰਗ ਆ ਜਿੱਥੇ ਆਪਾਂ ਉਹਨਾਂ ਕੁੜੀਆਂ ਨੂੰ ਮਿਲਣਾ। ਕਮਰੇ ਵਿੱਚ ਹੋ ਕੇ ਬਸ ਨਿਕਲ ਚੱਲਾਂਗੇ। ਠੀਕ ਆ, ਤੂੰ ਕਮਰੇ ਵਿੱਚ ਜਾ, ਮੈਂ ਤਾਂ ਕੁਝ ਲੈਣਾ ਨਹੀਂ ਕਮਰੇ ਚੋਂ, ਮੈਂ ਆ ਮੈਗਜ਼ੀਨ ਪੜ੍ਹ ਲੈਂਦੀ ਆ। ਉਸਨੇ ਅੰਗਰੇਜ਼ੀ ਦਾ ਮੈਗਜ਼ੀਨ ਚੁੱਕਦਿਆਂ ਕਿਹਾ। ਟੌਮ ਨੂੰ ਜਿਵੇਂ ਸਕਤਾ ਮਾਰ ਗਿਆ ਹੋਵੇ। ਉਹ ਮੈਗਜ਼ੀਨ ਵਿੱਚ ਮਗਨ ਹੋਣ ਦਾ ਬਹਾਨਾ ਕਰਨ ਲੱਗੀ ਤੇ ਟੌਮ ਕੁਝ ਦੇਰ ਬੈਠਾ ਰਿਹਾ, ਫਿਰ ਉੱਠ ਕੇ ਚਲਾ ਗਿਆ। ਕੁਝ ਮਿੰਟਾਂ ਬਾਅਦ ਟੌਮ ਵਾਪਸ ਆ ਗਿਆ। ਜੈਕੀ ਨੇ ਉਸਨੂੰ ਵੇਖ ਲਿਆ ਸੀ। ਉਸਨੇ ਪਹਿਲਾਂ ਵੀ ਹਾਲ ਵਿੱਚ ਧਿਆਨ ਮਾਰਿਆ ਤੇ ਅੰਡਰ ਕਵਰ ਨੂੰ ਅਫਸਰ ਨੂੰ ਪਛਾਣ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੂੰ ਕੋਈ ਅਜਿਹਾ ਬੰਦਾ ਨਹੀਂ ਸੀ ਦਿਸਿਆ। ਟੌਮ ਦੇ ਆਉਣ ਤੇ ਉਸਨੇ ਇੱਕ ਵਾਰੀ ਫੇਰ ਹਾਲ ਦਾ ਨਜ਼ਰਾਂ ਨਾਲ ਸਰਵੇਖਣ ਕੀਤਾ। ਹੁਣ ਵੀ ਉਸਨੂੰ ਕੋਈ ਅਜਿਹਾ ਬੰਦਾ ਨਹੀਂ ਸੀ ਦਿਸਿਆ। ਉਸਨੇ ਆਪਣਾ ਸਿਰ ਉੱਚਾ ਕਰੀ ਆਪਣੇ ਮੋਢੇ ਅਗੜਾਈ, ਪੂਰੇ ਸਵੈ ਵਿਸ਼ਵਾਸ ਨਾਲ ਟੌਮ ਦੇ ਬਰਾਬਰ ਚੱਲ ਰਹੀ ਸੀ। ਉਸਦਾ ਆਤਮ ਵਿਸ਼ਵਾਸ ਟੌਮ ਦੀ ਖਿੱਚ ਨੂੰ ਹੋਰ ਵਧਾ ਰਿਹਾ ਸੀ। ਕਾਰ ਕੋਲ ਪਹੁੰਚੇ ਤਾਂ ਟੌਮ ਨੇ ਕਾਰ ਦਾ ਤਾਲਾ ਖੋਲ੍ਹ ਦਿੱਤਾ। ਉਹ ਯਾਤਰਾ ਵਾਲੀ ਸੀਟ ਤੇ ਜਾ ਬੈਠੀ ਤੇ ਟੌਮ ਡਰਾਈਵ ਕਰਨ ਲੱਗਾ। ਉਸਦੀ ਅੰਗੂਠੀ ਵਿੱਚ ਸ਼ੀਸ਼ੇ ਦਾ ਨਗ ਲੱਗਾ ਸੀ। ਉਸਨੇ ਆਪਣਾ ਹੱਥ ਇਸ ਤਰ੍ਹਾਂ ਰੱਖਿਆ ਕਿ ਪਿੱਛੋਂ ਆਉਂਦੀਆਂ ਗੱਡੀਆਂ ਉਸਨੂੰ ਮੁੰਦਰੀ ਦੇ ਨਗ ਵਿੱਚ ਦਿਖ ਸਕਣ। ਉਹ ਗੱਲਾਂ ਕਰਕੇ ਟੌਮ ਦਾ ਧਿਆਨ ਪਿਛਲੀਆਂ ਗੱਡੀਆਂ ਤੋਂ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਆਪ ਟੇਢੀ ਜਿਹੀ ਨਜ਼ਰ ਨਾਲ ਅੰਗੂਠੀ ਵਿੱਚੋਂ ਦੇਖ ਲੈਂਦੀ। ਜਦੋਂ ਪਾਰਕਿੰਗ 'ਚੋਂ ਬਾਹਰ ਨਿਕਲੇ ਤਾਂ ਇੱਕ ਹੋਰ ਗੱਡੀ ਪਾਰਕਿੰਗ 'ਚੋਂ ਤੁਰਨ ਲੱਗੀ ਸੀ।
ਜੈਕੀ ਨੂੰ ਉਮੀਦ ਸੀ ਸ਼ਾਇਦ ਇਹੋ ਉਹ ਅੰਡਰਕਵਰ ਅਫਸਰ ਹੋਵੇ, ਪਰ ਉਸਨੂੰ ਪੱਕਾ ਨਹੀਂ ਪਤਾ ਸੀ। ਉਹ ਸ਼ਹਿਰ ਤੋਂ ਕੁਝ ਦੂਰ ਨਿਕਲ ਆਏ ਸਨ। ਟੌਮ ਹੁਣ ਕੁਝ ਸ਼ਾਂਤ ਚਿੱਤ ਲੱਗਦਾ ਸੀ। ਜੈਕੀ ਪੋਲੈਂਡ ਬਾਰੇ ਗੱਲਾਂ ਕਰ ਰਹੀ ਸੀ। ਉਸਨੇ ਵੇਖਿਆ ਪਿੱਛੇ ਕੁਝ ਦੂਰ ਉਹੀ ਕਾਰ ਆ ਰਹੀ ਸੀ। ਟੌਮ ਉਸ ਕਾਰ ਵੱਲੋਂ ਬੇਫਿਕਰ ਉਸ ਨਾਲ ਮਿੱਠੀਆਂ ਮਾਰ ਰਿਹਾ ਸੀ। ਜੇ ਤੂੰ ਬੁਰਾ ਨਾ ਮਨਾਵੇਂ, ਮੈਂ ਇੱਕ ਨਿੱਜੀ ਗੱਲ ਤੇਰੇ ਤੋਂ ਪੁੱਛਣਾ ਚਾਹੁੰਦਾ। ਟੌਮ, ਤੂੰ ਜੋ ਮਰਜ਼ੀ ਪੁੱਛ, ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ? ਕੁਦਰਤ ਨੇ ਆਦਮੀ ਤੇ ਔਰਤ ਨੂੰ ਕਿਸੇ ਖਾਸ ਮਕਸਦ ਲਈ ਪੈਦਾ ਕੀਤਾ। ਜੇ ਦੋਨਾਂ ਵਿੱਚੋਂ ਇੱਕ ਨਾ ਹੋਵੇ ਤਾਂ ਮਨੁੱਖ ਜਾਤੀ ਅੱਗੇ ਨਹੀਂ ਵੱਧ ਸਕਦੀ। ਫਿਰ ਤੇਰਾ ਇੱਕ ਔਰਤ ਨਾਲ ਪਿਆਰ ਸੰਬੰਧ ਗੈਰ ਕੁਦਰਤੀ ਹੋਇਆ ਨਾ। ਅਸਲ 'ਚ ਪਾਪ ਹੈ ਜੇ ਤੂੰ ਕ੍ਰਿਸਚਨ ਧਰਮ 'ਚ ਯਕੀਨ ਰੱਖਦੀ ਹੈ ਤਾਂ। ਜੈਕੀ ਅਜਿਹੇ ਸਵਾਲ ਲਈ ਤਿਆਰ ਨਹੀਂ ਸੀ। ਉਹ ਟੌਮ ਵੱਲ ਵੇਖ ਕੇ ਮੁਸਕਰਾਈ ਤੇ ਮਨੋਮਨ ਜਵਾਬ ਬਾਰੇ ਸੋਚਣ ਲੱਗੀ। ਕਾਲਪਨਿਕ ਮਰੀਆਂ ਨੂੰ ਧਿਆਨ ਵਿੱਚ ਲਿਆਂਦਾ ਜਿਸ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਟੌਮ, ਕੋਈ ਵੀ ਸੱਚਾ ਸੁੱਚਾ ਰਿਸ਼ਤਾ ਗੈਰ ਕੁਦਰਤੀ ਨਹੀਂ ਹੁੰਦਾ। ਗੈਰ ਕੁਦਰਤੀ ਰਿਸ਼ਤਾ ਤਾਂ ਉਹ ਹੁੰਦਾ ਜਿਹੜਾ ਧੱਕੇ ਨਾਲ ਬਣਾਇਆ ਜਾਂਦਾ। ਪਿਆਰ ਦਾ ਰਿਸ਼ਤਾ ਕੁਦਰਤੀ ਹੈ, ਚਾਹੇ ਉਹ ਇਨਸਾਨ ਦਾ ਇਨਸਾਨ ਨਾਲ ਹੋਵੇ ਜਾਂ ਇਨਸਾਨ ਦਾ ਕਿਸੇ ਜਾਨਵਰ ਨਾਲ ਜਾਂ ਬਨਸਪਤੀ ਨਾਲ। ਤੈਨੂੰ ਪਤਾ ਹੀ ਆ, ਕਈ ਲੋਕ ਆਪਣੀ ਸਾਰੀ ਜਾਇਦਾਦ ਹੀ ਪਾਲਤੂ ਜਾਨਵਰਾਂ ਦੇ ਨਾਲ ਆ ਜਾਂਦੇ ਆ। ਇਹ ਪਿਆਰ ਕਰਕੇ ਹੀ ਆ ਨਾ। ਮਰੀਆ ਨਾਲ ਮੇਰਾ ਪਿਆਰ ਕੁਦਰਤੀ ਹੈ, ਧੱਕੇ ਵਾਲਾ ਨਹੀਂ। ਉਹ ਹਲਕਾ ਜਿਹਾ ਮੁਸਕਰਾਈ। ਉਸਨੂੰ ਆਪਣੇ ਜਵਾਬ ਨਾਲ ਤਸੱਲੀ ਸੀ। ਇਹੋ ਜਿਹੀਆਂ ਗੱਲਾਂ ਕਰਦੇ ਉਹ ਟਾਇਰਾਂ ਵਾਲੀ ਦੁਕਾਨ ਵਿੱਚ ਪਹੁੰਚ ਗਏ। ਪਿੱਛੇ ਆ ਰਹੀ ਕਾਰ ਉਹਨਾਂ ਤੋਂ ਅੱਗੇ ਲੰਘ ਗਈ। ਟੌਮ ਨੇ ਜੈਕੀ ਨੂੰ ਕਾਰ ਵਿੱਚ ਹੀ ਬੈਠਣ ਲਈ ਕਿਹਾ ਤੇ ਆਪ ਅੰਦਰ ਚਲਾ ਗਿਆ। ਕੁਝ ਮਿੰਟਾਂ ਬਾਅਦ ਉਹ ਇੱਕ ਟਾਇਰ ਫਿੱਟਰ ਨਾਲ ਬਾਹਰ ਆਇਆ। ਉਸਨੇ ਇੱਕ ਸਪੇਅਰ ਵੀਲ ਕਾਰ ਵਿੱਚ ਰੱਖ ਦਿੱਤਾ ਤੇ ਪਹਿਲਾਂ ਵਾਲਾ ਕੱਢ ਲਿਆ। ਟੌਮ ਨੇ ਉਸਨੂੰ ਪਾਲਿਸ਼ ਵਿੱਚ ਕੁਝ ਕਿਹਾ ਤੇ ਉਹ ਕਾਰ ਸਟਾਰਟ ਕਰਕੇ ਸੜਕ ਵਿੱਚ ਰਿਵਰਸ ਕਰਕੇ ਵਾਪਸ ਚੱਲ ਪਿਆ। ਉਸ ਕਾਰ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਹੁਣ ਆਪਾਂ ਮੀਟਿੰਗ ਲਈ ਜਾਣਾ? ਜੈਕੀ ਨੇ ਪੁੱਛਿਆ। ਨਹੀਂ, ਟਾਇਰਾਂ ਵਾਲੀ ਦੁਕਾਨ ਵਿੱਚ ਉਸਦਾ ਫੋਨ ਆਇਆ ਸੀ। ਉਹ ਆਪਾਂ ਨੂੰ ਹੋਟਲ ਵਿੱਚ ਹੀ ਮਿਲੇਗਾ। ਆਪਾਂ ਸਾਰੀ ਗੱਲ ਉਸ ਨਾਲ ਇੱਥੇ ਹੀ ਕਰ ਲਵਾਂਗੇ। ਜੇ ਸਭ ਕੁਝ ਠੀਕ ਹੋ ਗਿਆ ਪਰਸੋਂ ਸਵੇਰੇ ਨਿਕਲ ਚੱਲਾਂਗੇ ਤੇ ਸ਼ਾਮ ਵਾਲੀ ਫੈਰੀ ਫੜ ਲਵਾਂਗੇ। ਹਾਂ, ਇਹ ਵੀ ਠੀਕ ਹੈ। ਜੈਕੀ ਨੂੰ ਕੁਝ ਪਤਾ ਨਹੀਂ ਸੀ ਕਿ ਟੌਮੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ। ਉਹ ਸੱਚ ਬੋਲ ਰਿਹਾ ਸੀ ਜਾਂ ਝੂਠ, ਪਰ ਉਹ ਉਸ ਤੇ ਨਿਰਭਰ ਸੀ। ਇਹ ਵੀ ਸੰਭਵ ਸੀ ਉਹ ਜਾਣਬੁੱਝ ਕੇ ਹੋਟਲ ਵਿੱਚ ਜਾ ਰਿਹਾ ਹੋਵੇ। ਉਹ ਸੋਚਦਿਆਂ ਟੁੱਟਵੀਆਂ ਜੀਆਂ ਗੱਲਾਂ ਕਰਨ ਲੱਗੇ। ਹੋਟਲ ਪਹੁੰਚਣ ਤੋਂ ਪਹਿਲਾਂ ਉਸ ਨੂੰ ਲੰਚ ਲਈ ਇੱਕ ਚੰਗੇ ਰੈਸਟੋਰੈਂਟ ਵਿੱਚ ਲੈ ਗਿਆ। ਆ ਤੈਨੂੰ ਸ਼ੁੱਧ ਪੋਲਿਸ਼ ਖਾਣਾ ਖਿਲਾਵਾਂ, ਤੂੰ ਪਸੰਦ ਕਰੇਂਗੀ। ਤੇਰੀ ਮਿਹਰਬਾਨੀ ਕਹਿੰਦੇ ਆ ਉਹ ਉਸ ਦੇ ਨਾਲ ਚੱਲ ਪਈ। ਖਾਣਾ ਵਾਕਿਆ ਹੀ ਬਹੁਤ ਸਵਾਦ ਸੀ। ਉਸਨੇ ਬੀਅਰ ਦੀ ਇੱਕ ਛੋਟੀ ਬੋਤਲ ਵੀ ਪੀ ਲਈ ਸੀ। ਟੌਮ ਹੁਣ ਖੁਸ਼ ਲੱਗਦਾ ਸੀ। ਜੈਕੀ ਨੇ ਵੀ ਆਮ ਵਰਗਾ ਵਰਤਾਅ ਜਾਰੀ ਰੱਖਿਆ। ਖਾਣਾ ਖਾ ਕੇ ਉਹ ਹੋਟਲ ਵੱਲ ਨੂੰ ਚੱਲ ਪਏ। ਟੌਮ ਨੇ ਘੜੀ ਵੇਖੀ। ਲੱਗਦਾ ਆਪਾਂ ਲੇਟ ਹੋ ਜਾਵਾਂਗੇ। ਜਿਸ ਬੰਦੇ ਨੇ ਕੁੜੀਆਂ ਨੂੰ ਲੈ ਕੇ ਆਉਣਾ ਸੀ ਉਹ ਸਮੇਂ ਦਾ ਬਹੁਤ ਪਾਬੰਦ ਹੈ। ਟੌਮ ਦੀ ਆਵਾਜ਼ ਵਿੱਚ ਕੁਝ ਕਾਹਲ ਦੀ ਝਲਕ ਸੀ। ਫਿਰ ਆਪਾਂ ਲੰਚ ਨਹੀਂ ਸੀ ਕਰਨਾ? ਜੈਕੀ ਨੂੰ ਮਹਿਸੂਸ ਹੋਇਆ ਉਹ ਸ਼ਾਇਦ ਸੱਚ ਕਹਿ ਰਿਹਾ ਸੀ। ਟੌਮ ਨੇ ਕੋਈ ਜਵਾਬ ਨਾ ਦਿੱਤਾ। ਉਹ ਹੋਟਲ ਪਹੁੰਚੇ ਤਾਂ ਟੌਮ ਤੇਜ਼ ਕਦਮਾਂ ਨਾਲ ਕਮਰੇ ਵੱਲ ਵਧਿਆ। ਜੈਕੀ ਵੀ ਉਸਦੇ ਪਿੱਛੇ ਸੀ। ਲੌਬੀ ਵਿੱਚ ਕੋਈ ਉਹਨਾਂ ਦੀ ਉਡੀਕ ਨਹੀਂ ਸੀ ਕਰ ਰਿਹਾ। ਟੌਮ ਨੇ ਸੁੱਖ ਦਾ ਸਾਹ ਲਿਆ। ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਉਹ ਫੋਨ ਤੇ ਕਿਸੇ ਨਾਲ ਪਾਲਿਸ਼ ਵਿੱਚ ਗੱਲ ਕਰ ਰਿਹਾ ਸੀ। ਜੈਕੀ ਨੂੰ ਅੰਦਰ ਜਾਣ ਲਈ ਉਸਨੇ ਪਾਸੇ ਹੋ ਕੇ ਇੱਕ ਹੱਥ ਨਾਲ ਬੂਹਾ ਫੜੀ ਰੱਖਿਆ ਤੇ ਉਸਨੂੰ ਅੰਦਰ ਲੰਘ ਜਾਣ ਦਿੱਤਾ। ਉਹ 5-7 ਮਿੰਟ ਵਿੱਚ ਆ ਰਹੇ ਨੇ। ਨੀਚੇ ਕਾਰ ਪਾਰਕ 'ਚ। ਜੈਕੀ ਅੰਦਰ ਲੰਘ ਗਈ ਤੇ ਟੌਮ ਨੇ ਡੋਰ ਬੰਦ ਕਰ ਦਿੱਤੀ। ਜੈਕੀ ਦਾ ਮੱਥਾ ਠਣਕਿਆ। ਕਿਤੇ ਉਹ ਝੂਠ ਹੀ ਨਾ ਬੋਲ ਰਿਹਾ ਹੋਵੇ। ਉਹ ਚਤੰਨ ਹੋ ਕੇ ਖੜ ਗਈ। ਉਸਦੀ ਪਿੱਠ ਬੈੱਡ ਵੱਲ ਸੀ। ਉਹ ਟੌਮ ਦੀਆਂ ਹਰਕਤਾਂ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਸੀ। ਅਚਾਨਕ ਟੌਮ ਨੇ ਉਸਨੂੰ ਧੱਕਾ ਦਿੱਤਾ ਤੇ ਉਹ ਪਿੱਠ ਪਰ ਬੈੱਡ ਤੇ ਡਿੱਗ ਪਈ। ਟੌਮ ਅੱਗੇ ਵਧਣ ਲਈ ਹਿੱਲਿਆ ਹੀ ਸੀ ਕਿ ਜੈਕੀ ਨੇ ਦੋਵੇਂ ਪੈਰ ਜੋੜ ਕੇ ਉਸਦੇ ਢਿੱਡ ਵਿੱਚ ਮਾਰੇ। ਵੈਸੇ ਉਸਦਾ ਨਿਸ਼ਾਨਾ ਢਿੱਡ ਤੋਂ ਹੇਠਾਂ ਕਰਕੇ ਉਸ ਤੇ ਹਮਲਾ ਕਰਨ ਦਾ ਸੀ। ਟੌਮ ਅਚਾਨਕ ਵੱਜੀ ਕਿੱਕ ਨਾਲ ਪਿੱਛੇ ਹਟ ਗਿਆ। ਜੈਕੀ ਅੱਧਾ ਉੱਠ ਗਈ ਸੀ। ਟੌਮ ਜਲਦੀ ਨਾਲ ਉਸ ਤੇ ਹਮਲਾਵਰ ਹੋ ਗਿਆ। ਇਸ ਵਾਰ ਉਸਨੇ ਜੈਕੀ ਦੀ ਸੰਗੀ ਨੂੰ ਕਾਬੂ ਕਰ ਲਿਆ ਸੀ। ਜੈਕੀ ਦਾ ਸਾਹ ਘੁੱਟ ਰਿਹਾ ਸੀ। ਖੱਬੇ ਹੱਥ ਨਾਲ ਉਹ ਟੌਮ ਦਾ ਹੱਥ ਸੰਗੀ ਤੋਂ ਹਟਾਉਣ ਦਾ ਯਤਨ ਕਰ ਰਹੀ ਸੀ। ਟੌਮ ਸੰਗੀ ਨੂੰ ਲੋੜ ਅਨੁਸਾਰ ਦਬਾ ਰਿਹਾ ਸੀ ਤਾਂ ਜੋ ਜੈਕੀ ਵਿਰੋਧ ਤਿਆਗ ਕੇ ਸਮਰਪਿਤ ਹੋ ਜਾਵੇ। ਜੈਕੀ ਨੇ ਸੱਜੇ ਹੱਥ ਨਾਲ ਆਪਣੀ ਪਤਲੂਨ ਦੀ ਜੇਬ ਚੋਂ ਟੇਜ਼ਰ ਕੱਢਿਆ ਤੇ ਟੌਮ ਦੀ ਬਾਂਹ ਵਿੱਚ ਖੋਭ ਦਿੱਤਾ। ਟੌਮ ਦੀ ਪਕੜ ਢਿੱਲੀ ਹੋ ਗਈ। ਬਿਜਲੀ ਦੇ ਕਰੰਟ ਨੇ ਉਸਦਾ ਸਰੀਰ ਝੂਠਾ ਕਰ ਦਿੱਤਾ ਸੀ। ਜੈਕੀ ਨੇ ਉਸਨੂੰ ਧੱਕਾ ਦਿੱਤਾ ਤੇ ਉਹ ਬੈੱਡ ਦੇ ਨਾਲ ਹੀ ਲੁੜਕ ਗਿਆ। ਜੈਕੀ ਉੱਠੀ ਤੇ ਇੱਕ ਜ਼ਬਰਦਸਤ ਘਸੁੰਨ ਉਸਦੇ ਮੂੰਹ ਤੇ ਜੜ ਦਿੱਤਾ। ਪਤਾ ਨਹੀਂ ਉਸਦੀ ਤਕਲੀਫ ਟੌਮ ਨੇ ਮਹਿਸੂਸ ਕੀਤੀ ਜਾਂ ਨਹੀਂ। ਜੈਕੀ ਨੂੰ ਸੰਤੁਸ਼ਟਤਾ ਦਾ ਅਹਿਸਾਸ ਹੋਇਆ ਸੀ। ਉਸਨੇ ਲੰਬੇ ਸਾਹ ਲੈ ਕੇ ਆਪਣੇ ਆਪ ਨੂੰ ਸਾਵਾਂ ਕੀਤਾ। ਜੈਕੀ ਨੂੰ ਪਤਾ ਸੀ ਕੁਝ ਮਿੰਟਾਂ ਲਈ ਟੌਮ ਇਸੇ ਤਰ੍ਹਾਂ ਨਢਾਲ ਰਹੇਗਾ। ਇੱਕ ਵਾਰ ਤਾਂ ਉਸਨੂੰ ਕਾਬੂ ਵਿੱਚ ਰੱਖਣ ਲਈ ਕਾਮਯਾਬ ਹੋ ਗਈ ਸੀ। ਉਸਨੂੰ ਕੁਝ ਹੋਰ ਵੀ ਸੋਚਣਾ ਪੈਣਾ ਸੀ। ਉਹ ਉਸਦੇ ਸਾਹਮਣੇ ਕੁਰਸੀ ਤੇ ਬਹਿ ਗਈ। ਹਕਾਰਤ ਭਰੀ ਨਜ਼ਰ ਨਾਲ ਉਸਨੂੰ ਵੇਖਣ ਲੱਗੀ। ਕੁਝ ਸਮੇਂ ਬਾਅਦ ਟੌਮ ਦੇ ਸਰੀਰ ਵਿੱਚ ਹਰਕਤ ਹੋਈ। ਉਹ ਥੋੜਾ ਉੱਠ ਕੇ ਬਹਿ ਗਿਆ ਤੇ ਹੈਰਾਨੀ ਤੇ ਬੇਯਕੀਨੀ ਨਾਲ ਉਸਨੂੰ ਵੇਖਣ ਲੱਗਾ। ਜੈਕੀ ਉਸਦੇ ਸਾਹਮਣੇ ਬਹਿ ਗਈ। ਉਸਨੇ ਉਸਦੀ ਸੱਜੀ ਬਾਂਹ ਫੜੀ ਤੇ ਜ਼ੋਰ ਦਾ ਝਟਕਾ ਮਾਰਿਆ। ਨਾਲ ਹੀ ਟੌਮ ਦੀ ਚੀਕ ਨਿਕਲ ਗਈ। ਜੈਕੀ ਨੇ ਆਪਣਾ ਹੱਥ ਉਸਦੇ ਮੂੰਹ ਤੇ ਰੱਖ ਲਿਆ। ਟੌਮ ਦਾ ਮੋਢਾ ਨਿਕਲ ਗਿਆ ਸੀ ਤੇ ਇਹੋ ਜੈਕੀ ਕਰਨਾ ਚਾਹੁੰਦੀ ਸੀ। ਸ਼ਟ ਅਪ, ਨਹੀਂ ਤਾਂ ਦੂਜੀ ਬਾਂਹ ਦਾ ਵੀ ਇਹੋ ਹਾਲ ਹੋਊ। ਮੈਂ ਇਹ ਕੁਝ ਕਰਨਾ ਨਹੀਂ ਸੀ ਚਾਹੁੰਦੀ, ਪਰ ਤੂੰ ਮੈਨੂੰ ਮਜਬੂਰ ਕੀਤਾ। ਪਲੀਜ਼ ਮੈਨੂੰ ਮਾਫ ਕਰ ਤੇ ਹਸਪਤਾਲ ਲੈ ਚੱਲ।
ਨਹੀਂ ਤਾਂ ਸਾਰਾ ਕੰਮ ਵਿੱਚੇ ਰਹਿ ਜੂ। ਉਹ ਮਿੰਨਤਾਂ ਤੇ ਉਤਰਿਆ ਆ। ਉਹਨਾਂ ਲੋਕਾਂ ਨੇ ਕਦੋਂ ਆਉਣਾ? ਸਵੇਰੇ, ਬਹੁਤ ਜਲਦੀ, ਤੇ ਉਸ ਵਕਤ ਹੀ ਆਪਾਂ ਚੱਲ ਪੈਣਾ। ਪਰ ਹੁਣ ਇਹ ਕਿਵੇਂ ਹੋਊ? ਮੈਂ ਟਾਇਰਾਂ ਵਾਲੀ ਦੁਕਾਨ ਤੇ ਵੀ ਜਾਣਾ। ਟੌਮ ਦੀਆਂ ਅੱਖਾਂ 'ਚ ਡਰ ਤੇ ਦਰਦ ਦਾ ਮਿਲਿਆ ਜੁਲਿਆ ਪ੍ਰਭਾਵ ਸੀ, ਤੇ ਜੈਕੀ ਦੀਆਂ ਅੱਖਾਂ 'ਚੋਂ ਨਫ਼ਰਤ ਤੇ ਗੁੱਸੇ ਦੀ ਅੱਗ ਵਰ ਰਹੀ ਸੀ। ਉਸਨੇ ਇੱਕ ਹੋਰ ਘਸੁੰਨ ਉਸਦੇ ਜੜ ਦਿੱਤਾ ਜਿਸ ਦੀ ਲੋੜ ਨਹੀਂ ਸੀ, ਪਰ ਗੁੱਸੇ ਨੇ ਉਸਨੂੰ ਪਲ ਲਈ ਬੇਕਾਬੂ ਕਰ ਦਿੱਤਾ ਸੀ। ਸੁਣ ਨਾ ਤਾਂ ਮੈਂ ਕਿਸੇ ਮਰੀਆਂ ਨੂੰ ਜਾਣਦੀ ਹਾਂ। ਮੇਰਾ ਆਪਣਾ ਬॉयਫ੍ਰੈਂਡ ਹੈ ਤੇ ਉਹ ਬਹੁਤ ਚੰਗਾ ਬਾਕਸਰ ਹੈ। ਮੈਂ ਸੋਚਿਆ ਸੀ ਸ਼ਾਇਦ ਇਸ ਬਹਾਨੇ ਤੂੰ ਮੇਰਾ ਖਹਿੜਾ ਛੱਡ ਦਵੇਂ, ਪਰ ਜੇ ਤੂੰ ਹੁਣ ਮੈਨੂੰ ਹੱਥ ਲਾਉਣ ਦਾ ਵੀ ਯਤਨ ਕੀਤਾ ਤੇ ਤੇਰੇ ਨਾਲ ਬੁਰੀ ਹੋਊ, ਸਮਝਿਆ? ਉਸਨੇ ਆਪਣੀ ਉਂਗਲ ਉਸਦੇ ਮੂੰਹ ਦੇ ਨੇੜੇ ਲਿਜਾ ਕੇ ਇੱਕ ਸ਼ਬਦ ਨਿਖਾਰ ਕੇ ਕਿਹਾ, ਮੈਂ ਮਾਫੀ ਚਾਹੁੰਦਾ। ਬਿਲਕੁਲ ਤੇਰੇ ਨਾਲ ਮੈਂ ਗਲਤ ਵਰਤਾਅ ਨਹੀਂ ਕਰਾਂਗਾ, ਪਲੀਜ਼। ਉਸਦੀਆਂ ਅੱਖਾਂ ਵਿੱਚ ਵੀ ਨਰਮੀ ਤੇ ਬੇਨਤੀ ਦੇ ਭਾਵ ਆ ਗਏ ਸਨ। ਕਿੰਨੇ ਵਜੇ ਜਾਣਾ ਤੂੰ ਟਾਇਰ ਲੈਣ? 4:30 ਵਜੇ ਉੱਥੇ ਪਹੁੰਚਣਾ। ਸਵੇਰੇ ਕਿੰਨੇ ਵਜੇ ਚੱਲਣਾ? 5 ਵਜੇ। ਮੈਂ ਸਵੇਰੇ 5 ਵਜੇ ਤੈਨੂੰ ਰਿਸੈਪਸ਼ਨ ਤੇ ਮਿਲੂ। ਕੋਈ ਪ੍ਰੋਗਰਾਮ ਵਿੱਚ ਤਬਦੀਲੀ ਹੋਈ ਤੇ ਮੇਰੇ ਕਮਰੇ ਵਿੱਚ ਰੁੱਕਾ ਲਿਖ ਕੇ ਸੁੱਟ ਦਵੀਂ। ਜੈਕੀ ਨੇ ਇੱਕ ਹੱਥ ਉਸਦੇ ਮੋਢੇ ਤੇ ਰੱਖਿਆ ਤੇ ਦੂਜੇ ਹੱਥ ਨਾਲ ਉਸਨੇ ਟੌਮ ਦੇ ਹੱਥ ਹੇਠ ਆਪਣਾ ਹੱਥ ਰੱਖਿਆ ਤੇ ਇੱਕ ਉੱਪਰ ਵੱਲ ਨੂੰ ਝਟਕਾ ਦਿੱਤਾ। ਉਸਦਾ ਮੋਢਾ ਥਾਂ ਸਿਰ ਬਹਿ ਗਿਆ ਸੀ। ਟੌਮ ਹੈਰਾਨ ਸੀ। ਅਜਿਹੀ ਕਾਰਗਰੀ ਦੀ ਉਸਨੂੰ ਜੈਕੀ ਤੋਂ ਆਸ ਨਹੀਂ ਸੀ। ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਜਾ ਕੇ ਉਸਨੇ ਸਕਾਟ ਨਾਲ ਗੱਲ ਕੀਤੀ ਤੇ ਸਾਰੀ ਘਟਨਾ ਬਿਆਨ ਕੀਤੀ। ਟੌਮ ਦਾ ਟਾਇਰਾਂ ਵਾਲੀ ਦੁਕਾਨ ਬਾਰੇ, ਬਾਕੀ ਸਾਰੇ ਪ੍ਰੋਗਰਾਮ ਬਾਰੇ ਉਸਨੂੰ ਦੱਸਿਆ। ਤੂੰ ਫਿਕਰ ਨਾ ਕਰ, ਮੈਨੂੰ ਖੁਸ਼ੀ ਹੈ ਤੂੰ ਆਪਣੇ ਆਪ ਨੂੰ ਬਚਾ ਲਿਆ। ਟੌਮ ਸਾਡੀ ਨਜ਼ਰ 'ਚ ਆ, ਇੱਥੇ ਵੀ ਸਾਰਾ ਪ੍ਰਬੰਧ ਹੋ ਗਿਆ। ਅਜੇ ਵੀ ਤੂੰ ਚੌਕਸ ਰਹੀਂ। ਸਕਾਟ ਨਾਲ ਗੱਲ ਕਰਕੇ ਉਸਨੂੰ ਤਸੱਲੀ ਹੋਈ। ਸਵੇਰੇ ਸਮੇਂ ਸਿਰ ਜਾਗ ਕੇ ਜੈਕੀ ਨੇ ਆਪਣੀ ਤਿਆਰੀ ਕਰ ਲਈ। 5:15 ਵਜੇ ਉਸਦੀ ਡੋਰ ਤੇ ਖੜਾਕ ਹੋਇਆ। ਕਮਰੇ ਵਿੱਚ ਇੱਕ ਨਜ਼ਰ ਮਾਰ ਕੇ ਉਸਨੇ ਤਸੱਲੀ ਕੀਤੀ ਉਹ ਕੋਈ ਚੀਜ਼ ਭੁੱਲੀ ਤਾਂ ਨਹੀਂ ਸੀ। ਦਰਵਾਜ਼ਾ ਖੋਲ੍ਹਿਆ ਤੇ ਟੌਮ 5-7 ਕਦਮ ਦੂਰ ਖੜਾ ਸੀ। ਲੁਕਵੀਂ ਜਿਹੀ ਮੁਸਕਰਾਹਟ ਜੈਕੀ ਦੇ ਬੁੱਲਾਂ ਤੇ ਆਈ। ਟੌਮ ਬਿਨਾਂ ਕੁਝ ਕਹੇ ਉਸਦੇ ਅੱਗੇ ਚੱਲ ਪਿਆ। ਹੋਟਲ ਵਿੱਚ ਚੁੱਪ ਚਰਾਂ ਸੀ। ਰਿਸੈਪਸ਼ਨ ਤੇ ਕੁਝ ਨਵੇਂ ਆਏ ਯਾਤਰੀ ਖੜੇ ਸਨ। ਟੌਮ ਨੇ ਆਪਣੇ ਕਮਰੇ ਦੀ ਚਾਬੀ ਫੜਾਈ। ਜੈਕੀ ਨੇ ਵੀ ਕਾਊਂਟਰ ਤੇ ਰੱਖ ਦਿੱਤੀ। ਟੌਮ ਥੈਂਕ ਯੂ ਕਹਿ ਕੇ ਗੇਟ ਵੱਲ ਨੂੰ ਚੱਲ ਪਿਆ। ਜੈਕੀ ਉਸਦੇ ਪਿੱਛੇ ਚੱਲ ਪਈ। ਟੌਮ ਨੇ ਚੈੱਕਆਊਟ ਪਤਾ ਨਹੀਂ ਕਦੋਂ ਕਰ ਲਿਆ ਸੀ। ਹੋਟਲ ਦੇ ਗੇਟ ਵਿੱਚੋਂ ਬਾਹਰ ਨਿਕਲੇ ਤਾਂ ਜੈਕੀ ਧੌਣ ਕੜਾਈ ਪੂਰੇ ਜਵੇ ਨਾਲ ਕਦਮ ਪੁੱਟਦੀ ਟੌਮ ਦੇ ਬਰਾਬਰ ਚੱਲ ਰਹੀ ਸੀ। ਉਹ ਕਾਰ ਕੋਲ ਪਹੁੰਚੇ ਤਾਂ ਇੱਕ ਆਦਮੀ ਨੇੜੇ ਹੀ ਪਾਰਕ ਹੋਈ ਕਾਰ ਚੋਂ ਬਾਹਰ ਨਿਕਲਿਆ। ਉਸ ਨਾਲ 2 ਅਲੜ ਕੁੜੀਆਂ ਵੀ ਸਨ ਤੇ ਉਹ ਬਾਹਰ ਨਿਕਲ ਆਈਆਂ। ਜੈਕੀ ਨੇ ਉਸ ਆਦਮੀ ਨੂੰ ਤੇ ਕੁੜੀਆਂ ਨੂੰ ਨੀਝ ਨਾਲ ਦੇਖਿਆ। ਕੁੜੀਆਂ ਉਸ ਕੋਲ ਆ ਗਈਆਂ ਤੇ ਹੈਲੋ ਕਿਹਾ। ਖੁਸ਼ ਲੱਗ ਰਹੀਆਂ ਸਨ। ਨਵੀਂ ਜ਼ਿੰਦਗੀ ਦੇ ਉਹਨਾਂ ਨੇ ਪਤਾ ਨਹੀਂ ਕਿਹੋ ਜਿਹੇ ਸੁਪਨੇ ਵੇਖੇ ਸਨ। ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਸੇ ਸਵਰਗ ਦੇ ਲਏ ਸੁਪਨਿਆਂ ਦੀ ਥਾਂ ਨਰਕ ਦਾ ਦਵਾਰ ਖੜਕਾਉਣ ਜਾ ਰਹੀਆਂ ਸਨ। ਜੈਕੀ ਨੇ ਆਪਣੇ ਭਾਵਾਂ ਨੂੰ ਦਬਾ ਲਿਆ ਤੇ ਉਹ ਮੁਸਕਰਾਹਟ ਨਾਲ ਕੁੜੀਆਂ ਦਾ ਸਵਾਗਤ ਕੀਤਾ। ਟੌਮ ਨੇ ਦੂਰੋਂ ਹੀ ਕਾਰ ਦਾ ਲੌਕ ਖੋਲ੍ਹਿਆ। ਕੁੜੀਆਂ ਆਪਣੇ ਬੈਗ ਡਿੱਗੀ ਵਿੱਚ ਰੱਖੇ ਤੇ ਨਾਲ ਹੀ ਜੈਕੀ ਨੇ ਆਪਣਾ ਬੈਗ ਰੱਖ ਦਿੱਤਾ। ਉਸਨੇ ਉਹਨਾਂ ਨੂੰ ਗੱਡੀ ਵਿੱਚ ਬੈਠਣ ਦਾ ਇਸ਼ਾਰਾ ਕੀਤਾ। ਬੈਠਣ ਸਾਰ ਉਸਨੇ ਜਲਦੀ ਨਾਲ ਸਕਾਟ ਨੂੰ ਸੰਖੇਪ ਸੁਨੇਹਾ ਦਿੱਤਾ। ਟੌਮ ਉਸ ਬੰਦੇ ਨਾਲ ਪੋਲਿਸ਼ ਵਿੱਚ ਗੱਲ ਕਰ ਰਿਹਾ ਸੀ, ਉਹ ਵੀ ਬਹੁਤ ਨੀਵੀਂ ਆਵਾਜ਼ ਵਿੱਚ। 5 ਮਿੰਟ ਬਾਅਦ ਉਹ ਕਾਰ ਵਿੱਚ ਆ ਬੈਠਾ। ਕੁੜੀਆਂ ਨੂੰ ਹੈਲੋ ਕਹਿ ਕੇ ਕਾਰ ਸਟਾਰਟ ਕਰ ਲਈ। ਜੈਕੀ ਨੇ ਕੁੜੀਆਂ ਨਾਲ ਮਾਮੂਲੀ ਜਿਹੀ ਗੱਲ ਕੀਤੀ ਤਾਂ ਉਹ ਵੀ ਮਾੜੀ ਮੋਟੀ ਅੰਗਰੇਜ਼ੀ ਬੋਲ ਸਕਦੀਆਂ ਸਨ। ਟੌਮ ਚੁੱਪ ਸੀ। ਕੁਝ ਦੇਰ ਦੂਰ ਜਾ ਕੇ ਉਸਨੇ ਕੁੜੀਆਂ ਨੂੰ ਸਮਝਾਉਣ ਵਾਂਗ ਕੁਝ ਗੱਲਾਂ ਪੋਲਿਸ਼ ਭਾਸ਼ਾ ਵਿੱਚ ਕਹੀਆਂ। ਕੁੜੀਆਂ ਸਿਰ ਮਾਰ ਕੇ ਹਾਂ ਕਰਦੀਆਂ ਰਹੀਆਂ। ਜੈਕੀ ਚੁੱਪ ਬੈਠੀ ਸੋਚ ਰਹੀ ਸੀ ਕਿ ਉਸਦਾ ਕੋਈ ਖਾਸ ਰੋਲ ਤਾਂ ਹੈ ਨਹੀਂ, ਫਿਰ ਟੌਮ ਉਸਨੂੰ ਨਾਲ ਕਿਉਂ ਲੈ ਕੇ ਆਇਆ? ਕਿਸੇ ਨਾਲ ਮੀਟਿੰਗ ਵਿੱਚ ਵੀ ਉਹ ਸ਼ਾਮਲ ਨਹੀਂ ਸੀ। ਕੁੜੀਆਂ ਨਾਲ ਵੀ ਉਸਦੀ ਕੋਈ ਜਾਣ ਪਛਾਣ ਪਹਿਲਾਂ ਨਹੀਂ ਸੀ ਕਰਾਈ ਗਈ। ਟੌਮ ਦਾ ਇੱਕੋ ਇੱਕ ਇਰਾਦਾ ਹੋ ਸਕਦਾ ਸੀ ਜੋ ਪੂਰਾ ਨਹੀਂ ਹੋ ਸਕਿਆ ਤੇ ਹੁਣ ਉਹ ਸ਼ਰਮ ਦਾ ਮਾਰਿਆ ਉਸ ਨਾਲ ਗੱਲ ਵੀ ਨਹੀਂ ਸੀ ਕਰ ਸਕਦਾ। ਦੂਜੇ ਪਾਸੇ ਸਕਾਟ ਨੂੰ ਕੁਝ ਨਾ ਕੁਝ ਜਾਣਕਾਰੀ ਦੇਣ 'ਚੋਂ ਕਾਮਯਾਬ ਰਹੀ। ਟੌਮ ਦੀ ਗੱਡੀ ਸਦਾ ਉਸਦੇ ਰਡਾਰ ਹੇਠ ਸੀ। ਲੰਡਨ ਪਹੁੰਚ ਕੇ ਹੀ ਪਤਾ ਲੱਗਣਾ ਸੀ ਕਿ ਸਕਾਟ ਨੂੰ ਕਿੰਨੀ ਕੁ ਕਾਮਯਾਬੀ ਹੋਈ ਹੈ ਤੇ ਉਹ ਇਹਨਾਂ ਮਾਸੂਮ ਕੁੜੀਆਂ ਨੂੰ ਬਚਾ ਸਕੇਗੀ ਜਾਂ ਨਹੀਂ। ਇਸ ਵੇਲੇ ਉਹਨਾਂ ਨੂੰ ਪੋਲੈਂਡ ਜਾਂ ਬੈਲਜੀਅਮ ਦੀ ਪੁਲਿਸ ਵੱਲੋਂ ਪੁੱਛਗਿੱਛ ਕਰਨ ਦਾ ਧੜਕੂ ਲੱਗਾ ਸੀ। ਜੇ ਸ਼ੱਕ ਕਾਰਨ ਪੁਲਿਸ ਉਹਨਾਂ ਨੂੰ ਰੋਕ ਲਵੇ ਤਾਂ ਕਹਾਣੀ ਗੁੰਝਲਦਾਰ ਬਣ ਸਕਦੀ ਸੀ। ਉਸ ਦੀ ਬਚਤ ਤਾਂ ਹੋ ਜਾਣੀ ਸੀ, ਪਰ ਲੰਡਨ ਦੇ ਤੇ ਪੋਲੈਂਡ ਦੇ ਗਰੋਹ ਨੂੰ ਫੜਨ ਵਿੱਚ ਕਾਮਯਾਬੀ ਯਕੀਨਨ ਨਹੀਂ ਸੀ ਰਹਿਣੀ। ਟੌਮ ਜੇ ਪੁਲਿਸ ਨੇ ਰੋਕ ਕੇ ਪੁੱਛਿਆ ਤਾਂ ਆਪਣੇ ਜਵਾਬ ਵੱਖੋ-ਵੱਖ ਨਹੀਂ ਹੋਣੇ ਚਾਹੀਦੇ। ਤੂੰ ਤੇ ਮੈਂ ਵੀਕਐਂਡ ਗੁਜ਼ਾਰਨ ਲਈ ਆਏ ਸੀ। ਇਹ ਕੁੜੀਆਂ ਮੇਰੀ ਜਾਣ ਪਛਾਣ ਵਿੱਚੋਂ ਹਨ। ਇਹਨਾਂ ਨਾਲ ਮੇਰੇ ਪਰਿਵਾਰਕ ਸੰਬੰਧ ਹਨ। ਇਹਨਾਂ ਨੇ ਲੰਡਨ ਜਾਣਾ ਸੀ ਤੇ ਅਸੀਂ ਇਹਨਾਂ ਨੂੰ ਲਿਫਟ ਦਿੱਤੀ ਹੈ। ਇਹ ਗੱਲ ਮੈਂ ਇਹਨਾਂ ਨੂੰ ਸਮਝਾ ਦਿੱਤੀ ਹੈ। ਟੌਮ ਕੁਝ ਕੁ ਆਮ ਹਾਲਤ ਵਿੱਚ ਆ ਗਿਆ ਸੀ। ਜੈਕੀ ਨੂੰ ਉਸਦੀ ਗੱਲ ਠੀਕ ਲੱਗੀ। ਇਸ ਤੋਂ ਚੰਗਾ ਬਹਾਨਾ ਕੋਈ ਹੋ ਨਹੀਂ ਸੀ ਸਕਦਾ। ਉਹ ਕੁਝ ਕੁ ਹੋਰ ਸੋਚਣ ਲੱਗੀ। ਕਮਰਿਆਂ ਦਾ ਬਿੱਲ ਇੱਕੋ ਦਿੱਤਾ ਜਾਂ ਅੱਡੋ ਅੱਡੀ? 2 ਥਾਈਂ ਤੇ ਕੈਸ਼। ਮੇਰੇ ਵਾਲੇ ਕਮਰੇ ਦਾ ਬਿੱਲ ਪਾੜ ਦੇ। ਜੇ ਪਿੱਛ ਹੋਈ ਤਾਂ ਇਹੋ ਕਹਿਣਾ ਕਿ ਅਸੀਂ ਇੱਕ ਹੀ ਕਮਰਾ ਬੁੱਕ ਕਰਾਇਆ ਸੀ ਤੇ ਇੱਕੋ ਕਮਰੇ 'ਚ ਰਹੇ। ਟੌਮ ਨੇ ਆਪਣੀ ਕੋਟ ਦੀ ਅੰਦਰ ਦੀ ਜੇਬ 'ਚੋਂ ਬਿੱਲ ਕੱਢ ਕੇ ਉਸਨੂੰ ਫੜਾ ਦਿੱਤੇ ਤੇ ਉਸਨੇ ਆਪਣੇ ਕਮਰੇ ਦਾ ਬਿੱਲ ਪਾੜ ਦਿੱਤਾ। ਰਸਤੇ ਵਿੱਚ ਉਹ 3 ਵਾਰ ਰੁਕੇ। 6 ਵਜੇ ਸ਼ਾਮ ਨੂੰ ਜੈਬਰਗ ਪਹੁੰਚ ਗਏ, ਜਿੱਥੋਂ ਉਹਨਾਂ ਨੇ 7:30 ਵਜੇ ਫੈਰੀ ਮਿਲ ਗਈ ਤੇ ਉਹ ਲੰਡਨ ਨੂੰ ਰਵਾਨਾ ਹੋ ਗਏ। ਟੌਮ ਦੇ ਨਾਲ ਜੈਕੀ ਵੀ ਖੁਸ਼ ਸੀ ਕਿ ਕੋਈ ਪੁੱਛ-ਛਾਣ ਨਹੀਂ ਹੋਈ ਸੀ। ਸਕਾਟ ਨੂੰ ਉਸਨੇ ਮੈਸੇਜ ਪਾ ਦਿੱਤਾ ਤੇ ਬੀਅਰ ਦੀ ਛੋਟੀ ਬੋਤਲ ਦਾ ਆਨੰਦ ਲੈਂਦਿਆਂ ਕੁੜੀਆਂ ਨਾਲ ਨਿੱਕੀਆਂ-ਨਿੱਕੀਆਂ
ਦੀਆਂ ਗੱਲਾਂ ਕਰਨ ਲੱਗੀ। ਉਹ ਉਸਨੂੰ ਲੰਡਨ ਬਾਰੇ ਸਵਾਲ ਪੁੱਛ ਰਹੀਆਂ ਸਨ। ਲੰਡਨ ਹਵਾਈ ਅੱਡੇ ਤੇ ਪਹੁੰਚ ਕੇ ਰਾਜੂ ਨੇ ਟੈਕਸੀ ਨੂੰ ਫੋਨ ਕਰ ਦਿੱਤਾ। ਘਰੋਂ ਕਿਸੇ ਨੂੰ ਸੱਦਣ ਨਾਲੋਂ ਟੈਕਸੀ ਵਾਲਾ ਸੌਦਾ ਉਸਨੂੰ ਸਸਤਾ ਲੱਗਿਆ। ਇੱਕ ਟੈਕਸੀ ਕੰਪਨੀ ਨਾਲ ਉਸਦਾ ਖਾਤਾ ਖੋਲ੍ਹਿਆ ਸੀ। ਉਸਦੇ ਕਾਰਡ ਦੀ ਜਾਣਕਾਰੀ ਕੰਪਨੀ ਕੋਲੇ ਰਿਕਾਰਡ ਕੀਤੀ ਸੀ। ਪੈਸੇ ਉਸਦੇ ਖਾਤੇ 'ਚੋਂ ਆਪਣੇ ਆਪ ਕੰਪਨੀ ਨੇ ਲੈ ਲੈਣੇ ਸਨ। ਘਰ ਪਹੁੰਚਿਆ ਤੇ ਪੈਬ ਤੇ ਰਾਣੀ ਦੀਆਂ ਕਾਰਾਂ ਡਰਾਈਵ 'ਚ ਖੜੀਆਂ ਸਨ। ਉਹ ਮਨ ਹੀ ਮਨ ਮੁਸਕਰਾਇਆ, ਸ਼ਾਮ ਵਧੀਆ ਲੰਘੇਗੀ ਤੇ ਮਿਲਣ ਦਾ ਚਾਅ ਪੂਰਾ ਹੋ ਜਾਣਾ ਸੀ। ਉਸਨੇ ਡੋਰਬੈਲ ਕੀਤੀ ਤਾਂ ਰਾਣੀ ਨੇ ਦਰਵਾਜ਼ਾ ਖੋਲ੍ਹਿਆ। ਆਹ ਤਾਂ ਪਾਰਟੀ ਬਣ ਗਈ, ਅਸੀਂ ਸਾਰੇ ਤੈਨੂੰ ਮਿਸ ਕਰ ਰਹੇ ਸੀ, ਉਸਨੇ ਰਾਜੂ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ। ਪਾਰਟੀ? ਕਾਹਦੀ ਪਾਰਟੀ? ਰਾਜੂ ਨੇ ਹੈਰਾਨੀ ਨਾਲ ਪੁੱਛਿਆ। ਮੁੰਡੇ ਦਾ ਚਾਚਾ ਪੁੱਛਦਾ ਕਾਹਦੀ ਪਾਰਟੀ? ਪੈਬ ਨੇ ਆ ਕੇ ਉਸਨੂੰ ਜੱਫੀ ਪਾਈ। ਉਸਦੇ ਨਾਲ ਹੀ ਪ੍ਰੀਤੋ ਖੜੀ ਸੀ। ਉਹ ਵੀ ਉਸਨੂੰ ਘੁੱਟ ਕੇ ਹਿੱਕ ਨਾਲ ਲਾ ਲੈਣ ਲਈ ਬੇਸਬਰ ਸੀ। ਕਦੋਂ ਹੋਇਆ ਮੁੰਡਾ? ਅੱਜ ਹੀ 11 ਵਜੇ। ਤੂੰ ਮੈਨੂੰ ਉਸ ਦਿਨ ਦੱਸਿਆ ਨਹੀਂ ਫੋਨ ਤੇ ਕਿ ਤੂੰ ਅੱਜ ਆਉਣਾ। ਮੈਂ ਸੋਚਿਆ ਸੀ ਕੁਝ ਦਿਨ ਹੋਰ ਲਾ ਲਵਾਂ, ਫਿਰ ਮਨ ਬਦਲ ਗਿਆ। ਉਹ ਗੱਲਾਂ ਕਰਦੇ ਡਰਾਇੰਗ ਰੂਮ ਵਿੱਚ ਪਹੁੰਚ ਗਏ। ਉੱਥੇ ਮਾਸਟਰ ਜੀ ਤੇ ਸ਼ੇਰੇ ਦੇ ਨਾਲ ਹੀ ਨਾਜਰ ਦੇ ਕੁਝ ਹੋਰ ਦੋਸਤ ਬੈਠੇ ਸਨ। ਮਾਸਟਰ ਜੀ ਕੋਲੇ ਮਿਸ਼ੈਲ ਦਾ ਪਿਤਾ ਬੈਠਾ ਸੀ। ਸਭ ਨੇ ਰਾਜੂ ਨਾਲ ਹੱਥ ਮਿਲਾਇਆ। ਸ਼ੇਰਾ ਤੇ ਮਾਸਟਰ ਉੱਠ ਕੇ ਉਸਨੂੰ ਜੱਫੀ ਪਾ ਕੇ ਮਿਲੇ। ਨਾਜਰ ਕੁਝ ਦੇਰ ਉਸਦੀ ਪਿੱਠ ਤੇ ਹੱਥ ਫੇਰਦਾ ਰਿਹਾ। ਸ਼ੇਰਾ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਕਹਿ ਨਹੀਂ ਸੀ ਰਿਹਾ। ਰਾਜੂ ਪੈਬ ਨਾਲ ਕਮਰੇ 'ਚੋਂ ਬਾਹਰ ਨਿਕਲ ਆਇਆ। 20 ਰੁਪਏ ਪਹਿਲਾਂ ਇਹਨੂੰ ਸ਼ਾਵਰ ਲੈ ਲੈਣ ਦੇ, ਦੇਖ ਕਿੰਨੀ ਮੁਸ਼ਕ ਆਉਂਦੀ ਇਹਦੇ 'ਚੋਂ। ਰਾਣੀ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ। ਉਸਨੂੰ ਪਤਾ ਸੀ ਕਿ ਸਫ਼ਰ ਬਾਅਦ ਇਸ਼ਨਾਨ ਕਰਕੇ ਤਨ ਮਨ ਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਰਾਜੂ ਹੱਸਦਾ ਪੌੜੀਆਂ ਚੜ੍ਹ ਗਿਆ। ਆਪਣੇ ਕਮਰੇ ਵਿੱਚ ਜਾ ਕੇ ਉਸਨੇ ਅਟੈਚੀ ਰੱਖਿਆ ਤੇ ਕੱਪੜੇ ਬਦਲਣ ਲਈ ਅਲਮਾਰੀ ਖੋਲ੍ਹ ਲਈ। ਫੋਨ ਦੀ ਘੰਟੀ ਵੱਜੀ। ਦੂਜੇ ਪਾਸੇ ਸ਼ੋਭਾ ਸੀ। ਕਦੋਂ ਆਇਆ? ਬਸ ਹੁਣੇ ਹੀ। ਤੂੰ ਕਿਵੇਂ ਆ ਬੁਲਬੁਲ? ਉਹ ਕੁਝ ਦੇਰ ਗੱਲਾਂ ਕਰਦੇ ਰਹੇ ਤੇ ਫਿਰ ਸ਼ਾਵਰ ਵਿੱਚ ਚਲਾ ਗਿਆ। ਕੱਪੜੇ ਬਦਲ ਕੇ ਨੀਚੇ ਗਿਆ ਤੇ ਰਾਣੀ ਕਿਚਨ ਦੀ ਡੋਰ ਕੋਲ ਖੜੀ ਸੀ। ਉਸਦਾ ਮੂੰਹ ਗੰਭੀਰ ਸੀ ਤੇ ਸੱਜੇ ਹੱਥ ਦੀ ਮੁੱਠੀ ਬੰਦ ਕਰਕੇ ਉਸਨੇ ਬਾਂਹ ਨੂੰ ਸਾਹਮਣੇ ਵੱਲ ਸਿੱਧਾ ਕੀਤਾ ਤੇ ਹੱਥ ਦੀ ਪਹਿਲੀ ਉਂਗਲ ਨਾਲ ਉਸਨੂੰ ਆਪਣੇ ਕੋਲੇ ਆਉਣ ਦਾ ਇਸ਼ਾਰਾ ਕੀਤਾ। ਉਹ ਸਿੱਧਾ ਉਸ ਕੋਲ ਚਲਾ ਗਿਆ। ਉਸਨੇ ਕਿਚਨ ਦਾ ਦਰਵਾਜ਼ਾ ਬੰਦ ਕਰ ਲਿਆ। ਇਹ ਬੁਲਬੁਲ ਕੌਣ ਹੈ? ਉਸਦਾ ਅਸਲੀ ਨਾਂ ਕੀ ਹੈ? ਰਾਜੂ ਸਿਰ ਖੁਰਕਦਾ ਕੱਚੀ ਜਿਹੀ ਹਾਸੀ ਹੱਸਦਾ ਉਸ ਵੱਲ ਵੇਖਣ ਲੱਗਿਆ। ਉਹ ਸਮਝ ਗਿਆ ਕਿ ਰਾਣੀ ਕਿਸੇ ਕਾਰਨ ਉੱਪਰ ਗਈ ਹੋਵੇਗੀ ਤੇ ਉਸਨੇ ਗੱਲਬਾਤ ਸੁਣ ਲਈ। ਤੇ ਤੂੰ ਹੁਣ ਤੱਕ ਮੈਨੂੰ ਦੱਸਿਆ ਕਿਉਂ ਨਹੀਂ? 2 ਮਿੰਟ ਵਿੱਚ ਸਭ ਬੋਲਦੇ, ਤੇਰਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਉਹ ਆਪਣੀ ਘੜੀ ਵੱਲ ਦੇਖਣ ਲੱਗੀ। ਉਹਦਾ ਨਾਮ ਸ਼ੋਭਾ ਹੈ ਤੇ ਮੇਰੇ ਨਾਲ ਕੰਮ ਕਰਦੀ ਹੈ। ਉਸਦੇ ਕਜ਼ਨ ਦੇ ਵਿਆਹ ਤੇ ਮੈਂ ਗਿਆ ਸੀ। ਤੇਰੇ ਨਾਲ ਗੱਲ ਕਰਨੀ ਸੀ ਪਰ ਮੈਂ ਅਜੇ ਆਪਣਾ ਮਨ ਨਹੀਂ ਸੀ ਬਣਾਇਆ। ਹੁਣ ਮੇਰਾ ਮਨ ਬਣ ਗਿਆ ਹੈ ਤੇ ਤੇਰੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਮਿਲਿਆ। ਸੱਚ ਬੋਲ ਰਿਹਾ? ਤੇਰੇ ਕੋਲ ਮੈਂ ਝੂਠ ਕਦੋਂ ਬੋਲਿਆ? ਚੱਲ, ਮੰਮੀ ਖੁਸ਼ ਹੋ ਵੀ ਅੰਗਰੇਜ਼ੀ ਬੋਲਣ ਵਾਲੀ ਦੀ ਥਾਂ ਪੰਜਾਬੀ ਤਾਂ ਨਹੀਂ ਗੁਜਰਾਤੀ ਬੋਲਣ ਵਾਲੀ ਆ ਰਹੀ ਹੈ। ਉਹ ਮੁਸਕਰਾਈ। ਪੈਬ ਨੇ ਬੀਅਰ ਦਾ ਗਲਾਸ ਉਸਨੂੰ ਲਿਆ ਫੜਾਇਆ। ਤੇਰੇ ਛੋਟੇ ਭਰਾ ਦੇ ਕਾਰਨਾਮੇ ਦਾ ਤੈਨੂੰ ਪਤਾ ਹੈ? ਕਾਰਨਾਮਾ? ਮੈਂ ਸਮਝਿਆ ਨਹੀਂ। ਪੈਬ ਸੱਚੀ ਹੈਰਾਨ ਸੀ। ਤੈਨੂੰ ਸ਼ੋਭਾ ਬਾਰੇ ਪਤਾ? ਉਹ ਹੈਰਾਨੀ ਜਿਹੀ ਨਾਲ ਰਾਜੂ ਵੱਲ ਵੇਖਣ ਲੱਗਿਆ। ਉਹਦੇ ਵੱਲ ਕੀ ਵੇਖਦਾ? ਤੂੰ ਮੇਰੇ ਨਾਲ ਗੱਲ ਕਰ। ਦੋਵੇਂ ਭਰਾ ਮੈਨੂੰ ਤਾਂ ਘਰ ਦੀ ਮੈਂਬਰ ਨਹੀਂ ਸਮਝਦੇ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਇੱਕ ਵਾਰੀ ਅਸੀਂ ਚਾਰੇ ਡਿਨਰ ਕਰਨ ਗਏ ਸੀ। ਮੈਂ ਹੀ ਪੈਬ ਨੂੰ ਕਿਹਾ ਸੀ ਕਿ ਮੇਰਾ ਮਨ ਨਹੀਂ ਬਣਿਆ ਤੇ ਅਜੇ ਤੇਰੇ ਨਾਲ ਗੱਲ ਨਾ ਕਰੇ। ਮੈਂ ਕਸੂਰਵਾਰ ਹਾਂ। ਰਾਜੂ ਨੇ ਆਪਣੇ ਕੰਨ ਫੜ ਲਏ ਤੇ ਰਾਣੀ ਨੇ ਹੱਸ ਕੇ ਉਸਨੂੰ ਜੱਫੀ ਪਾ ਲਈ। ਪਾਰਟੀ ਦੇਰ ਤੱਕ ਚੱਲਦੀ ਰਹੀ। ਉਸ ਨਾਲ ਮਾਈਨਰਾਂ ਦੀ ਹੜਤਾਲ ਬਾਰੇ ਮਾਸਟਰ ਨੇ ਗੱਲ ਕੀਤੀ। ਹੜਤਾਲ ਤਾਂ ਟੁੱਟ ਗਈ ਹੈ। ਮੇਰਾ ਖਿਆਲ ਹੈ ਇਹਦਾ ਅਸਰ ਬਹੁਤ ਗਲਤ ਪਊ। ਸਰਕਾਰ ਦੇ ਇਰਾਦੇ ਨੇਕ ਨਹੀਂ ਲੱਗਦੇ। ਉਹ ਕਿਵੇਂ? ਵਿਸ਼ਵ ਦੇ ਹਾਲਾਤ ਬਦਲਦੇ ਰਹਿੰਦੇ ਆ। ਜਿਹੜੇ ਦੇਸ਼ ਕਿਸੇ ਵੇਲੇ ਵਸਤੀਆਂ ਸੀ ਹੁਣ ਆਜ਼ਾਦ ਹੋ ਗਏ ਨੇ। ਉਹ ਕੁਝ ਨਾ ਕੁਝ ਸਮਾਨ ਬਾਹਰ ਭੇਜਣ ਲੱਗੇ ਆ। ਪੱਛਮੀ ਦੇਸ਼ਾਂ ਦਾ ਸਮਾਨ ਉਹਨਾਂ ਦੇ ਮੁਕਾਬਲੇ ਮਹਿੰਗਾ ਹੈ। ਇਹਨਾਂ ਦੇ ਸਮੇਂ ਤੋਂ ਪਹਿਲਾਂ ਹੀ ਕਦਮ ਚੁੱਕ ਲਿਆ। ਇਹ ਪਛੜੇ ਦੇਸ਼ਾਂ 'ਚ ਫੈਕਟਰੀਆਂ ਲਾਉਣ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਦੀ ਸਸਤੀ ਮਜ਼ਦੂਰੀ ਤੇ ਕੱਚੇ ਮਾਲ ਦਾ ਫਾਇਦਾ ਉਠਾਉਣਾ ਚਾਹੁੰਦੇ ਆ। ਉਹਨਾਂ ਦੇਸ਼ਾਂ ਨੂੰ ਆਪਣੀ ਆਰਥਿਕਤਾ ਚੰਗੀ ਹੋਣ ਦੀ ਉਮੀਦ ਹੈ ਪਰ ਇੱਥੇ ਬੇਰੁਜ਼ਗਾਰੀ ਵਧੂਗੀ ਤੇ ਟ੍ਰੇਡ ਯੂਨੀਅਨਾਂ ਕਮਜ਼ੋਰ ਹੋਣਗੀਆਂ। ਜਦੋਂ ਫੈਕਟਰੀਆਂ ਨਾ ਰਹੀਆਂ ਤਾਂ ਇਹੋ ਹੋਊ। ਕੁਝ ਦੇਰ ਬਾਅਦ ਖਾਣਾ ਲੱਗ ਗਿਆ ਤੇ ਖਾਣਾ ਖਾ ਕੇ ਸਭ ਘਰੋਂ ਘਰੀ ਚਲੇ ਗਏ। ਹਫ਼ਤੇ ਬਾਅਦ ਰਾਜੂ ਵੀਕਐਂਡ ਤੇ ਡਾਕਟਰ ਨਰੇਨ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਤਾਂ ਸ਼ੋਭਾ ਨੇ ਉਸ ਦੇ ਨਾਲ ਜਾਣ ਦਾ ਪ੍ਰਸਤਾਵ ਰੱਖ ਦਿੱਤਾ। ਪਰ ਤੂੰ ਆਪਣੇ घर की कहेंगी? राजू फिक्रमंद सी। यही कि मैं तुम्हारे साथ नरेन को मिलने जा रही हूँ और एक रात वहीं रुकेंगे। पर वो बुरा नहीं मनाओगे? तुम किस दुनिया में रहते हो मैन? मैं तुमसे शादी कर रही हूँ, वो क्यों बुरा मनाएंगे? राजू अपने घर परिवार बारे सोचन लग्या। उसने ਤਾਂ ਅਜੇ ਰਾਣੀ ਤੇ ਸ਼ੋਭਾ ਨੂੰ ਕੁਝ ਦੇਰ ਲਈ ਹੀ ਮਿਲਾਇਆ ਸੀ। ਸ਼ੋਭਾ ਤਾਂ ਰਾਣੀ ਨੂੰ ਪਸੰਦ ਸੀ ਪਰ ਘਰ ਵਿੱਚ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ ਉਹ ਬਹੁਤ ਹੱਦ ਤੱਕ ਜਾਣੂ ਸੀ ਤੇ ਫਿਕਰਮੰਦ ਵੀ। ਰਾਜੂ ਨੂੰ ਪ੍ਰੀਤੋ ਦੀ ਬਹੁਤ ਚਿੰਤਾ ਸੀ। ਉਹ ਉਸ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦਾ। ਉਹ ਦਿਲੋਂ ਉਸ ਦਾ ਬਹੁਤ ਅਹਿਸਾਨਮੰਦ ਸੀ ਜਿਸ ਨੇ ਮਾਂ ਦਾ ਪਿਆਰ ਉਸ ਨੂੰ ਦਿੱਤਾ ਤੇ ਦੇ ਰਹੀ ਸੀ। ਉਸ ਨੂੰ ਮਨਾਉਣ ਲਈ ਉਹ ਸਾਰਾ ਦਿਨ ਸਕੀਮਾਂ ਘੜਦਾ ਰਹਿੰਦਾ ਪਰ ਉਸ ਨੂੰ ਕੋਈ ਰਾਹ ਨਹੀਂ ਸੀ ਮਿਲਿਆ। ਸ਼ੋਭਾ ਤੇ ਰਾਜੂ ਨਰੇਨ ਨੂੰ ਮਿਲਣ ਚਲੇ ਗਏ। ਉਹਨਾਂ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਇਆ। ਰਾਜੂ ਨੇ ਉਸ ਨੂੰ ਕਲੀਨਿਕ ਵਿੱਚ ਲੈ ਗਿਆ ਤੇ ਉਸ ਨਾਲ ਨਿਰੋਲ ਮਰੀਜ਼ ਵਾਂਗ ਹੀ ਵਰਤਾ ਕੀਤਾ। ਇੱਕ ਵਾਰੀ ਫੇਰ ਉਸ ਨੂੰ ਸਮੂਹਿਕ ਨੀਂਦ ਵਿੱਚ ਲਿਜਾ ਕੇ ਸਿਆ ਦਿੱਤੇ। ਘਰ ਆ ਕੇ ਉਹ ਦੋਸਤਾਂ ਵਾਂਗ ਵਿਚਰਦੇ ਰਹੇ। ਖਾਣੇ ਬਾਅਦ ਉਸਨੇ ਸ਼ੋਭਾ ਤੇ ਰਾਜੂ ਨੂੰ ਉਹਨਾਂ ਦਾ ਕਮਰਾ ਦਿਖਾ ਦਿੱਤਾ। ਰਾਜੂ ਅਜੇ ਵੀ ਸ਼ਰਮ ਜਿਹੀ ਮਹਿਸੂਸ ਕਰ ਰਿਹਾ ਸੀ। 2 ਹਫ਼ਤੇ ਲੰਘੇ ਤਾਂ ਮਿਸ਼ੈਲ ਦੇ ਪਿਓ ਦਾ ਫੋਨ ਆਇਆ। ਫੋਨ ਰਾਜੂ ਨੇ ਚੱਕਿਆ। ਉਸ 'ਚ ਉਹਨਾਂ ਨੂੰ ਸ਼ਨੀਵਾਰ ਨੂੰ ਘਰ ਪਾਰਟੀ ਤੇ ਸੱਦਿਆ ਸੀ।
ਰਾਜੂ ਨੇ ਉਸ ਨੂੰ ਹਾਂ ਕਰ ਦਿੱਤੀ ਤੇ ਪ੍ਰੀਤੋ ਨੂੰ ਦੱਸ ਦਿੱਤਾ। ਦੁਕਾਨ ਨੂੰ ਲੀਜ਼ ਤੇ ਦੇ ਕੇ ਨਾਜਰ ਵੀ ਬਹੁਤ ਸਮਾਂ ਘਰ ਵਿੱਚ ਹੀ ਗੁਜ਼ਾਰਦਾ ਜਾਂ ਸੈਰ ਸਪਾਟਾ ਕਰ ਆਉਂਦਾ। ਇਸ ਵੇਲੇ ਉਹ ਵੀ ਟੀਵੀ ਦੇਖ ਰਿਹਾ ਸੀ। ਮਸ਼ੈਲ ਦੇ ਪਿਓ ਨੇ ਪਾਰਟੀ ਦਾ ਸੁਨੇਹਾ ਦਿੱਤਾ ਏ। ਪ੍ਰੀਤੋ ਬੋਲੀ, ਦੋਤੇ ਦੀ ਪਾਰਟੀ ਕਰ ਰਹੇ ਆ ਖੂਬ। ਨਾਜਰ ਨੇ ਟੀਵੀ ਤੋਂ ਅੱਖ ਨਾ ਚੱਕੀ। ਮਿੱਥੇ ਦਿਨ ਰਾਜੂ ਨੂੰ ਨਾਲ ਲੈ ਕੇ ਉਹ ਪਾਰਟੀ ਤੇ ਚਲੇ ਗਏ। ਪੈਪ ਤੇ ਮਸ਼ੈਲ ਤਾਂ ਪਹਿਲਾਂ ਹੀ ਉੱਥੇ ਸਨ। ਉਹਨਾਂ ਬਿਨਾਂ ਸਭ ਗੋਰੇ ਲੋਕ ਸਨ। ਬਸ ਇੱਕ ਨੌਜਵਾਨ 15 ਕੁ ਸਾਲਾਂ ਦਾ ਮੁੰਡਾ ਡਰਿਆ ਜਿਹਾ ਇੱਕ ਕੋਨੇ ਵਿੱਚ ਖੜਾ ਸੀ। ਹੈਰਾਨੀ ਦੀ ਗੱਲ ਕਿ ਉਹ ਕਾਲਾ ਸੀ। ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮਸ਼ੈਲ ਦੀ ਮਾਂ ਕਿਚਨ ਵਿੱਚੋਂ ਆਈ ਤਾਂ ਮੁੰਡੇ ਦੇ ਮੱਥੇ ਤੇ ਪਿਆਰ ਨਾਲ ਚੁੰਮਣ ਦੇ ਕੇ ਉਸ ਦਾ ਹੱਥ ਫੜ ਉਹਨਾਂ ਕੋਲ ਲੈ ਆਈ। ਇਹ ਮੇਰਾ ਪੁੱਤਰ ਹੈ, ਨਾਈਜੀਰੀਆ ਰਹਿੰਦਾ, ਹੁਣੇ ਛੁੱਟੀਆਂ ਕੱਟਣ ਆਇਆ ਹੋਇਆ। ਇਸੇ ਖੁਸ਼ੀ ਵਿੱਚ ਅੱਜ ਪਾਰਟੀ ਰੱਖੀ ਹੈ। ਉਸਨੇ ਮੂਹਰੇ ਮਾਣ ਅਤੇ ਪਿਆਰ ਨਾਲ ਮੁੰਡੇ ਵੱਲ ਵੇਖਿਆ ਤੇ ਮੁਸਕਰਾਉਂਦਿਆਂ ਉਹਨਾਂ ਨੂੰ ਦੱਸਿਆ। ਉਹ ਹੈਰਾਨ ਤੇ ਉਸ ਤੋਂ ਵੀ ਵੱਧ ਪਰੇਸ਼ਾਨ ਸਨ। ਮੁੰਡਾ ਵੀ ਹੋਰ ਲੋਕਾਂ ਨੂੰ ਮਿਲਣ ਲੱਗਾ। ਪ੍ਰੀਤੋ ਨੇ ਰਾਜੂ ਦੇ ਕੰਨ ਵਿੱਚ ਕਿਹਾ, ਕੀ ਕਹਿੰਦੀ ਸੀ? ਇਹ ਇਹਦਾ ਮੁੰਡਾ? ਇਹਦਾ ਜਮਾ ਹੀ ਕਾਲਾ। ਮੈਨੂੰ ਸਮਝ ਨਹੀਂ ਆਉਂਦੀ ਮੰਮੀ, ਸਾਰੀ ਗੱਲ ਦਾ ਤਾਂ ਮੈਨੂੰ ਵੀ ਪਤਾ ਨਹੀਂ, ਪਰ ਪੈਬ ਨੂੰ ਪਤਾ ਹੋ। ਪ੍ਰੀਤੋ ਨੂੰ ਪਤਾ ਸੀ ਗੋਰੇ ਤਾਂ ਪੰਜਾਬੀ ਸਮਝ ਨਹੀਂ ਸਕਦੇ, ਤਾਂ ਉਹਨੇ ਪੈਬ ਨੂੰ ਕੋਲ ਸੱਦਿਆ। ਵੀ ਆ ਕਾਲਾ ਤੇਰੀ ਸੱਸ ਦਾ ਮੁੰਡਾ ਕਿੱਥੋਂ ਆ ਗਿਆ? ਪਹਿਲਾਂ ਤਾਂ ਕਦੇ ਸੁਣਿਆ ਨਹੀਂ ਇਹਦੇ ਬਾਰੇ। ਪੈਬ ਨੇ ਧੀਮੀ ਆਵਾਜ਼ ਵਿੱਚ ਪੰਜਾਬੀ ਵਿੱਚ ਦੱਸਣਾ ਸ਼ੁਰੂ ਕੀਤਾ। ਮਸ਼ੈਲ ਦੇ ਮਾਪਿਓ ਨਾਈਜੀਰੀਆ ਛੁੱਟੀਆਂ ਤੇ ਗਏ ਸੀ। ਇਹਨਾਂ ਦੁਆਲੇ ਬਹੁਤ ਸਾਰੇ ਬੱਚੇ ਪੈਸਾ ਮੰਗਣ ਲਈ ਇਕੱਠੇ ਹੋ ਗਏ। ਆ ਇੱਕ ਮੁੰਡਾ ਪਾਸੇ ਬੈਠਾ ਰਿਹਾ। ਉਹਨਾਂ ਨੂੰ ਇਹ ਬੱਚਾ ਪਿਆਰਾ ਲੱਗਿਆ ਤੇ ਸਾਊ ਵੀ। ਉਹਨਾਂ ਨੇ ਇਹਨੂੰ ਗੋਦ ਲੈ ਲਿਆ ਤੇ ਇਹਦੀ ਪੜ੍ਹਾਈ ਦਾ ਤੇ ਰਹਿਣ ਸਹਿਣ ਦਾ ਖਰਚਾ ਦਿੰਦੇ ਰਹੇ। ਹੁਣ ਇਹ 16 ਸਾਲਾਂ ਦਾ ਤੇ 10ਵੀਂ ਪਾਸ ਕਰ ਗਿਆ। ਇਸ ਨੂੰ ਪਹਿਲੀ ਵਾਰੀ ਇੱਥੇ ਦਾ ਵੀਜ਼ਾ ਮਿਲਿਆ ਤੇ ਮਿਲਣ ਆ ਗਿਆ ਤੇ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਸੇ ਲਈ ਪਾਰਟੀ ਕੀਤੀ ਹੈ। ਪੈਬ ਨੇ ਸੰਖੇਪ ਵਿੱਚ ਬਿਆਨ ਕੀਤਾ। ਪ੍ਰੀਤੋ ਤੇ ਨਾਜਰ ਦੀ ਇਸ ਚਰਚਾ ਹੋਰ ਵੱਧ ਗਈ। ਨਾਜਰ ਨੂੰ ਆਪਣੇ ਪਿੰਡ ਦੇ ਵਿਹੜੇ ਵਾਲੇ ਕਾਲੂ ਦਾ ਖਿਆਲ ਆਇਆ। ਉਸਦੇ 4 ਬੱਚੇ ਸਨ ਤੇ ਕਾਲੂ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਭੋਰਾ ਭਰ ਨਿਆਣਿਆਂ ਦਾ ਢਿੱਡ ਭਰਨ ਲਈ ਉਸਦੀ ਪਤਨੀ ਨੂੰ ਬਹੁਤ ਜੱਦੋਜਹਿਦ ਕਰਨੀ ਪੈ ਰਹੀ ਸੀ। ਕਾਲੂ ਦੀ ਮੌਤ ਵੇਲੇ ਪੈਦਾ ਹੋਈ ਲੋਕਾਂ ਦੇ ਮਨਾਂ ਵਿਚਲੀ ਹਮਦਰਦੀ ਪਤਲੀ ਪੈਂਦੀ ਖਤਮ ਹੋ ਗਈ ਸੀ। ਹੁਣ ਉਸ ਨੂੰ ਬਹੁਤ ਅਣਚਾਹੇ ਅਨੈਤਿਕ ਸਮਝੌਤੇ ਕਰਨੇ ਪੈਂਦੇ ਸਨ ਤੇ ਹਰ ਸਮਝੌਤੇ ਵੇਲੇ ਉਸ ਅੱਗੇ ਸਭ ਤੋਂ ਪਹਿਲਾਂ ਬੱਚਿਆਂ ਦੇ ਢਿੱਡ ਦਾ ਸਵਾਲ ਹੁੰਦਾ। ਨਾਜਰ ਨੇ ਉਸ ਦੀ ਕੁਝ ਆਰਥਿਕ ਮਦਦ ਕੀਤੀ ਸੀ। ਹੁਣ ਨਾਜਰ ਦੇ ਮਨ ਵਿੱਚ ਸਵਾਲ ਸੀ ਕਿ ਭਲਾ ਉਹ ਕਾਲੂ ਦੇ ਕਿਸੇ ਨਿਆਣੇ ਨੂੰ ਗੋਦ ਲੈਣ ਬਾਰੇ ਸੋਚ ਵੀ ਸਕਦਾ ਸੀ। ਨਾਜਰ ਨੇ ਸਿਰ ਨੂੰ ਮਾੜਾ ਜਿਹਾ ਝਟਕਾ ਦਿੱਤਾ ਤੇ ਇਸ ਬੇਚੈਨ ਕਰਨ ਵਾਲੇ ਸਵਾਲ ਤੋਂ ਖਹਿੜਾ ਛੁਡਾਉਣ ਦਾ ਯਤਨ ਕੀਤਾ। ਚੰਗੇ ਭਾਗੀ ਉਸ ਦਾ ਕੁੜਮ ਵਿਸਕੀ ਦਾ ਪੈਗ ਬਣਾ ਕੇ ਉਸ ਨੂੰ ਫੜਾ ਗਿਆ ਤੇ ਕੁਝ ਦੇਰ ਗੱਲਾਂ ਕਰਦਾ ਰਿਹਾ। ਉਸ ਦੀਆਂ ਗੱਲਾਂ ਵਿੱਚ ਮੁੰਡੇ ਨੂੰ ਗੋਦ ਲੈਣ ਦੇ ਕਿਸੇ ਕਿਸਮ ਦੇ ਦਿਖਾਵੇ ਦੀ ਮਾਮੂਲੀ ਜਿਹੀ ਝਲਕ ਵੀ ਨਹੀਂ ਸੀ। ਬਸ ਦੋਵਾਂ ਜੀਆਂ ਦੇ ਚਿਹਰੇ ਤੇ ਅਦਭੁਤ ਜਿਹੀ ਪ੍ਰਸੰਨਤਾ ਦੀ ਚਮਕ ਸੀ। ਉਹ ਘਰ ਨੂੰ ਵਾਪਸ ਆਏ ਤਾਂ ਨਾਜਰ ਦੇ ਮਨ ਵਿੱਚ ਉਹ ਕਾਲਾ ਮੁੰਡਾ, ਗਰੀਬ ਕਾਲੂ ਦੇ ਨਿਆਣੇ ਇੱਕ ਕਤਾਰ ਵਿੱਚ ਖੜੇ ਸਨ। ਸਵੇਰੇ ਰਾਜੂ ਜਾਗਿਆ, ਚਾਹ ਦਾ ਕੱਪ ਲੈ ਕੇ ਟੀਵੀ ਤੇ ਖਬਰਾਂ ਸੁਣਨ ਲੱਗਿਆ। ਟੈਲੀਫੋਨ ਦੀ ਘੰਟੀ ਵੱਜੀ ਤਾਂ ਪ੍ਰੀਤੋ ਨੇ ਫੋਨ ਚੁੱਕ ਕੇ ਹੈਲੋ ਕੀਤੀ। ਦੂਜੇ ਪਾਸੇ ਤੋਂ ਕਿਸੇ ਨੇ ਫੋਨ ਕੱਟ ਦਿੱਤਾ। ਪ੍ਰੀਤੋ ਨੇ ਫੋਨ ਵੱਲ ਘੂਰੀ ਵੱਟਦਿਆਂ ਰਿਸੀਵਰ ਰੱਖ ਦਿੱਤਾ ਤੇ ਆਪਣੇ ਕੰਮੀ ਲੱਗ ਗਈ। ਕੁਝ ਦੇਰ ਬਾਅਦ ਫੇਰ ਫੋਨ ਦੀ ਘੰਟੀ ਵੱਜੀ। ਇਸ ਵਾਰੀ ਰਾਜੂ ਨੇ ਫੋਨ ਚੱਕਿਆ ਤੇ ਹੈਲੋ ਕੀਤੀ। 12 ਵਜੇ ਰਘੁਵੰਸ਼ੀ ਰੈਸਟੋਰੈਂਟ में, ਡੋਂਟ ਬੀ ਲੇਟ ਕਹਿ ਕੇ ਸ਼ੋਭਾ ਨੇ ਫੋਨ ਕੱਟ ਦਿੱਤਾ। ਵੇ ਕਿਹਦਾ ਫੋਨ ਹੈ? ਮੇਰਾ ਦੋਸਤ ਹੈ ਮਮ, ਅਸੀਂ ਅੱਜ ਲੰਚ ਤੇ ਜਾਣਾ ਹੈ। ਪਹਿਲਾਂ ਵੀ ਇਸੇ ਦੋਸਤ ਦਾ ਹੋਣਾ, ਮੇਰੇ ਨਾਲ ਤਾਂ ਗੱਲ ਨਹੀਂ ਕੀਤੀ। ਉਹ ਗੋਰਾ ਹੈ ਮਮ, ਸ਼ਾਇਦ ਇਸ ਲਈ। ਨਾਜਰ ਬਿਨਾਂ ਕੁਝ ਬੋਲੇ ਮਨ ਹੀ ਮਨ ਮੁਸਕਰਾ ਰਿਹਾ ਸੀ। ਉਸ ਨੂੰ ਆਪਣੀ ਜਵਾਨੀ ਯਾਦ ਆ ਰਹੀ ਸੀ। ਰਾਜੂ ਹੈਰਾਨ ਸੀ। ਉਹ ਸ਼ੋਭਾ ਨੂੰ 2 ਦਿਨ ਪਹਿਲਾਂ ਮਿਲਿਆ ਸੀ। ਸ਼ੁੱਕਰਵਾਰ ਉਹਨਾਂ ਦੀ ਗੱਲ ਹੋਈ ਸੀ। ਅਚਾਨਕ ਇਹ ਮਿਲਣ ਵਾਲੀ ਗੱਲ ਉਸ ਨੂੰ ਸਮਝ ਨਾ ਆਈ। ਵੈਸੇ ਵੀ ਉਸ ਦੀ ਆਵਾਜ਼ ਵਿੱਚ ਕੁਝ ਘਬਰਾਹਟ ਦਾ ਅੰਸ਼ ਮਹਿਸੂਸ ਹੋਇਆ ਸੀ। 12 ਵਜੇ ਤੋਂ ਕੁਝ ਮਿੰਟ ਪਹਿਲਾਂ ਉਹ ਰਘੁਵੰਸ਼ੀ ਵਿੱਚ ਪਹੁੰਚ ਗਿਆ। ਇਹ ਰੈਸਟੋਰੈਂਟ ਸ਼ੋਭਾ ਦੇ ਘਰ ਤੋਂ ਨੇੜੇ ਸੀ। ਅਜੇ ਉਹ ਰੈਸਟੋਰੈਂਟ ਵਿੱਚ ਸ਼ੋਭਾ ਨੂੰ ਵੇਖਣ ਲਈ ਨਜ਼ਰ ਘੁਮਾ ਹੀ ਰਿਹਾ ਸੀ ਕਿ ਪਿੱਛੋਂ ਆ ਕੇ ਉਸਨੇ ਆਪਣੀ ਬਾਂਹ ਉਸਦੇ ਲੱਕ ਦੁਆਲੇ ਵੜ ਲਈ। ਉਹ ਇੱਕ ਕੋਨੇ ਵਿੱਚ ਇਕਾਂਤ ਜਿਹੀ ਥਾਂ ਤੇ ਬਹਿ ਗਏ। ਸਭ ਠੀਕ ਤਾਂ ਹੈ? ਨਹੀਂ, ਸਭ ਗਲਤ, ਕਹਿੰਦਿਆਂ ਉਸਦੀਆਂ ਅੱਖਾਂ 'ਚ ਪਾਣੀ ਆ ਗਿਆ। ਰਾਜੂ ਨੇ ਉਸਦਾ ਹੱਥ ਫੜ ਲਿਆ। ਕਿਆ ਗੱਲ ਹੈ? ਟੈਲ ਮੀ ਪਲੀਜ਼। ਬਹਿਰਾ ਆਇਆ ਤਾਂ ਰਾਜੂ ਨੇ ਜਲਦੀ ਨਾਲ ਚਾਹ ਤੇ ਛੋਲੇ ਪੂਰੀਆਂ ਦਾ ਆਰਡਰ ਕਰਕੇ ਉਸ ਨੂੰ ਤੋਰ ਦਿੱਤਾ ਤੇ ਸ਼ੋਭਾ ਵੱਲ ਦੇਖਣ ਲੱਗਿਆ। ਉਹ ਉਸ ਨਾਲ ਨੀਝ ਲਾ ਕੇ ਦੇਖ ਰਹੀ ਸੀ, ਜਿਵੇਂ ਆਪਣੀ ਗੱਲ ਕਰਨ ਤੋਂ ਪਹਿਲਾਂ ਉਸ ਨੂੰ ਤੋਲ ਰਹੀ ਹੋਵੇ। ਆਈ ਐਮ ਪ੍ਰੈਗਨੈਂਟ, ਉਸਨੇ ਬੰਬ ਸੁੱਟਣ ਵਾਂਗ ਕਿਹਾ। ਵਾਟ? ਰਾਜੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। I was stupid and careless when I met you in India। ਹੁਣ ਰਾਜੂ ਨੂੰ ਸਭ ਸਮਝ ਆ ਗਿਆ ਸੀ। ਉਹ ਇੱਕ ਦੂਜੇ ਵੱਲ ਗਵਾਚੇ ਜਿਹੇ ਵੇਖਣ ਲੱਗੇ, ਜਿਵੇਂ ਇੱਕ ਦੂਜੇ ਤੋਂ ਸਮੱਸਿਆ ਦੇ ਹੱਲ ਦੀ ਉਮੀਦ ਰੱਖਦੇ ਹੁਣ। ਰਾਜੂ ਭਚਕਿਆ ਬੈਠਾ ਸੀ। ਹਮੇ ਜਲਦੀ ਸ਼ਾਦੀ ਕਰਨੀ ਹੋਗੀ। ਸ਼ੋਭਾ ਨੇ ਹੱਲ ਭੇਜ ਦਿੱਤਾ। ਸ਼ਾਦੀ? ਰਾਜੂ ਨੇ ਬੇਯਕੀਨੀ ਨਾਲ ਦੁਹਰਾਇਆ। ਸ਼ੋਭਾ ਨੂੰ ਲੱਗਿਆ ਜਿਵੇਂ ਰਾਜੂ ਉਸਦਾ ਸਾਥ ਦੇਣ ਤੋਂ ਹਿਚਕਿਚਾ ਰਿਹਾ ਹੋਵੇ। ਰਾਜ, ਮੈਂ ਇਸ ਬੱਚੇ ਕੋ ਜਨਮ ਦੂੰਗੀ, ਵਿਦ ਆਰ ਵਿਦਾਊਟ ਯੂਰ ਹੈਲਪ। ਬਹਿਰਾ ਉਹਨਾਂ ਦਾ ਆਰਡਰ ਲੈ ਕੇ ਆ ਗਿਆ ਤੇ ਉਹ ਚੁੱਪ ਹੋ ਗਏ। ਸ਼ੋਭਾ ਰਾਜੂ ਨੂੰ ਆਪਣੀਆਂ ਅੱਖਾਂ ਨਾਲ ਤੋਲ ਰਹੀ ਸੀ। ਬਹਿਰਾ ਗਿਆ ਤੇ ਰਾਜੂ ਬੋਲਿਆ, ਆਈ ਹੈਵ ਟੂ ਟਾਕ ਟੂ ਮਾਈ ਪੇਰੈਂਟਸ ਐਂਡ ਇਫ ਦੇ ਸੇ ਨੋ, ਤੁਮ ਗੁਰਦੁਆਰੇ ਵਿੱਚ ਸ਼ਾਦੀ ਕਰਨ ਨੂੰ ਤਿਆਰ ਹੋ? ਆਈ ਡੋਂਟ ਕੇਅਰ ਰਾਜ, ਮੈਂ तुम्हारे साथ शादी के बिना रह नहीं सकती। ਰਾਜੂ ਨੂੰ ਪਤਾ ਸੀ ਸ਼ੋਭਾ ਜਾਂ ਉਸਦੇ ਘਰ ਵਾਲੇ ਕੋਈ ਖਾਸ ਧਾਰਮਿਕ ਨਹੀਂ ਸਨ। ਰਾਜੂ ਨੇ ਸ਼ੋਭਾ ਦਾ ਹੱਥ ਫੜਿਆ ਤੇ ਮੁਸਕਰਾ ਕੇ ਸ਼ੋਭਾ ਵੱਲ ਵੇਖਿਆ। ਹਮ ਦੋਨੋਂ ਹੀ ਸਟੂਪਿਡ ਥੇ।
ਆਈ ਐਮ ਵਿਦ ਯੂ ਇਨ ਥਿਕ ਐਂਡ ਥਿਨ, ਪਲੀਜ਼ ਡੋਂਟ ਵਰੀ। ਰਾਜੂ ਨੇ ਬਹੁਤ ਪਿਆਰ ਤੇ ਵਿਸ਼ਵਾਸ ਨਾਲ ਕਿਹਾ। ਸ਼ੋਭਾ ਦਾ ਉੱਡਿਆ ਰੰਗ ਫਿਰ ਤੋਂ ਗੁਲਾਬੀ ਹੋ ਗਿਆ। ਬੁੱਲਾਂ ਦੀ ਮੁਸਕਾਨ ਵਾਪਸ ਆ ਗਈ। ਉਸਦੇ ਚਿਹਰੇ ਤੇ ਤਣਾਅ ਖਤਮ ਹੋ ਗਿਆ ਤੇ ਰਾਜੂ ਉਸਨੂੰ ਬਹੁਤ ਪਿਆਰਾ ਲੱਗਣ ਲੱਗਾ। ਅਜੇ ਉਸਨੂੰ ਪਤਾ ਨਹੀਂ ਸੀ ਕਿ ਰਾਜੂ ਆਪਣੇ ਮਾਪਿਆਂ ਨੂੰ ਮਨਾ ਸਕੇਗਾ ਕਿ ਨਹੀਂ। ਜੇ ਉਹ ਨਾ ਮੰਨੇ ਤਾਂ ਕਿ ਉਹ ਵੀ ਆਪਣੇ ਭਰਾ ਪੈਪ ਵਾਂਗ ਕਦਮ ਚੁੱਕ ਸਕੇਗਾ। ਸ਼ੋਭਾ ਦੇ ਸ਼ੱਕ ਬਰਕਰਾਰ ਸਨ, ਪਰ ਉਹ ਉਮੀਦ ਹੇਠ ਦਬ ਗਏ। ਉਹ ਭਵਿੱਖ ਬਾਰੇ ਗੱਲਾਂ ਕਰਦੇ ਰਹੇ ਤੇ ਰਾਜੂ ਆਪਣੇ ਮਨ ਵਿੱਚ ਪ੍ਰੀਤੋ ਨਾਲ ਗੱਲਾਂ ਕਰਨ ਬਾਰੇ ਸਕੀਮਾਂ ਸੋਚਦਾ ਰਿਹਾ। ਘਰ ਜਾਣ ਦੀ ਥਾਂ ਉਹ ਰਾਣੀ ਕੋਲ ਚਲਾ ਗਿਆ ਤੇ ਉਸਨੂੰ ਸਾਰੀ ਕਹਾਣੀ ਬਿਆਨ ਕਰ ਦਿੱਤੀ। ਆਈ ਕੈਂਟ ਬਲੀਵ ਇਟ, ਰਾਣੀ ਨੇ ਸਿਰ ਮਾਰਿਆ। ਤੁਸੀਂ ਇੰਨੇ ਮੂਰਖ ਕਿਵੇਂ ਹੋ ਸਕਦੇ ਆ? ਰਾਣੀ ਨੂੰ ਯਕੀਨ ਕਰਨਾ ਮੁਸ਼ਕਿਲ ਲੱਗਦਾ। ਬਸ ਜੋ ਹੋ ਗਿਆ ਉਹ ਤਾਂ ਮੂਰਖਤਾ ਹੈਗੀ ਹੈ, ਪਰ ਹੁਣ ਤਾਂ ਸਵਾਲ ਵਿਆਹ ਜਲਦੀ ਕਰਾਉਣ ਦਾ ਤੇ ਉਸ ਲਈ ਮੰਮੀ ਨੂੰ ਮਨਾਉਣਾ ਪੈਣਾ। ਤੇ ਤੂੰ ਚਾਹੁੰਦਾ ਮੈਂ ਗੱਲ ਕਰਾਂ? ਮੈਂ ਤੇਰੀ ਰਾਏ ਚਾਹੁੰਦਾ ਵੀ ਕਿਵੇਂ ਕੀਤਾ ਜਾਵੇ। ਰਾਣੀ ਚੁੱਪ ਸੀ। ਉਹ ਕਿਚਨ ਵਿੱਚ ਖੜੇ ਗੱਲਾਂ ਵੀ ਕਰ ਰਹੇ ਸਨ ਤੇ ਚਾਹ ਵੀ ਬਣਾ ਰਹੇ ਸਨ। ਚਾਹ ਦੇ ਕੱਪ ਲੈ ਕੇ ਉਹ ਕਿਚਨ ਵਿੱਚ ਹੀ ਖੜੇ ਰਹੇ। ਬੱਚੇ ਟੀਵੀ ਵਿੱਚ ਮਸਤ ਸਨ ਤੇ ਰਾਣੀ ਦਾ ਪਤੀ ਦੁਕਾਨ ਵਿੱਚ ਖੜਾ ਸੀ। ਰਾਣੀ ਉਸਨੂੰ ਚਾਹ ਦਾ ਕੱਪ ਫੜਾ ਆਈ ਸੀ। ਰਾਜ, ਤੂੰ ਸਿੱਧੀ ਮਾਮਾ ਨਾਲ ਗੱਲ ਕਰ ਲਾ, ਜਾਂ ਪਹਿਲਾਂ ਡੈਡ ਨੂੰ ਬੀਅਰ ਦਾ ਗਲਾਸ ਪਿਲਾ ਲਿਆ। ਬੀਅਰ ਦਾ ਗਲਾਸ? ਤੂੰ ਪਹਿਲਾਂ ਬੀਅਰ ਦੇ ਬਹਾਨੇ ਡੈਡ ਨੂੰ ਮਨਾ ਲਵੇਂ ਤਾਂ ਮਾਮਾ ਨੂੰ ਮਨਾਉਣਾ ਸੌਖਾ ਹੋ ਜੂ। ਬ੍ਰਿਲੀਅੰਟ, ਆਈ ਲਵ ਯੂ ਮਾਈ ਸਿਸ। ਰਾਜੂ ਦੇ ਚਿਹਰੇ ਤੇ ਖੁਸ਼ੀ ਨੱਚਣ ਲੱਗੀ। ਇੰਨਾ ਵੀ ਖੁਸ਼ ਨਾ ਹੋ, ਮਾਮਾ ਜੇ ਮੰਨੀ ਨਹੀਂ, ਰਾਣੀ ਨੇ ਹੱਸਦਿਆਂ ਕਿਹਾ। ਸ਼ਾਮ ਦਾ ਵਕਤ ਸੀ। ਰਾਜੂ ਨਾਜਰ ਨਾਲ ਗੱਲ ਕਰਨ ਦਾ ਬਹਾਨਾ ਲੱਭ ਰਿਹਾ ਸੀ। ਪ੍ਰੀਤੋ ਨਾਜਰ ਦੇ ਕੋਲ ਬੈਠੀ ਸੀ। ਡੈਡ, ਬੀਅਰ ਦਾ ਗਲਾਸ ਪੀਣ ਦਾ ਮੂਡ ਹੈਗਾ? ਰਾਜੂ ਨੇ ਨਾਜਰ ਵੱਲ ਵੇਖਦਿਆਂ ਪੁੱਛਿਆ। ਸਾਰਾ ਦਿਨ ਤਾਂ ਬਾਹਰ ਰਿਹਾ ਤੂੰ, ਹੁਣ ਬੀਅਰ ਪੀਣ ਭਾਜੋ। ਕਦੇ ਮੇਰੇ ਕੋਲ ਵੀ ਬਹਿ ਜਾ ਕਰੋ, ਘਰੇ ਪੀ ਲਓ ਬੀਅਰ। ਪ੍ਰੀਤੋ ਨੇ ਨਾਜਰ ਦੇ ਜਵਾਬ ਤੋਂ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ। ਨਾਜਰ ਵੀ ਖਸਿਆਣਾ ਜਿਹਾ ਹੱਸ ਕੇ ਚੁੱਪ ਹੋ ਗਿਆ ਤੇ ਰਾਜੂ ਦੀ ਬਣਾਈ ਯੋਜਨਾ ਧਰੀ ਧਰਾਈ ਰਹਿ ਗਈ। ਉਹ ਬੀਅਰ ਲੈਣ ਕਿਚਨ ਵਿੱਚ ਚਲਾ ਗਿਆ। ਬੀਅਰ ਪੀਂਦੇ ਰਾਜੂ ਨੂੰ ਬੀਅਰ ਦਾ ਸਵਾਦ ਨਹੀਂ ਸੀ ਆ ਰਿਹਾ। ਉਸਦੇ ਸਾਹਮਣੇ ਸ਼ੋਭਾ ਆ ਜਾਂਦੀ, ਉਹ ਜਿਵੇਂ ਉਸਨੂੰ ਅੱਖਾਂ ਦਿਖਾ ਰਹੀ ਹੋਵੇ। ਰਾਜੂ ਆਪਣੇ ਆਪ ਨੂੰ ਤਿਆਰ ਕਰਦਾ। ਉਹ ਉੱਠ ਕੇ ਪ੍ਰੀਤੋ ਕੋਲ ਚਲਾ ਗਿਆ ਤੇ ਉਸਦੀ ਬੁੱਕਲ ਵਿੱਚ ਸਿਰ ਰੱਖ ਲਿਆ। ਮੰਮ, ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਂ ਮਾफ़ੀ ਮੰਗਣੀ ਚਾਹੁੰਦਾ, ਪਰ ਗਲਤੀ ਫਿਰ ਵੀ ਸੁਧਰਨੀ ਨਹੀਂ। ਮੈਂ ਕਦੇ ਵੀ ਤੁਹਾਡਾ ਦਿਲ ਦਿਖਾਉਣਾ ਨਹੀਂ ਚਾਹੁੰਦਾ ਸੀ। ਮੈਂ ਤੁਹਾਡੇ ਕਹੇ ਅਨੁਸਾਰ ਪੰਜਾਬੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਮੰਮ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਕਹਿ ਕੇ ਰਾਜੂ ਕੋਲੋਂ ਜਿਵੇਂ ਸ਼ਬਦ ਮੁੱਕ ਗਏ। ਵੇ ਤੂੰ ਵੀ ਹੁਣ ਕੋਈ ਗੋਰੀ ਸਹੇੜ ਲਈ? ਸਾਡੀ ਤਾਂ ਕਿਸਮਤ ਹੀ ਮਾੜੀ ਆ। ਇੱਥੇ ਆ ਕੇ ਪੈਸੇ ਬਣਾ ਲਏ ਪਰ ਜਵਾਕ ਗਵਾ ਲਏ। ਦੱਸ ਕੀ ਚੰਦ ਚੜਾ ਕੇ ਆਇਆ ਤੂੰ? ਪ੍ਰੀਤੋ ਦੇ ਨਾਲ ਹੀ ਨਾਜਰ ਵੀ ਟੀਵੀ ਦੇਖਣਾ ਭੁੱਲ ਗਿਆ ਸੀ। ਮਾਮੇ ਕੁੜੀ ਮੇਰੇ ਨਾਲ ਕੰਮ ਕਰਦੀ ਸੀ। ਪੰਜਾਬੀ ਥੋੜ੍ਹੀ ਥੋੜ੍ਹੀ ਬੋਲ ਲੈਂਦੀ ਆ, ਪਰ ਸਮਝ ਪੂਰੀ ਲੈਂਦੀ ਆ। ਆਪਾਂ ਸਿਖਾ ਲਾਂਗੇ ਪੰਜਾਬੀ ਤਾਂ। ਹਿੰਦੀ ਬੋਲ ਲੈਂਦੀ ਆ, ਗੁਜਰਾਤਣ ਹੈ। ਮੈਂ ਉਹਨੂੰ ਦੱਸ ਦਿੱਤਾ ਕਿ ਮੇਰੀ ਸਾਰੀ ਉਮਰ ਤੁਹਾਡੇ ਨਾਲ ਰਹਿਣਾ। ਨਿੱਕੇ ਹੁੰਦੇ ਹੀ ਤੁਸੀਂ ਮੇਰੀ ਦੇਖਭਾਲ ਕੀਤੀ ਹੈ, ਨਹੀਂ ਤਾਂ ਮੇਰਾ ਪਤਾ ਨਹੀਂ ਕੀ ਬਣਦਾ। ਹੁਣ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ, ਜੋ ਮਰਜ਼ੀ ਹੋ ਜੇ। ਉਹ ਖੁਸ਼ ਆ। ਨਾਲੇ ਮਾਮੂ ਆਨੰਦ ਕਾਰਜ ਨੂੰ ਤਿਆਰ ਆ, ਤੁਸੀਂ ਆਪਦੇ ਚਾਅ ਪੂਰੇ ਕਰ ਲਿਓ। ਰਾਜੂ ਨੂੰ ਉਮੀਦ ਨਹੀਂ ਸੀ ਉਹ ਇੰਨੀ ਗੱਲ ਕਰ ਸਕੇਗਾ। ਪ੍ਰੀਤੋ ਤੇ ਨਾਜਰ ਦੋਵੇਂ ਚੁੱਪ ਉਸ ਵੱਲ ਵੇਖ ਰਹੇ ਸਨ। ਉਹਨਾਂ ਦੀ ਚੁੱਪ ਰਾਜੂ ਲਈ ਭਾਰੀ ਹੋ ਰਹੀ ਸੀ। ਉਹ ਉਹਨਾਂ ਦੀ ਸਹਿਮਤੀ ਚਾਹੁੰਦਾ ਸੀ। ਸਹਿਮਤੀ ਬਿਨਾਂ ਸ਼ੋਭਾ ਨਾਲ ਵਿਆਹ ਕਰਾਉਣਾ ਉਹਨੂੰ ਗੁਨਾਹ ਵਾਂਗ ਲੱਗਦਾ। ਦੂਜੇ ਪਾਸੇ ਸ਼ੋਭਾ ਨਾਲ ਬੇਵਫਾਈ ਵੀ ਉਹਦੇ ਜ਼ਮੀਰ ਨੂੰ ਗਵਾਰਾ ਨਹੀਂ ਸੀ। ਕੁਝ ਦੇਰ ਕਮਰੇ ਵਿੱਚ ਚੁੱਪ ਤਣੀ ਰਹੀ। ਅਸੀਂ ਤਾਂ ਤੇਰੇ ਵਾਸਤੇ ਪੰਜਾਬ 'ਚੋਂ ਕੁੜੀ ਲੱਭਦੇ ਫਿਰਦੇ ਸੀ। ਤੇਰਾ ਚਾਚਾ ਵੀ ਤੇ ਮਾਮਾ ਵੀ ਪੜ੍ਹੀਆਂ ਲਿਖੀਆਂ ਚੰਗੇ ਘਰਾਂ ਦੀਆਂ ਕੁੜੀਆਂ ਦੀਆਂ ਫੋਟੋਆਂ ਭੇਜ ਰਹੇ ਆ। ਤੂੰ ਉਹ ਫੋਟੋ ਦੇਖ ਲਈ, ਇੱਕ ਅੱਧੇ ਦਿਨ 'ਚ ਆ ਜਾਣਗੀਆਂ, ਨਾਜਰ ਨੇ ਕਿਹਾ। ਤਾਂ ਪ੍ਰੀਤੋ ਗੈਰ ਗੰਭੀਰ ਉਸ ਵੱਲ ਵੇਖ ਰਹੀ ਸੀ। ਪੰਜਾਬ ਦੀਆਂ ਕੁੜੀਆਂ 'ਚ ਕੀ ਨੁਕਸ਼ਾ? ਪੈਪ ਗੋਰੀ ਲਈ ਬੈਠਾ। ਮੈਨੂੰ ਤਾਂ ਧੜਕੂ ਲੱਗਿਆ ਰਹਿੰਦਾ ਬਈ ਪਤਾ ਨਹੀਂ ਕਦੋਂ ਛੱਡ ਕੇ ਚਲੀ ਜਾਊ। ਹੁਣ ਸੁੱਖ ਨਾਲ ਮੁੰਡਾ ਜੰਮਿਆ। ਪਹਿਲੀ ਗੱਲ ਤਾਂ ਉਹਨੇ ਸਾਡੇ ਕੋਲ ਛੱਡਣਾ ਹੀ ਨਹੀਂ। ਜੇ ਛੱਡਣਗੇ ਤਾਂ ਸਾਨੂੰ ਅੰਗਰੇਜ਼ੀ ਨਹੀਂ ਆਉਣੀ ਤੇ ਮੁੰਡੇ ਨੂੰ ਪੰਜਾਬੀ ਨਹੀਂ ਸਮਝ ਲੱਗਣੀ। ਦੱਸ ਅਸੀਂ ਉਹਦੇ ਨਾਲ ਕੀ ਗੱਲਾਂ ਕਰਾਂਗੇ, ਕੀ ਖੇਡਾਂਗੇ? ਪ੍ਰੀਤੋ ਨੇ ਆਪਣਾ ਪੱਖ ਪੇਸ਼ ਕੀਤਾ। ਮਾਮਾ ਮਿਸ਼ੈਲ ਬਹੁਤ ਚੰਗੀ ਕੁੜੀ ਆ, ਉਹਨਾਂ ਦਾ ਬਹੁਤ ਪਿਆਰ ਆ। ਛੱਡ ਛਡਾਈ ਵਾਲਾ ਕੋਈ ਚੱਕਰ ਨਹੀਂ। ਤੂੰ ਐਂ ਕਰ ਪੁੱਤ, ਆਪਦੇ ਡੈਡੀ ਨਾਲ ਗੱਲ ਕਰ। ਜੇ ਉਹ ਖੁਸ਼ ਆ ਤੇ ਅਸੀਂ ਵੀ ਨਾਲ ਹੀ ਆ। ਪ੍ਰੀਤੋ ਨੇ ਡਿਪਲੋਮੈਸੀ ਵਰਤੀ। ਮਾਮ ਮੈਨੂੰ ਤੁਹਾਡੀ ਹਾਂ ਚਾਹੀਦੀ ਆ, ਮੈਂ ਕਿਸੇ ਤੋਂ ਨਹੀਂ ਪੁੱਛਣਾ। ਨਾ, ਇਹ ਗੱਲ ਝੂਠੀ। ਫੈਸਲਾ ਤਾਂ ਤੇਰਾ ਡੈਡੀ ਹੀ ਕਰੂ, ਅਸੀਂ ਨਾਲ ਖੜਾਂਗੇ। ਰਾਜੂ ਨੂੰ ਸਮਝ ਆ ਗਈ ਸੀ ਉਹ ਉਸਦੀ ਪਸੰਦ ਨਾਲ ਖੁਸ਼ ਨਹੀਂ। ਬਹੁਤੀ ਗੱਲ ਕਰਨ ਦੀ ਥਾਂ ਰਾਜੂ ਆਪਣੇ ਕਮਰੇ ਚਲਾ ਗਿਆ। ਉਸਦੇ ਦਿਮਾਗ ਵਿੱਚ ਬਹੁਤ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਉਹ ਦੇਰ ਰਾਤ ਤੱਕ ਸੌਂ ਨਾ ਸਕਿਆ। ਸਕਾਟ ਨੇ ਪੜ੍ਹਦਿਆਂ ਮੈਸੇਜ ਵੇਖਿਆ। ਰਿਚਰਡ ਨੇ ਰੰਧਾਵੇ ਨੂੰ ਪੁਲਿਸ ਸਟੇਸ਼ਨ ਬੁਲਾਉਣ ਬਾਰੇ ਜਾਣਕਾਰੀ ਦਿੱਤੀ ਸੀ। ਸਕਾਟ ਨੇ ਸਮਾਂ ਵੇਖਿਆ ਤੇ ਤਿਆਰ ਹੋਣ ਲੱਗਿਆ।